ਤੇ ਅੱਜ ਇੱਕ ਅਜਿਹੇ ਸ਼ਖਸ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਹੈ ਜਿਹੜਾ ਇੱਕ ਲੰਮੇ ਸੰਘਰਸ਼ ਦੀ ਇੱਕ ਗਵਾਹੀ ਭਰਦਾ ਹੈ। ਦਿੱਲੀ ਦੀਆਂ ਬਰੂਹਾਂ ਤੇ ਇੱਕ ਅੰਦੋਲਨ ਚੱਲਿਆ ਤਾਂ ਉਹਦੇ ਵਿੱਚ ਇੱਕ ਨਾਮ ਗੂੰਜਦਾ ਸੀ, ਬਲਵੀਰ ਸਿੰਘ ਰਾਜੇਵਾਲ। ਗੱਲਬਾਤ ਕਰਕੇ ਸਮਝਾਂਗੇ ਕਿ ਇਹਨਾਂ ਦੀ ਜ਼ਿੰਦਗੀ ਦਾ ਸਫ਼ਰ ਕਿਹੋ ਜਿਹਾ ਰਿਹਾ। ਮੇਰੇ ਵਰਗਾ ਬੰਦਾ ਜਿਹੜਾ ਘਰ ਕਦੇ ਵੜਦਾ ਹੀ ਨਹੀਂ ਤੇ ਬੱਚੇ ਉਹਦੇ ਨਲਾਇਕ ਹੋ ਜਾਂਦੇ ਨੇ ਆਮ ਤੌਰ ਤੇ। ਕਾਰੋਬਾਰ ਕੀ ਹੈ ਕੀ ਨਹੀਂ ਮੈਨੂੰ ਕੱਖ ਨਹੀਂ ਪਤਾ। ਅਸੀਂ ਪੜ੍ਹਾਈ ਦੀ ਗੱਲ ਕਰੀਏ, ਪੜ੍ਹਾਈ ਕਿੱਥੇ? ਉੱਥੇ ਪਿੰਡ ਦੇ ਵਿੱਚ ਹੀ ਹੋਈ, ਰਾਜੇਵਾਲ 'ਚ। ਇੱਕ ਡਿਪਲੋਮਾ ਕੀਤਾ ਮੋਰਸਕੀ ਦਾ, ਜਿਹੜੀ ਟਿਕ ਟਿਕ ਕਰਕੇ ਆਵਾਜ਼ ਆਉਂਦੀ ਹੈ, ਨੇਵੀ ਵਾਲੇ ਅੱਜ ਵੀ ਵਰਤਦੇ ਨੇ ਜਿਹੜੇ। ਜਦੋਂ ਇੱਧਰਲੇ ਪਾਸੇ ਨੂੰ ਆਉਣਾ ਹੋਇਆ, ਜਿਹੜੀਆਂ ਤੁਸੀਂ ਜਥੇਬੰਦੀਆਂ ਦਾ ਜ਼ਿਕਰ ਕਰਦੇ ਹੋ, ਕੋਈ ਰੋਲ ਮਾਡਲ ਇੱਧਰਲੇ ਪਾਸੇ ਵੀ ਸੀਗਾ ਜਾਂ ਕਿਸ ਤਰੀਕੇ ਨਾਲ ਰਾਹ ਦਸੇਰਾ ਕੌਣ ਬਣਿਆ ਜਾਂ ਇੱਧਰਲੇ ਪਾਸੇ ਨੂੰ ਲਿਆਉਣ ਵਾਲਾ ਕੌਣ ਬਣਿਆ ਤੁਹਾਨੂੰ? 1972 ਦਾ ਪਾਰ ਨਵੰਬਰ ਵਿੱਚ ਅਨਾਉਂਸ ਹੋਣਾ ਸੀ ਜਦੋਂ ਬਿਜਾਈ ਹੁੰਦੀ ਹੈ। ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ, ਉਹਨੇ 5 ਰੁਪਏ ਘਟਾਉਣ ਦਾ ਅਨਾਉਂਸਮੈਂਟ ਕਰਤੀ। ਸਾਨੂੰ ਮੇਰੇ ਪਿੰਡ 'ਚ ਮੈਨੂੰ ਪਤਾ ਇੱਕ ਪੰਚਾਇਤ ਸੈਕਟਰੀ ਹੁੰਦੇ ਸਰ ਸਰਵਣ ਸਿੰਘ ਈਸਲੂ ਦੇ, ਉਹ ਮੈਨੂੰ ਕਹਿੰਦੇ ਉਹ ਮੁੰਡਿਓ ਤੁਸੀਂ ਪੜ੍ਹੇ ਲਿਖੇ, ਤੁਸੀਂ ਤਾਂ ਕੁਝ ਕਰੋ, ਵਿਰੋਧ ਕਰੋ ਕਿਸੇ ਦਾ, ਇਹ ਤਾਂ ਮਰ ਜਾਣਗੇ। ਅਸੀਂ ਕੋਈ ਪਿੰਡ ਵਾਲੇ ਬੰਦੇ ਇਕੱਠੇ ਹੋਏ ਮੁੰਡੇ, ਅਸੀਂ ਖੇਤੀਬਾੜੀ ਯੂਨੀਅਨ ਨਾਂ ਦੀ ਜਥੇਬੰਦੀ ਬਣਾ ਲਈ। ਉਦੋਂ ਤਾਂ ਅਸੀਂ ਫਲੈਗ ਪੋਸਟ ਤੇ ਚਲੇ ਗਏ ਸੈਕਟਰੀਏਟ ਦੇ ਕੋਲ, ਸਿੱਧਾ ਹੀ ਅੰਦਰ। ਉੱਥੇ ਕੋਈ ਰੋਕਦਾ ਨਹੀਂ ਸੀ, ਕੋਈ ਰੋਕ ਟੋਕ ਨਹੀਂ ਸੀ। ਔਰ ਐਡਾ ਵੱਡਾ ਜਲੂਸ ਚੰਡੀਗੜ੍ਹ 'ਚ ਕਦੀ ਪਹਿਲੀ ਵਾਰ ਹੋਇਆ। ਉਹਨੇ ਕਿਹਾ ਹੇਠਾਂ ਆ ਜਾ, ਨਹੀਂ ਤੇਰੀ ਆ ਸੈਕਟਰੀਏਟ ਬਣਾ ਕੇ ਅਨਪੜ੍ਹ ਆਦਮੀ ਸੀ, ਸੈਕਟਰੀ ਗੇਟ ਜੀ ਦੀ ਇੱਟ ਨਾਲ ਇੱਟ ਖੜਕਾ ਦਾਂਗੇ। ਜਿਹੜਾ ਮੈਂ ਥੋੜੀ ਜਿਹੀ ਗੱਲ ਤੁਹਾਡੇ ਤੋਂ ਪੁੱਛਣੀ ਚਾਹਾਂਗਾ ਕਿ ਅਲੱਗ-ਅਲੱਗ ਜਥੇਬੰਦੀਆਂ ਕਿਉਂ ਬਣਨੀਆਂ ਸ਼ੁਰੂ ਹੋਈਆਂ, ਕਾਰਨ ਕੋਈ ਸੀਗਾ ਇਹਦਾ? ਹਮੇਸ਼ਾ ਸਮਾਜ 'ਚ ਹੁੰਦੇ ਨੇ ਲੋਕ, ਕਈ ਵਾਰੀ ਕਿਸੇ ਨੂੰ ਹੁੰਦਾ ਵੀ ਮੇਰੀ ਇਹਦੇ ਨਾਲ ਜ਼ਿਆਦਾ ਚੌਧਰ ਹੋ, ਉਹ ਇਦਾਂ ਹੀ ਬਣੀਆਂ ਸੀਗੀਆਂ। ਕੰਮ ਉਹਨਾਂ ਨੇ ਕੀਤਾ ਨਹੀਂ। ਉਦੋਂ ਜ਼ੋਨਲ ਰਿਸਟ੍ਰਿਕਸ਼ਨਸ ਹੁੰਦੀਆਂ ਸੀ, ਕੋਈ ਤੁਸੀਂ ਆਪਣੀ ਕਣਕ ਹਿਮਾਚਲ 'ਚ ਨਹੀਂ ਲਿਜਾ ਸਕਦੇ ਆਪਣੀ ਮਰਜ਼ੀ ਨਾਲ, ਤੁਸੀਂ ਕੋਈ ਵੀ ਆਪਣੀ ਪ੍ਰੋਡਿਊਸ ਹਰਿਆਣੇ 'ਚ ਨਹੀਂ ਵੇਚ ਸਕਦੇ। ਉਦੋਂ ਜ਼ੋਨਲ ਰਿਸਟ੍ਰਿਕਸ਼ਨ ਦੇ ਖਿਲਾਫ ਇੱਕ ਮੋਰਚਾ ਲਾਤਾ। ਜਿਹੜੀ ਹਰੀ ਕ੍ਰਾਂਤੀ ਪੰਜਾਬ ਦੇ ਵਿੱਚ ਆਈ, ਤੁਹਾਨੂੰ ਲੱਗਦਾ ਕਿ ਇਹਦੇ ਨਾਲ ਖੁਸ਼ਹਾਲੀ ਹੋਈ ਪੰਜਾਬ ਦੀ ਜਾਂ ਇਹ ਬਦਹਾਲੀ ਦਾ ਕਾਰਨ ਬਣੀ ਤੁਹਾਡੇ ਹਿਸਾਬ ਨਾਲ? ਪੰਜਾਬ ਇੱਕ ਐਸੀ ਧਰਤੀ ਹੈ ਜਿੱਥੇ ਜ਼ਮੀਨ ਵੀ ਫਰਟਾਈਲ ਹੈ, ਪਾਣੀ ਵੀ ਹੈਗਾ, ਕਲਾਈਮੇਟ ਵੀ ਅਨੁਕੂਲ ਹੈ, ਔਰ ਸਭ ਤੋਂ ਬੜੀ ਗੱਲ ਇੱਥੇ ਦਾ ਮਨੁੱਖ ਮਿਹਨਤੀ ਤੇ ਟੈਕਨੋਲੋਜੀ ਓਰੀਐਂਟਡ ਹੈ। ਇਹ ਸਫ਼ਰ ਜਦੋਂ ਚੱਲ ਰਿਹਾ ਸੀ, ਮੈਨੂੰ ਲੱਗਦਾ ਸੰਘਰਸ਼ ਦਾ ਦੌਰ ਸ਼ੁਰੂ ਹੋ ਗਿਆ ਸੀ। ਪਹਿਲਾਂ ਧਰਨਾ ਤੁਸੀਂ ਲਾਇਆ, ਜੇਲ੍ਹ ਵੀ ਦੇਖੇ, ਤਾਂ ਉਸ ਤੋਂ ਬਾਅਦ ਪਰਿਵਾਰ ਦੀ ਸਪੋਰਟ ਕਿਸ ਤਰੀਕੇ ਨਾਲ ਸੀ? ਫਾਦਰ ਸਾਹਿਬ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਦੇਖ ਰਹੇ ਸੀ ਜਾਂ ਤੁਹਾਡਾ ਪਰਿਵਾਰ ਕਿਸ ਤਰੀਕੇ ਨਾਲ ਦੇਖ ਰਿਹਾ ਸੀ ਉਸ ਵੇਲੇ ਚੀਜ਼ ਨੂੰ? ਉਦੋਂ ਕੋਈ ਯਕੀਨ ਨਹੀਂ ਸੀ ਕਰਦਾ ਵੀ ਕਿਸਾਨਾਂ ਦੀ ਵੀ ਕੋਈ ਯੂਨੀਅਨ ਬਣਦੀ। ਔਰ ਮੈਂ ਜਦੋਂ ਘਰ ਜਾਂਦਾ ਸੀ, ਮੈਨੂੰ ਬਾਪੂ ਜੀ ਕਹਿੰਦੇ ਹੁੰਦੇ ਸੀ, ਉਹ ਤੂੰ ਕੀ ਸਿਆਪੇ 'ਚ ਪੈ ਗਿਆ, ਕਿਹੜੇ ਕੰਮ 'ਚ ਪੈ ਗਿਆ ਤੂੰ? ਮੈਨੂੰ ਲੋਕ ਮਜ਼ਾਕ ਕਰਦੇ ਨੇ ਜਦ ਮੈਂ ਜਾਣਾ ਕਿਤੇ ਸੱਥ 'ਚ ਬਹਿਨੇ, ਉਹ ਪੁੱਛਦੇ ਨੇ ਮੁੰਡਾ ਅੱਜ ਕਿੰਨੇ ਪੈਸੇ ਵਧਾਇਆ, ਭਾਅ ਵਧਾਇਆ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਵਕਤ ਤੁਸੀਂ ਨਿਊਜ਼ ਓਨਲੀ ਦੇਖ ਰਹੇ ਹੋ। ਪ੍ਰੋਗਰਾਮ ਸਫਰੇ ਜ਼ਿੰਦਗੀ ਲੈ ਕੇ ਤੁਹਾਡਾ ਦੋਸਤ ਹਰਦੀਪ ਸਿੰਘ ਭੋਗਲ ਹਾਜ਼ਰ ਹੈ। ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਅਕਸਰ ਕੋਸ਼ਿਸ਼ ਕਰਦੇ ਹੁੰਦੇ ਕਿ ਇੱਕ ਅਜਿਹੀ ਸ਼ਖਸੀਅਤ ਤੁਹਾਡੇ ਰੂਬਰੂ ਕਰਵਾਈ ਜਾਵੇ ਜਿਹੜੀ ਲੰਮਾ ਤਜਰਬਾ ਰੱਖਦੀ ਹੈ, ਬੜੇ ਸੰਘਰਸ਼ਾਂ ਦੇ ਵਿੱਚੋਂ ਨਿਕਲ ਕੇ ਇੱਕ ਮੁਕਾਮ ਤੇ ਪਹੁੰਚੀ ਹੋਈ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ। ਤੇ ਅੱਜ ਇੱਕ ਅਜਿਹੇ ਸ਼ਖਸ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਹੈ ਜਿਹੜਾ ਇੱਕ ਲੰਮੇ ਸੰਘਰਸ਼ ਦੀ ਇੱਕ ਗਵਾਹੀ ਭਰਦਾ ਹੈਗਾ। ਉਹਨਾਂ ਦੀ ਜ਼ਿੰਦਗੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਬਹੁਤ ਸਾਰੇ ਉਤਾਰ ਚੜਾਅ, ਬਹੁਤ ਸਾਰੇ ਸੰਘਰਸ਼, ਬਹੁਤ ਸਾਰੇ ਧਰਨੇ, ਅਤੇ ਖਾਸ ਕਰਕੇ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਇੱਕ ਅੰਦੋਲਨ ਚੱਲਿਆ ਤਾਂ ਉਹਦੇ ਵਿੱਚ ਇੱਕ ਨਾਮ ਗੂੰਜਦਾ ਸੀ, ਬਲਵੀਰ ਸਿੰਘ ਰਾਜੇਵਾਲ। ਸਾਡੇ ਨਾਲ ਨੇ, ਅੱਜ ਗੱਲਬਾਤ ਕਰਕੇ ਸਮਝਾਂਗੇ ਕਿ ਇਹਨਾਂ ਦੀ ਜ਼ਿੰਦਗੀ ਦਾ ਸਫ਼ਰ ਕਿਹੋ ਜਿਹਾ ਰਿਹਾ। ਰਾਜੇਵਾਲ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ। ਰਾਜੇਵਾਲ ਸਾਹਿਬ, ਬੜੇ ਉਤਾਰ ਚੜਾਅ, ਜੇ ਕੁਝ ਸ਼ਬਦਾਂ ਦੇ ਵਿੱਚ ਜ਼ਿੰਦਗੀ ਦੇ ਸਫ਼ਰ ਨੂੰ ਪਰੋਣ ਦੀ ਕੋਸ਼ਿਸ਼ ਕਰੀਏ, ਕਿਸ ਤਰੀਕੇ ਦਾ ਹੁਣ ਤੱਕ ਦਾ ਸਫ਼ਰ ਹੈ ਤੁਹਾਡਾ? ਵਾਹਿਗੁਰੂ ਦੀ ਮਿਹਰ ਰਹੀ, ਮੈਂ ਵਿਹਲਾ ਨਹੀਂ ਕਦੀ ਬੈਠਿਆ, ਕੁਛ ਨਾ ਕੁਛ ਕਰਦਾ ਹੀ ਰਿਹਾ ਜੀ। ਇੱਕ ਪਾਸਿਓਂ ਨਿਕਲੇ ਦੂਜੇ ਪਾਸੇ ਸ਼ੁਰੂ ਕਰਤਾ, ਤੇ ਪਤਾ ਨਹੀਂ ਕਿਉਂ ਉਹਨੇ ਇਸ ਸੇਵਾ ਹੀ ਜੁੰਮੇ ਲਾਈ, ਔਰ ਕਦੀ ਦੂਜਾ ਪੱਖ ਕਦੇ ਕੋਈ ਸਾਹਮਣੇ ਹੀ ਨਹੀਂ ਆਇਆ। ਔਰ ਮੈਨੂੰ ਇਸ ਗੱਲ ਦੀ ਬਹੁਤ ਤਸੱਲੀ ਹੈ ਬਈ ਜਿਹੜੀ ਜਿਸ ਪਾਸੇ ਉਹਨੇ ਲਾਇਆ, ਉਸ ਪਾਸੇ ਜਿੱਥੇ ਸੇਵਾ ਕਰਦੇ ਰਹੇ, ਉੱਥੇ ਘਰੇਲੂ ਜ਼ਿੰਮੇਵਾਰੀਆਂ ਉਹਨੇ ਪਤਾ ਨਹੀਂ ਕਿਵੇਂ ਪੂਰੀਆਂ ਕਰਤੀਆਂ। ਬੱਚੇ ਅੱਛੇ ਪੜ੍ਹੇ ਲਿਖੇ, ਵੈਲ ਸੈਟ ਵੀ ਨੇ, ਇਸ ਕਰਕੇ ਉਸ ਪੱਖੋਂ ਕੋਈ ਨਹੀਂ। ਮੇਰੇ ਵਰਗਾ ਬੰਦਾ ਜਿਹੜਾ ਘਰ ਕਦੇ ਵੜਦਾ ਹੀ ਨਹੀਂ ਤੇ ਬੱਚੇ ਉਹਦੇ ਨਲਾਇਕ ਹੋ ਜਾਂਦੇ ਨੇ ਆਮ ਤੌਰ ਤੇ, ਮਾਂ ਬਾਪ ਦੀ ਗੈਰ ਹਾਜ਼ਰੀ 'ਚ ਹੋ ਜਾਂਦਾ। ਪਰ ਮੇਰੇ ਬੱਚੇ, ਮੇਰਾ ਬੇਟਾ ਹੈ,
ਉਹਨੇ ਕਮਰਸ਼ੀਅਲ ਪਾਇਲਟ ਦਾ ਕੋਰਸ ਕੀਤਾ, 에ਅਰਕ੍ਰਾਫਟ ਇੰਜੀਨੀਅਰ ਹੈ। ਔਰ ਉਹਦੇ ਬਾਅਦ ਉਹਨੇ ਕਿਹਾ ਮੈਂ ਨੌਕਰੀ ਨਹੀਂ ਕਰਨੀ ਅਤੇ ਮੈਂ ਸਬੋਰਡੀਨੇਸ਼ਨ ਨਹੀਂ ਕਬੂਲ ਕਰਦਾ ਕਿਸੇ ਦੀ। ਅਤੇ ਫਿਰ ਉਹਨੇ ਬਿਜ਼ਨਸ ਕੀਤਾ, ਐਜ਼ ਫਿਰ ਉਹ ਸਫਲ ਬਿਜ਼ਨਸਮੈਨ ਹੈ। ਮੈਨੂੰ ਕੋਈ ਕਿਸੇ ਕਿਸਮ ਦੀ ਉਹਦੀ ਕਦੀ ਕੋਈ ਸ਼ਿਕਾਇਤ ਨਹੀਂ। ਸਾਰਾ ਘਰ ਉਹ ਸੰਭਾਲਦਾ। ਮੈਨੂੰ ਪਤਾ ਹੀ ਨਹੀਂ ਵੀ ਮੇਰਾ ਕਾਰੋਬਾਰ ਕੀ ਹੈ ਕੀ ਨਹੀਂ, ਮੈਨੂੰ ਕੱਖ ਨਹੀਂ ਪਤਾ। ਮੈਨੂੰ ਜੇ ਪੈਸਿਆਂ ਦੀ ਲੋੜ ਹੁੰਦੀ ਹੈ ਮੈਂ ਉਹ ਤੋਂ ਨਹੀਂ ਮੰਗਦਾ, ਮੈਂ ਜਾ ਕੇ ਕਹਿੰਦਾ ਵੈਸੇ ਇੰਨੇ ਪੈਸੇ ਚਾਹੀਦੇ ਹੋਏ। ਮੈਨੂੰ ਇਹ ਨਹੀਂ ਪੁੱਛਿਆ ਵੀ ਕਿੱਥੇ ਖਰਚੇ। ਕਈ ਵਾਰੀ ਮੈਂ ਬਹੁਤ ਸਾਰੀਆਂ ਸੰਸਥਾਵਾਂ ਚਲਾਉਣਾ, ਉੱਥੇ ਕਿਤੇ ਨਾਲ ਦੇ ਸਾਥੀ ਬੈਠੇ ਹੁੰਦੇ ਨੇ, ਕੋਈ ਲੋੜ ਹੁੰਦੀ ਹੈ ਕਹਿ ਦਈਦਾ ਵੀ ਚੰਗਾ ਵੀ ਫਿਰ ਮੇਰੇ ਇੰਨੇ ਪੈਸੇ ਮੇਰੇ ਵੱਲੋਂ ਲਿਖ ਲਓ ਅਤੇ ਜਾ ਕੇ ਫੜ ਲਿਆ ਉੱਥੋਂ। ਉਹ ਮੈਨੂੰ ਇਹ ਨਹੀਂ ਪੁੱਛਦਾ ਵੀ ਤੁਸੀਂ ਸਾਨੂੰ ਤਾਂ ਪੁੱਛ ਲੈਂਦੇ, ਉਹਨੇ ਦੇਣੇ ਹੀ ਦੇਣੇ ਉਹਨੇ। ਉਹ ਇਦੋਂ ਵੱਧ ਖੁਸ਼ਕਿਸਮਤੀ ਕੀ ਹੋਏਗੀ। ਤੁਸੀਂ ਲੋਕਾਂ ਦੀ ਸੇਵਾ ਵੀ ਕਰਦੇ ਹੋ ਅਤੇ ਮੈਂਟਲ ਸੈਟਿਸਫੈਕਸ਼ਨ ਇਹ ਵੀ ਹੈਗੀ ਵੀ ਤੁਹਾਡੇ ਘਰੋਂ ਵੀ ਕੁਛ ਨਹੀਂ ਵਿਗੜਿਆ ਹੋਇਆ। ਰਾਜਵਲ ਸਾਹਿਬ, ਜਦੋਂ ਤੁਹਾਡੀ ਅਸੀਂ ਜਨਮ ਦੀ ਗੱਲ ਕਰੀ, ਕਿਹੜੇ ਪਿੰਡ ਦਾ ਜਨਮ ਹੈਗਾ ਤੁਹਾਡਾ ਤੇ ਬਚਪਨ ਕਿੱਥੇ ਬੀਤਿਆ, ਕਿਸ ਤਰੀਕੇ ਨਾਲ ਪੜ੍ਹਾਈ ਤੁਸੀਂ ਕੀਤੀ ਹੈਗੀ? ਮੇਰਾ ਜਨਮ ਪਿੰਡ ਰਾਜੇਵਾਲ 'ਚ ਹੋਇਆ ਔਰ ਮੈਂ ਸ਼ੁਰੂ ਤੋਂ ਸਮਝੋ ਜਦੋਂ ਮੈਨੂੰ 1960 ਵਿੱਚ ਟ੍ਰਿਬਿਊਨ ਛਪਦਾ ਹੁੰਦਾ ਸੀ ਇੱਥੋਂ ਅੰਬਾਲੇ ਤੋਂ, ਉਦੋਂ ਇੱਕ ਫੀਚਰ ਪੜ੍ਹਿਆ, ਭਗਤ ਪੂਰਨ ਸਿੰਘ ਮੇਰੇ ਪਿੰਡ ਦੇ ਸੀ, ਉਹਨਾਂ ਬਾਰੇ ਫੀਚਰ ਪੜ੍ਹਿਆ। ਮੈਂ ਪਿੰਡ 'ਚ ਪੁੱਛਿਆ ਇਹ ਕੌਣ ਹੈ, ਅਤੇ ਉਹ ਤੋਂ ਬਾਅਦ ਜਦੋਂ ਪਤਾ ਲੱਗਿਆ ਮੈਂ ਭਗਤ ਜੀ ਕੋਲ ਉੱਥੇ ਗਿਆ। ਮੈਂ ਉਦੋਂ 10ਵੀਂ ਜਮਾਤ 'ਚ ਪੜ੍ਹਦਾ ਸੀ। ਭਗਤ ਜੀ ਕੋਲ ਅੰਮ੍ਰਿਤਸਰ ਗਿਆ। ਭਗਤ ਜੀ ਮੈਨੂੰ ਬੁੱਕਲ 'ਚ ਲੈ ਕੇ ਰੋਈ ਜਾਣ, ਭਾਵੁਕ ਹੋਏ, ਤੂੰ ਕਿੱਥੋਂ ਆ ਗਿਆ, ਮੈਨੂੰ ਪਿੰਡ ਭੁੱਲ ਗਿਆ ਸੀ, ਪਿੰਡ ਵਾਲੇ ਮੈਨੂੰ ਭੁੱਲ ਗਏ ਸੀ, ਤੂੰ ਕਿੱਥੋਂ ਆ ਕੇ ਯਾਦ ਕਰਾਤਾ। ਫਿਰ ਮੈਂ ਸਾਡੇ ਪਿੰਡ ਦੇ ਇੱਕ ਉਦੋਂ ਸਰਪੰਚ ਹੁੰਦੇ ਸੀ ਵੈਦ ਸ੍ਰੀ ਨਿਵਾਸ ਆਜ਼ਾਦੀ ਘੁਲਾਟੀਏ ਸੀ, ਉਹਨਾਂ ਨੂੰ ਮੈਂ ਕਿਹਾ ਵੀ ਤਾਇਆ ਜੀ ਮੈਂ ਤਾਂ ਬੱਚਾ, ਭਗਤ ਜੀ ਨੂੰ ਪਿੰਡ ਦੀ ਯਾਦ ਸਤਾਉਂਦੀ ਹੈ, ਜਾਓ 4 ਸੱਜਣ ਜਾ ਕੇ ਉਹਨਾਂ ਨੂੰ ਲੈ ਕੇ ਆਓ। ਉਹ ਤੋਂ ਬਾਅਦ 3-4 ਪਿੰਡਾਂ ਦੇ ਕੁਝ ਬੰਦੇ ਗਏ। ਉਹ ਤੋਂ ਬਾਅਦ ਭਗਤ ਜੀ ਦਾ ਆਉਣਾ ਜਾਣਾ ਹੋਇਆ। ਉਹ ਮੇਰੇ ਰੋਲ ਮਾਡਲ ਰਹੇ ਨੇ, ਇਸ ਕਰਕੇ ਪਤਾ ਨਹੀਂ ਮੈਂ ਇਸ ਪਾਸੇ ਨੂੰ ਉਹਨਾਂ ਨੇ ਤਾਂ ਬਹੁਤ ਵੱਡੀ ਸੇਵਾ ਕੀਤੀ, ਪਤਾ ਨਹੀਂ ਥੋੜ੍ਹਾ ਜਿਹਾ ਹਿੱਸਾ ਮੈਨੂੰ ਉਹਨਾਂ ਨੇ ਦੇ ਦਿੱਤਾ, ਮੈਂ ਸੇਵਾ ਕਰ ਸਕਿਆ ਜੀ। ਜੇ ਅਸੀਂ ਪੜ੍ਹਾਈ ਦੀ ਗੱਲ ਕਰੀਏ, ਪੜ੍ਹਾਈ ਕਿੱਥੇ, ਉੱਥੇ ਪਿੰਡ ਦੇ ਵਿੱਚ ਹੀ ਹੋਈ ਰਾਜੇਵਾਲ 'ਚ? ਪਹਿਲਾਂ ਪ੍ਰਾਇਮਰੀ, ਉਦੋਂ ਤਾਂ ਸਕੂਲ ਨਹੀਂ ਸੀ ਹੁੰਦੇ, ਪ੍ਰਾਇਮਰੀ ਐਜੂਕੇਸ਼ਨ ਲਈ ਪਿੰਡ 'ਚ, ਸਾਡੇ ਪਿੰਡ ਮੇਰੇ ਖਿਆਲ 'ਚ ਇਲਾਕੇ ਦਾ ਸਭ ਤੋਂ ਪੁਰਾਣਾ ਪ੍ਰਾਇਮਰੀ ਸਕੂਲ ਸੀ। ਅਤੇ ਉਹ ਤੋਂ ਬਾਅਦ AS ਹਾਈ ਸਕੂਲ ਸੀ, ਉਦੋਂ AS ਹਾਈ ਸਕੂਲ 'ਚ ਪੜ੍ਹੇ, ਫਿਰ AS ਕਾਲਜ 'ਚ ਪੜ੍ਹੇ। ਇੱਥੋਂ ਪੜ੍ਹ ਕੇ ਫਿਰ ਮੈਂ ਕੁਛ ਦੇਰ ਇੱਕ ਡਿਪਲੋਮਾ ਕੀਤਾ ਮੋਰਸਕੀ ਦਾ, ਜਿਹੜੀ ਟਿਕ ਟਿਕ ਕਰਕੇ ਆਵਾਜ਼ ਆਉਂਦੀ ਹੈ, ਨੇਵੀ ਵਾਲੇ ਅੱਜ ਵੀ ਵਰਤਦੇ ਨੇ, ਜਿਹੜੇ 에ਅਰ ਕੰਟਰੋਲਰ ਨੇ ਉਹ ਉਹਨੂੰ ਵਰਤਦੇ ਨੇ। ਬਿਲਕੁਲ। ਅਤੇ ਉਹਦਾ ਕੋਰਸ ਕੀਤਾ, ਹਿੰਦੀ ਔਰ ਇੰਗਲਿਸ਼ ਦੋਨਾਂ ਦੀ ਟੈਲੀਗ੍ਰਾਫੀ ਦਾ ਮੈਂ ਕੋਰਸ ਕੀਤਾ। ਫਿਰ ਮੈਂ PNT ਡਿਪਾਰਟਮੈਂਟ 'ਚ ਕੋਈ 7-8 ਸਾਲ ਨੌਕਰੀ ਕੀਤੀ। ਉਹ ਛੱਡ ਕੇ ਫਿਰ ਮੈਂ ਆਪਣਾ ਕਾਰੋਬਾਰ ਸ਼ੁਰੂ ਕੀਤਾ, ਬਿਜ਼ਨਸ ਸ਼ੁਰੂ ਕੀਤਾ। ਬਿਜ਼ਨਸ ਸ਼ੁਰੂ ਕਰਦਿਆਂ ਹੀ ਉਸੇ ਦੌਰਾਨ ਹੀ ਫਿਰ ਕਿਸਾਨ ਯੂਨੀਅਨ ਦਾ ਉਸ ਪੈ ਗਿਆ। ਇਹ ਮੇਰੇ ਖਿਆਲ 'ਚ ਮੈਂ ਇਹਦੇ ਮੁੱਢਲੇ ਮੈਂਬਰਾਂ 'ਚੋਂ ਹਾਂ, ਜਿਨ੍ਹਾਂ ਨੇ 1971 ਵਿੱਚ ਅਸੀਂ ਸ਼ੁਰੂ ਕਰਤਾ ਸੀ। 72 ਵਿੱਚ ਫਾਰਮਲੀ 5 ਅਪ੍ਰੈਲ 1972 ਨੂੰ ਉਦੋਂ ਖੇਤੀਬਾੜੀ ਯੂਨੀਅਨ ਨਾਂ ਦੀ ਅਸੀਂ ਯੂਨੀਅਨ ਬਣਾ ਲਈ ਸੀ। ਦਾ ਕੰਸਟੀਟਿਊਸ਼ਨ ਲਿਖਣ ਵਿੱਚ ਮੇਰਾ ਹੱਥ ਸੀ। ਤੇ ਇਹ ਜਿਹੜੀ ਜਦੋਂ ਇੱਧਰਲੇ ਪਾਸੇ ਨੂੰ ਆਉਣਾ ਹੋਇਆ, ਜਿਹੜੀਆਂ ਤੁਸੀਂ ਜਥੇਬੰਦੀਆਂ ਦਾ ਜ਼ਿਕਰ ਕਰਦੇ ਹੋ, ਕੋਈ ਰੋਲ ਮਾਡਲ ਇੱਧਰਲੇ ਪਾਸੇ ਵੀ ਸੀਗਾ, ਜਾਂ ਕਿਸ ਤਰੀਕੇ ਨਾਲ ਰਾਹ ਦਸੇਰਾ ਕੌਣ ਬਣਿਆ, ਜਾਂ ਇੱਧਰਲੇ ਪਾਸੇ ਨੂੰ ਲਿਆਉਣ ਵਾਲਾ ਕੌਣ ਬਣਿਆ ਤੁਹਾਨੂੰ? ਨਹੀਂ, ਉਹ ਪਿੰਡ 'ਚ ਰਹਿੰਦੇ ਸੀ। ਉਸ ਸਾਲ ਇੱਕ ਇਤਫਾਕ ਇਹ ਸੀਗਾ, 1971 ਵਿੱਚ ਕਣਕ ਦਾ ਭਾਅ 76 ਰੁਪਏ ਕੁਇੰਟਲ ਹੁੰਦਾ ਸੀ, ਅਤੇ 1972 ਦਾ ਭਾਅ ਨਵੰਬਰ ਵਿੱਚ ਅਨਾਊਂਸ ਹੋਣਾ ਸੀ, ਜਦੋਂ ਬਿਜਾਈ ਹੁੰਦੀ ਹੈ। ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ, ਉਹਨੇ 5 ਰੁਪਏ ਘਟਾਉਣ ਦਾ ਅਨਾਊਂਸਮੈਂਟ ਕਰਤੀ। ਕਣਕ ਦਾ ਭਾਅ 76 ਤੋਂ 71 ਰੁਪਏ ਅਗਲੇ ਸਾਲ ਵਾਸਤੇ। ਇਹਦਾ ਆਪ ਮੁਹਾਰਾ ਵਿਰੋਧ ਹੋ ਗਿਆ, ਹਰ ਜਗ੍ਹਾ ਖੁੰਡਾਂ ਤੇ ਪਿੰਡਾਂ 'ਚ ਚਰਚਾ ਹੋਣ ਲੱਗੀ। ਸਾਨੂੰ ਮੇਰੇ ਪਿੰਡ 'ਚ ਮੈਨੂੰ ਪਤਾ ਇੱਕ ਪੰਚਾਇਤ ਸੈਕਟਰੀ ਹੁੰਦੇ ਸਰ ਸਰਵਣ ਸਿੰਘ ਈਸੜੂ ਦੇ, ਉਹ ਮੈਨੂੰ ਕਹਿੰਦੇ, ਉਹ ਮੁੰਡਿਓ ਤੁਸੀਂ ਪੜ੍ਹੇ ਲਿਖੇ, ਤੁਸੀਂ ਤਾਂ ਕੁਝ ਕਰੋ, ਵਿਰੋਧ ਕਰੋ ਕੁਛ ਇਹਦਾ, ਇਹ ਤਾਂ ਮਰ ਜਾਣਗੇ ਕਿਸਾਨ, ਇਹਨਾਂ ਨੇ ਲਾ ਕੇ ਇੱਧਰ ਨੂੰ ਹਰੇ ਇਨਕਲਾਬ ਵੱਲ ਨੂੰ, ਹੁਣ ਇਹ ਪਹਿਲਾਂ ਹੀ ਪੈਂਦੀ ਸੱਟੇ ਮਾਰਨ ਲੱਗੇ ਨੇ, ਕੁਛ ਕਰੋ। ਸਾਨੂੰ ਕੁਛ ਪਤਾ ਨਹੀਂ ਸੀ। ਅਸੀਂ ਕੁਝ ਪਿੰਡ ਵਾਲੇ ਬੰਦੇ ਇਕੱਠੇ ਹੋਏ ਮੁੰਡੇ, ਅਸੀਂ ਖੇਤੀਬਾੜੀ ਯੂਨੀਅਨ ਨਾਂ ਦੀ ਇੱਕ ਜਥੇਬੰਦੀ ਬਣਾ ਲਈ। ਔਰ ਉਹ ਤੋਂ ਬਾਅਦ ਫਿਰ ਮੈਨੂੰ ਇੱਕ ਹੋਰ ਬੜੀ ਇੰਟਰਸਟਿੰਗ ਕਹਾਣੀ ਯਾਦ ਹੈ। ਸਾਨੂੰ ਕਿਸੇ ਨੂੰ ਬੋਲਣਾ ਨਾ ਆਵੇ, ਅਸੀਂ 100 ਰੁਪਈਆ ਜਿਹੜੇ ਇਕੱਠੇ ਪੜ੍ਹਦੇ ਸੀ ਕਾਲਜ 'ਚ, ਉਹਨਾਂ ਨੇ ਇਕੱਠਾ ਕੀਤਾ। ਇੱਕ ਹੌਕਰ ਜਿਹੜੇ ਪਿੰਡ ਸ਼ਹਿਰਾਂ ਵਿੱਚ ਮੁਨਾਦੀ ਕਰਦੇ ਨੇ, ਉਹ ਹਾਇਰ ਕੀਤਾ। ਉਹਨੂੰ ਕਿਹਾ ਲੈ ਵੀ ਅਨਾਊਂਸਮੈਂਟ ਕਰਦੇ ਵੀ ਇੰਨੀ ਤਰੀਕ ਨੂੰ ਖੰਨੇ ਗਾਂਧੀ ਗਰਾਊਂਡ ਕਹਿੰਦੇ ਹੁੰਦੇ ਸੀ, ਉਦੋਂ GT ਰੋਡ ਸਿੰਗਲ ਹੁੰਦੀ ਸੀ, ਉਹਦੇ ਆਲੇ ਦੁਆਲੇ ਰੈਲੀਆਂ ਹੁੰਦੀਆਂ ਸੀ, ਹਸਪੀਟਲ ਦੇ ਸਾਹਮਣੇ ਉੱਥੇ ਫਲੈਗ ਪੋਸਟ ਸੀ। ਅਤੇ ਅਸੀਂ ਉਹਨੂੰ ਕਿਹਾ ਵੀ ਅਨਾਊਂਸਮੈਂਟ ਕਰਦੇ ਵੀ ਇੰਨੀ ਤਰੀਕ ਨੂੰ ਇੱਥੇ ਇਕੱਠ ਹੈ। ਅਨਾਊਂਸਮੈਂਟ ਉੱਥੇ ਕਰਾਈ, ਕਿਸੇ ਨੂੰ ਬੋਲਣਾ ਨਾ ਆਵੇ।
ਫਿਰ ਅਸੀਂ ਕਿਹਾ ਵੀ ਇਕੱਠ ਤਾਂ ਹੋ ਜੂ, ਪਰ ਇਹਨੂੰ ਕੌਣ ਚਲਾਊਗਾ। ਬੋਲੂਗਾ ਕੌਣ? ਉਹ ਗਏ ਅਸੀਂ ਸਿਮਰਨਜੀਤ ਮਾਨ ਦੇ ਫਾਦਰ ਸਾਹਿਬ ਕੋਲ, ਸਰ ਜੋਗਿੰਦਰ ਸਿੰਘ ਮਾਨ ਉਹਨਾਂ ਕੋਲ। ਅਸੀਂ ਉਹਨਾਂ ਨੂੰ ਜਾ ਕੇ ਕਿਹਾ ਜੀ ਵੀ ਅਸੀਂ ਆਹ ਇੱਕ ਕੀਤਾ। ਉਹ ਬੜੇ ਖੁਸ਼ ਹੋਏ, ਕਹਿੰਦੇ ਮੁੰਡੇ ਠੀਕ ਕੰਮ ਕਰ ਰਹੇ ਹੋ, ਮੈਂ ਜ਼ਰੂਰ ਆਊਂਗਾ। ਅਸੀਂ ਬਾਹਰ ਆ ਕੇ ਸੋਚਿਆ ਵੀ ਇਹ ਤਾਂ ਆ ਜਾਣਗੇ, ਪਰ ਇਹ ਹੋਰ ਕੌਣ ਬੋਲਣ ਵਾਲਾ ਉੱਥੇ। ਉਹਨਾਂ ਕੋਲ ਫੇਰ ਚਲੇ ਗਏ, ਜੀ ਸਾਡੇ ਕੋਲ ਕੋਈ ਬੋਲਣ ਵਾਲਾ ਨਹੀਂ, ਤੁਸੀਂ ਨਾਲ ਬੰਦੇ ਬੋਲਣ ਵਾਲੇ ਵੀ ਲੈ ਆਓ। ਬੜੇ ਹੱਸੇ। ਉਹਨਾਂ ਨੇ ਕਹਿੰਦੇ ਚੰਗਾ ਇਹ ਵੀ ਮੈਂ ਲੈ ਆਊਂ। ਫੇਰ ਚਲੇ ਗਏ ਤੀਜੀ ਵਾਰੀ, ਵਿੱਚ ਸਾਨੂੰ ਤਾਂ ਸਟੇਜ ਵੀ ਨਹੀਂ ਚਲਾਉਣੀ ਹੁੰਦੀ, ਸਟੇਜ ਸੈਕਟਰੀ ਵੀ ਲਿਆਇਓ। ਉਹ ਸਾਰਾ ਕੁਝ ਉਹਨਾਂ ਨੇ ਕੀਤਾ। ਤੇ ਫਿਰ ਸਾਡੇ ਇੱਕ ਸੱਜਣ ਹੁੰਦੇ ਸੀ, ਹੁਣ ਉਹ ਬਹੁਤ ਬਿਰਧ ਨੇ, 100 ਸਾਲ ਦੇ ਨੇੜੇ ਨੇ ਉਹ, ਸਰ ਸਾਧੂ ਸਿੰਘ, ਉਹਨਾਂ ਨੂੰ ਸਾਧਾ ਕਰਕੇ ਕਹਿੰਦੇ ਸੀ, ਬੜੇ ਸਫਲ ਕਿਸਾਨ ਸੀ। ਤੇ ਉਹਨਾਂ ਨੇ ਮਾਈਕ ਫੜ ਕੇ ਐਵੇਂ ਆਫ ਹੈਂਡ, ਨਾ ਕੋਈ ਉੱਤੇ ਲੀਡਰ ਨਾ ਕੁਛ ਹੋਰ, ਅਨਾਊਂਸ ਕਰਤਾ। ਮੈਨੂੰ ਡੇਟ ਨਹੀਂ ਯਾਦ ਭਈ, ਉਹ ਲੋਕੋ ਵੱਡੇ ਜ਼ਮੀਨਾਂ ਦੇ ਮਾਲਕ ਬਣੀ ਫਿਰਦੇ ਹੋ, ਤੇ ਜਿਹਦੇ ਕੋਲ ਟਰੈਕਟਰ ਹੈ ਨਾ, ਇੰਨੀ ਤਾਰੀਖ ਨੂੰ ਜਿਹੜਾ ਚੰਡੀਗੜ੍ਹ ਲੈ ਕੇ ਟਰਾਲੀ ਭਰ ਕੇ ਨਾ ਆਵੇ, ਉਹ ਜੱਟ ਦਾ ਪੁੱਤ ਨਹੀਂ। ਇੱਥੇ ਚੰਡੀਗੜ੍ਹ 'ਚ ਅਸੀਂ ਉਦੋਂ ਭਲੇ ਵੇਲੇ ਹੁੰਦੇ ਸੀ, ਫਲੈਗ ਪੋਸਟ ਤੱਕ ਚਲੇ ਗਏ ਜਲੂਸ ਲੈ ਕੇ। ਮਟਕਾ ਚੌਂਕ 'ਚ ਧਰਨ ਲੱਗਦੇ? ਨਾ ਮਟਕਾ ਚੌਂਕ ਕਿੱਥੇ, ਇਹ ਤਾਂ ਕੱਲ੍ਹ ਦੀ ਗੱਲ ਹੈ। ਉਦੋਂ ਤਾਂ ਅਸੀਂ ਫਲੈਗ ਪੋਸਟ ਤੇ ਚਲੇ ਗਏ, ਸੈਕਟਰੀਏਟ ਦੇ ਕੋਲ ਸਿੱਧਾ ਹੀ ਅੰਦਰ। ਉੱਥੇ ਕੋਈ ਰੋਕਦਾ ਨਹੀਂ ਸੀ, ਕੋਈ ਰੋਕ ਨਹੀਂ ਸੀ। ਔਰ ਐਡਾ ਵੱਡਾ ਜਲੂਸ ਚੰਡੀਗੜ੍ਹ 'ਚ ਕਦੀ ਪਹਿਲੀ ਵਾਰ ਹੋਇਆ। ਔਰ ਉੱਥੇ ਜਦ ਚਲੇ ਗਏ, ਹੁਣ ਸਾਨੂੰ ਸਰਕਾਰ ਘਬਰਾਈ ਹੋਈ, ਗਿਆਨੀ ਜੈਲ ਸਿੰਘ ਚੀਫ ਮਿਨਿਸਟਰ ਸੀ। ਉਹ ਕਹਿਣ ਵੀ ਮੈਂ ਕਿਵੇਂ ਜਾਵਾਂ ਇਹਨਾਂ 'ਚ, ਪੁੱਛੋ ਕੌਣ ਇਹਨਾਂ ਦਾ ਲੀਡਰ ਕੌਣ ਹੈ। ਸਾਨੂੰ ਕਹਿੰਦੇ ਤੁਹਾਡਾ ਲੀਡਰ ਕੌਣ ਹੈ? ਸੀ ਕੋਈ ਵੀ ਨਹੀਂ। ਉਹ ਕੈਪਟਨ ਰਤਨ ਸਿੰਘ ਐਗਰੀਕਲਚਰ ਮਿਨਿਸਟਰ ਸੀ, ਉਹ ਆ ਕੇ ਕਹਿੰਦਾ ਮੁੰਡਿਓ ਕੋਈ ਮੈਮੋਰੈਂਡਮ ਲਿਖਿਆ ਸੀ ਕਿ ਉਹ ਕੀ ਹੁੰਦਾ। ਉਹਨੇ ਕਾਗਜ਼ ਲਿਆਂਦਾ, ਗੱਲ ਸਭ ਤੋਂ ਸੁਣੀ, ਆਪੇ ਮੈਮੋਰੈਂਡਮ ਲਿਖਾਇਆ। ਫਿਰ ਗਿਆਨੀ ਜੈਲ ਸਿੰਘ ਨੂੰ ਕਹਿਣ ਚਲੇ ਗਿਆ, ਉਹਨੇ ਦੇਰ ਲਾਤੀ ਆਉਣ ਨੂੰ। ਫਿਰ ਸਾਧੂ ਸਿੰਘ ਸਾਧੇ ਨੇ ਫਿਰ ਫੜਿਆ ਮਾਈਕ, ਉਹ ਬੜੀ ਸਖਤ ਭਾਸ਼ਾ ਵਰਤੀ, ਮੈਂ ਉਹ ਨਹੀਂ ਵਰਤਣੀ ਚਾਹੁੰਦਾ। ਉਹਨੇ ਕਿਹਾ ਹੇਠਾਂ ਆ ਜਾ, ਨਹੀਂ ਤੇਰੀ ਆ ਸੈਕਟਰੀਏਟ ਬਣਾ ਕੇ ਅਨਪੜ੍ਹ ਆਦਮੀ ਸੀ, ਸੈਕਟਰੀ ਗੇਟ ਜੀ ਦੀ ਇੱਟ ਨਾਲ ਇੱਟ ਖੜਕਾ ਦਾਂਗੇ। ਗਿਆਨੀ ਜੈਲ ਸਿੰਘ ਕੰਬਦਾ ਜਿਹਾ ਆਇਆ, ਮੈਮੋਰੈਂਡਮ ਫੜਿਆ, ਕਹਿੰਦਾ ਭਰਾਵੋ ਮੇਰੇ ਹੱਥ ਕੁਛ ਨਹੀਂ, ਇਹ ਤੁਹਾਡਾ ਮੈਮੋਰੈਂਡਮ ਪ੍ਰਾਈਮ ਮਿਨਿਸਟਰ ਦੇ ਕੋਲ ਚਲਾ ਜਾਓ, ਇਹ ਮੇਰਾ ਜੁਮਾ ਹੈ। ਚਲੇ ਗਏ। ਉਹ ਤੋਂ ਬਾਅਦ ਉਹਨਾਂ ਦਿਨਾਂ ਵਿੱਚ ਮਾਂਗਟ ਬਲਾਕ ਵਿੱਚ ਯੂਨੀਅਨ ਬਣ ਗਈ। ਉੱਥੇ ਅਜਮੇਰ ਸਿੰਘ ਲਖੋਵਾਲ ਹੋਣੀ ਇਹਨਾਂ ਨੇ ਸ਼ੁਰੂ ਕੀਤਾ ਕੰਮ। ਇੱਕ ਰਿਟਾਇਰਡ ਤਹਿਸੀਲਦਾਰ ਹੁੰਦੇ ਸੀ ਮਹਿੰਦਰ ਸਿੰਘ ਬਠਿੰਡੇ ਤੋਂ, ਇੱਕ ਅੰਮ੍ਰਿਤਸਰ ਤੋਂ ਹੁੰਦੇ ਸੀ ਗੁਮਟਾਲੇ ਤੋਂ। ਇਹ ਫਿਰ ਇਕੱਠੇ ਹੋਏ, ਹੌਲੀ ਇਕੱਠੇ ਹੋ ਕੇ ਅਸੀਂ ਪੰਜਾਬ ਦੀ ਯੂਨੀਅਨ ਬਣਾ ਲਈ 5 ਅਪ੍ਰੈਲ 1972 ਨੂੰ, ਖੇਤੀਬਾੜੀ ਯੂਨੀਅਨ। ਫਿਰ ਕੁਛ ਲੋਕਾਂ ਨੇ ਜਥੇਬੰਦੀਆਂ ਅੱਡ ਬਣਾ ਲਈਆਂ। ਅਸੀਂ ਇੱਥੇ ਚੰਡੀਗੜ੍ਹ 'ਚ ਇਕੱਠੇ ਹੋਏ। ਫਿਰ 13 ਯੂਨੀਅਨਾਂ ਇਕੱਠੀਆਂ ਕਰਕੇ, ਕੁਝ ਲੋਕਾਂ ਨੇ ਕਹਿੰਦੇ ਜੀ ਜ਼ਿਮੀਂਦਾਰਾ ਸ਼ਬਦ ਪਾਓ, 13 ਯੂਨੀਅਨਾਂ ਇਕੱਠੀਆਂ ਕਰਕੇ ਫਿਰ ਅਸੀਂ ਖੇਤੀਬਾੜੀ ਜ਼ਿਮੀਂਦਾਰਾ ਯੂਨੀਅਨ ਬਣਾਈ। ਅੱਛਾ, ਉਹ ਬੰਦੇ ਉਹਨਾਂ ਨੇ ਤਾਂ ਨਾਂ ਹੀ ਪਾਉਣਾ ਸੀ, ਕੰਮ ਕੀਤਾ ਨਾ, ਫਿਰ ਉਹ ਭੱਜ ਗਏ। ਚੱਲਦਾ ਰਿਹਾ ਕੰਮ। ਉਹ ਤੋਂ ਬਾਅਦ ਅਸੀਂ ਇੱਕ ਜ਼ੋਨ ਤੋੜੂ ਮੋਰਚਾ ਲਾਤਾ। ਇਹ ਜਿਹੜਾ ਮੈਂ ਥੋੜੀ ਜਿਹੀ ਗੱਲ ਤੁਹਾਡੇ ਤੋਂ ਪੁੱਛਣੀ ਚਾਹਾਂਗਾ ਕਿ ਅਲੱਗ-ਅਲੱਗ ਜਥੇਬੰਦੀਆਂ ਕਿਉਂ ਬਣਨੀਆਂ ਸ਼ੁਰੂ ਹੋਈਆਂ? ਕਾਰਨ ਕੋਈ ਸੀਗਾ ਇਹਦਾ ਕਿ ਇੱਕੋ ਜਥੇਬੰਦੀ ਦੇ ਝੰਡੇ ਥੱਲੇ ਕਿਉਂ ਨਹੀਂ ਚੱਲੇ? ਉਸ ਵੇਲੇ ਹਮੇਸ਼ਾ ਸਮਾਜ 'ਚ ਹੁੰਦੇ ਨੇ ਲੋਕ, ਕਈ ਵਾਰੀ ਕਿਸੇ ਨੂੰ ਹੁੰਦਾ ਵੀ ਮੇਰੀ ਇਹਦੇ ਨਾਲ ਜ਼ਿਆਦਾ ਚੌਧਰ ਹੋਊ। ਉਹ ਇਦਾਂ ਹੀ ਬਣੀਆਂ ਸੀਗੀਆਂ, ਕੰਮ ਉਹਨਾਂ ਨੇ ਕੀਤਾ ਨਹੀਂ। ਉਸ ਵੇਲੇ ਵੀ ਇਹੀ ਕੰਮ ਸ਼ੁਰੂ ਹੋ ਗਿਆ ਸੀ? ਇਹੀ ਸ਼ੁਰੂ ਹੋ ਗਿਆ ਸੀਗਾ। ਔਰ ਉਹ ਫਿਰ ਇਕੱਠੇ ਹੋ ਗਏ, ਇੱਕ ਬਣ ਗਈ। ਉਹਨਾਂ ਨੇ ਜ਼ਿਮੀਂਦਾਰ ਸ਼ਬਦ ਪਾ ਲਿਆ ਸਾਡੇ ਕੋਲੋਂ, ਖੇਤੀਬਾੜੀ ਜ਼ਿਮੀਂਦਾਰਾ ਯੂਨੀਅਨ ਬਣ ਗਈ। ਹਲ ਤਲਵਾਰ ਉਹਦਾ ਨਿਸ਼ਾਨ ਸੀ, ਸਾਡੇ ਬੈਚ ਦੇ ਵਿੱਚ ਹੁੰਦਾ ਸੀ। ਅਤੇ ਉਹ ਤੋਂ ਬਾਅਦ ਜਦੋਂ ਫਿਰ ਅਸੀਂ ਇੱਕ ਮੋਰਚਾ ਲਾਇਆ, 1 ਮਹੀਨਾ ਅਸੀਂ ਲੁਧਿਆਣੇ ਜ਼ਿਲ੍ਹੇ 'ਚ ਲਾਇਆ, 3 ਦਿਨ ਇੱਕ ਬਲਾਕ 'ਚ ਪ੍ਰਚਾਰ ਕਰਨ ਲਈ। ਉਦੋਂ ਜ਼ੋਨਲ ਰਿਸਟ੍ਰਿਕਸ਼ਨਸ ਹੁੰਦੀਆਂ ਸੀ, ਕੋਈ ਤੁਸੀਂ ਆਪਣੀ ਕਣਕ ਹਿਮਾਚਲ 'ਚ ਨਹੀਂ ਲਿਜਾ ਸਕਦੇ, ਆਪਣੀ ਮਰਜ਼ੀ ਨਾਲ ਤੁਸੀਂ ਕੋਈ ਵੀ ਆਪਣੀ ਪ੍ਰੋਡਿਊਸ ਹਰਿਆਣੇ 'ਚ ਨਹੀਂ ਜੀ ਵੇਚ ਸਕਦੇ। ਉਦੋਂ ਜ਼ੋਨਲ ਰਿਸਟ੍ਰਿਕਸ਼ਨ ਦੇ ਖਿਲਾਫ ਇੱਕ ਮੋਰਚਾ ਲਾਤਾ। ਜਸਟਿਸ ਕੁਲਦੀਪ ਸਿੰਘ ਉਦੋਂ ਬਾਰ ਇਟਲਾ ਕਰਕੇ ਆਏ ਸੀ, ਇਹਨਾਂ ਨੂੰ ਵਕੀਲ ਕਰਕੇ ਹਾਈ ਕੋਰਟ 'ਚ ਇੱਕ ਰਿਟ ਪਾਤੀ। ਔਰ ਉਦੋਂ ਅਸੀਂ 5-5 ਕਿਲੋ ਕਣਕ ਲੈ ਕੇ, ਜਿਹੜੀ ਨਾਲਾਗੜ੍ਹ ਨੂੰ ਰਸਤਾ ਜਾਂਦਾ ਹੈ ਰੋਪੜ ਤੋਂ ਅੱਗੇ, ਉੱਥੋਂ ਅਸੀਂ ਬਾਰਡਰ ਕ੍ਰਾਸ ਕਰਦੇ ਸੀ। ਸਾਡੇ 'ਤੇ ਕਣਕ ਦੀ ਸਮਗਲਿੰਗ ਦਾ ਕੇਸ ਬਣ ਜਾਂਦਾ ਸੀ, ਅਤੇ 40 ਦਿਨ ਸਾਨੂੰ ਕੈਦ ਹੁੰਦੀ ਸੀ, ਅਤੇ 30 ਦਿਨ ਕੈਦ, 10 ਦਿਨ ਜੁਰਮਾਨੇ ਵਜੋਂ ਕੈਦ। ਅਸੀਂ 40 ਦਿਨ ਕੈਦ ਕੱਟ ਕੇ 1400 ਕੁਛ ਕਿਸਾਨ ਉੱਥੇ ਜੇਲ੍ਹ ਯਾਤਰਾ ਕਰਕੇ ਆਏ। ਔਰ 2 ਕਿਸਾਨ ਉਹਦੇ ਪਹਿਲੀ ਵਾਰ ਸੀਗੀ? ਪਹਿਲੀ ਵਾਰੀ 1974 'ਚ ਪਹਿਲੀ ਵਾਰੀ ਇਹ ਹੋਇਆ। ਪਹਿਲਾ ਮੋਰਚਾ ਸੀ ਜ਼ੋਨ ਤੋੜੂ ਮੋਰਚਾ ਯੂਨੀਅਨ ਦਾ। ਔਰ ਉਦੋਂ ਫਿਰ ਹਾਈ ਕੋਰਟ 'ਚੋਂ ਸਾਡੇ ਹੱਕ 'ਚ ਫੈਸਲਾ ਹੋ ਗਿਆ। ਹਾਈ ਕੋਰਟ ਨੇ ਕਿਹਾ ਵੀ ਕਿਸਾਨ ਮਿੱਟੀ 'ਚ ਮਿੱਟੀ ਹੋ ਕੇ ਪੈਦਾ ਕਰਦਾ, ਅਤੇ ਸਰਕਾਰ ਨੂੰ ਕੋਈ ਅਧਿਕਾਰ ਨਹੀਂ ਉਹਦੇ 'ਤੇ ਕੋਈ ਸਟਾਕ ਸੀਲਿੰਗ ਲਾਵੇ ਜਾਂ ਉਹਦੇ 'ਤੇ ਕੋਈ ਪਾਬੰਦੀ ਲਾਵੇ। ਉਹ ਜਿੱਥੇ ਚਾਹੇ, ਜਦੋਂ ਚਾਹੇ, ਜਿੱਥੇ ਚਾਹੇ, ਆਪਣੀ ਮਰਜ਼ੀ ਨਾਲ ਕਿਤੇ ਵੀ ਲਿਜਾ ਕੇ ਦੇਸ਼ ਵਿੱਚ
ਉਹ ਆਪਣੀ ਫਸਲ ਵੇਚ ਸਕਦਾ ਹੈ। ਤੇ ਮੋਰਚਾ ਫਤਿਹ ਹੋ ਗਿਆ ਔਰ ਪਾਰਲੀਮੈਂਟ ਵੀ ਇਹ ਅਨਾਊਂਸ ਹੋ ਗਿਆ। ਜਗਦੇਵ ਸਿੰਘ ਤਲਵੰਡੀ ਉਦੋਂ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਸੀ, MP ਹੁੰਦੇ ਸੀ। ਜਦੋਂ ਇਹਨਾਂ ਨੇ ਉਹ ਮੋਰਚਾ ਫਤਿਹ ਹੋਇਆ ਉਸ ਵੇਲੇ ਪਾਰਲੀਮੈਂਟ 'ਚ ਇਹਨਾਂ ਨੇ ਆ ਕੇ ਵਧਾਈ ਦਿੱਤੀ ਵੀ ਕਿਸਾਨ ਯੂਨੀਅਨ ਵਾਲੇ ਤੁਹਾਨੂੰ ਵਧਾਈ, ਤੁਹਾਡਾ ਮੋਰਚਾ ਫਤਿਹ ਹੋ ਗਿਆ। ਤੋ ਉੱਥੋਂ ਫਿਰ ਗੱਲ ਚੱਲ ਪਈ। ਇੱਕ ਜਿਹੜੀ ਅਹਿਮ ਚੀਜ਼ ਤੁਸੀਂ, ਕਿਉਂਕਿ ਥੋੜਾ ਜਿਹਾ ਇੱਥੇ ਪਿੱਛੇ ਚੱਲੀਏ, ਤੁਸੀਂ ਹਰੀ ਕ੍ਰਾਂਤੀ ਦਾ ਥੋੜਾ ਜਿਹਾ ਜ਼ਿਕਰ ਕੀਤਾ। ਇਹ ਜਿਹੜੀ ਹਰੀ ਕ੍ਰਾਂਤੀ ਪੰਜਾਬ ਦੇ ਵਿੱਚ ਆਈ, ਤੁਹਾਨੂੰ ਲੱਗਦਾ ਕਿ ਇਹਦੇ ਨਾਲ ਖੁਸ਼ਹਾਲੀ ਹੋਈ ਪੰਜਾਬ ਦੀ, ਜਾਂ ਇਹ ਬਦਹਾਲੀ ਦਾ ਕਾਰਨ ਬਣੀ ਤੁਹਾਡੇ ਹਿਸਾਬ ਨਾਲ? ਦੇਖੋ ਜਦੋਂ ਹਰਾ ਇਨਕਲਾਬ ਦੀ ਸ਼ੁਰੂਆਤ ਹੋਈ ਉਦੋਂ ਮੈਨੂੰ ਇਹ ਕਹਾਣੀ ਯਾਦ ਹੈ ਬਈ ਉਸ ਵੇਲੇ ਕਿਤੇ ਇੰਦਰਾ ਗਾਂਧੀ ਅਮਰੀਕਾ ਗਈ। ਉਹ PL 480 ਦੇ ਤਹਿਤ ਸਾਨੂੰ ਅਨਾਜ ਦਿੰਦੇ ਸੀ। ਉਹਦੀਆਂ ਸ਼ਰਤਾਂ ਬਹੁਤ ਸੀ ਤੇ ਖਾਣਯੋਗ ਵੀ ਨਹੀਂ ਸੀ ਉਹ ਚੱਜ ਦੀ। ਹਾਂ, ਔਰ ਡਾਕਟਰ ਸਵਾਮੀਨਾਥਨ ਤੇ ਇੱਕ IARI ਦੇ ਡਾਇਰੈਕਟਰ, ਉਦੋਂ ਦੋਏ ਟੌਪ ਸਾਇੰਟਿਸਟ ਸੀਗੇ। ਇਹਨਾਂ ਨੂੰ ਬੁਲਾ ਕੇ ਇੰਦਰਾ ਗਾਂਧੀ ਨੇ ਬਹੁਤ, ਸਵਾਮੀਨਾਥਨ ਜੀ ਦੱਸਦੇ ਆ ਵੀ ਸਾਨੂੰ ਬੜਾ ਘਬਰਾਈ ਹੋਈ, ਕਹੀ ਜੇ ਮੇਰਾ ਸਿਰ ਕੱਢ ਸਕਦੇ ਹੋ, ਅਮਰੀਕਾ ਹੇਠੋਂ ਸਿਰ ਕੱਢ ਸਕਦੇ ਹੋ। ਉਹ ਕਹਿੰਦੇ ਅਸੀਂ ਕਿ ਮੈਡਮ ਕੀ ਹੋਇਆ? ਕਹਿੰਦੇ ਸ਼ਰਤਾਂ ਐਸੀਆਂ ਲਾਉਂਦਾ, ਬੇਇੱਜ਼ਤੀ ਹੁੰਦੀ ਹੈ ਦੇਸ਼ ਦੀ, ਜ਼ਲੀਲ ਕਰਦਾ ਹੈ। ਤੁਸੀਂ ਆਪਣੇ ਦੇਸ਼ 'ਚ ਨਹੀਂ ਅਸੀਂ ਫੂਡ ਸਫੀਸ਼ੀਐਂਟ ਹੋ ਸਕਦੇ। ਇਹਨਾਂ ਨੇ ਕਿਹਾ ਸਾਨੂੰ 4 ਦਿਨ ਦਾ ਟਾਈਮ ਦੇ ਦਿਓ। ਇਹਨਾਂ ਨੇ 4 ਦਿਨ ਬਾਅਦ ਬੈਠ ਕੇ ਕੁਝ ਰਿਪੋਰਟ ਜੀ ਤਿਆਰ ਕੀਤੀ। ਇਹਨਾਂ ਨੇ ਜਾ ਕੇ ਕਿਹਾ ਜੀ ਵੀ ਆਹ ਕੁਝ ਚਾਹੀਦਾ, ਅਸੀਂ ਇੱਥੇ ਸੈਲਫ ਸਫੀਸ਼ੀਐਂਟ ਹੋ ਸਕਦੇ ਹਾਂ। ਔਰ ਉਦੋਂ ਉਹ ਕਹਿੰਦੇ ਨੇ ਵੀ ਅਸੀਂ ਜਦੋਂ ਹਰੇ ਇਨਕਲਾਬ ਦੀ ਸ਼ੁਰੂਆਤ ਕੀਤੀ, ਅਸੀਂ ਇਹ ਸੋਚਿਆ ਵੀ ਪੰਜਾਬ ਇੱਕ ਐਸੀ ਧਰਤੀ ਹੈ ਜਿੱਥੇ ਜ਼ਮੀਨ ਵੀ ਫਰਟਾਈਲ ਹੈ, ਪਾਣੀ ਵੀ ਹੈਗਾ, ਕਲਾਈਮੇਟ ਵੀ ਅਨੁਕੂਲ ਹੈ, ਔਰ ਸਭ ਤੋਂ ਬੜੀ ਗੱਲ ਇੱਥੇ ਦਾ ਮਨੁੱਖ ਮਿਹਨਤੀ ਤੇ ਟੈਕਨੋਲੋਜੀ ਓਰੀਐਂਟਡ ਹੈ ਜੀ। ਉਹਨੂੰ ਜੋ ਟੈਕਨੋਲੋਜੀ ਦੇ ਦਿਓ ਉਹ ਵਰਤ ਲਊਗਾ ਤੇ ਮਿਹਨਤ ਵੀ ਪੂਰੀ ਕਰੂ। ਔਰ ਪੰਜਾਬ ਨੂੰ ਸਭ ਤੋਂ ਪਹਿਲਾਂ ਹਰੇ ਇਨਕਲਾਬ ਵਾਸਤੇ ਚੁਣਿਆ ਤੇ ਉਹ ਤੋਂ ਬਾਅਦ ਫਿਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇੱਥੇ ਬਾਅਦ ਦੀ ਗੱਲ ਹੈ, ਬਾਅਦ 'ਚ ਬਣੀ। ਫਿਰ ਨਵੇਂ ਸੀਡ ਆਉਣ, ਮੈਨੂੰ ਯਾਦ ਹੈ ਉਦੋਂ ਜਿਹੜੇ ਸੀਗੇ ਮੈਕਸੀਕਨ ਕਣਕ ਬੀਜਦੇ ਹੁੰਦੇ ਸੀ, PV 18 ਲਾਲ ਰੰਗ ਦਾ ਆਟਾ ਹੁੰਦਾ ਸੀ, ਉਹ ਇੰਪੋਰਟ ਹੁੰਦੀ ਸੀ, ਉਹ ਲੋਕਾਂ ਨੂੰ ਮਿਲਦਾ ਸੀ ਡਿਪੂਆਂ ਤੋਂ ਖਾਣ ਨੂੰ। ਤੋ ਇਹ ਵਜ੍ਹਾ ਬਣੀ ਪੰਜਾਬ ਨੂੰ। ਔਰ ਪੰਜਾਬ ਦੇ ਲੋਕ ਇਹ ਬਿਲਕੁਲ ਦਰੁਸਤ ਹੈ। ਐਡੀ ਤੁਹਾਨੂੰ ਮਿਹਨਤੀ ਦੁਨੀਆ 'ਚ ਇੰਨਾ ਕਿਤੇ ਲੱਭਣਾ ਨਹੀਂ ਜਿੰਨੇ ਪੰਜਾਬੀ ਮਿਹਨਤੀ ਨੇ, ਔਰ ਇੰਨਾ ਟੈਕਨੋਲੋਜੀ ਨੂੰ ਫੜਨ ਵਾਲਾ ਵੀ ਨਹੀਂ ਮਿਲਣਾ ਤੁਹਾਨੂੰ। ਇਹ ਤਾਂ ਰਾਜਵਲ ਸਾਹਿਬ, ਇਹ ਸਫ਼ਰ ਜਦੋਂ ਚੱਲ ਰਿਹਾ ਸੀ, ਮੈਨੂੰ ਲੱਗਦਾ ਸੰਘਰਸ਼ ਦਾ ਦੌਰ ਸ਼ੁਰੂ ਹੋ ਗਿਆ ਸੀ। ਪਹਿਲਾਂ ਧਰਨਾ ਤੁਸੀਂ ਲਾਇਆ, ਜੇਲ੍ਹ ਵੀ ਦੇਖੇ, ਤਾਂ ਉਸ ਤੋਂ ਬਾਅਦ ਪਰਿਵਾਰ ਦੀ ਸਪੋਰਟ ਕਿਸ ਤਰੀਕੇ ਨਾਲ ਸੀ? ਫਾਦਰ ਸਾਹਿਬ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਦੇਖ ਰਹੇ ਸੀ, ਤਾਂ ਤੁਹਾਡਾ ਪਰਿਵਾਰ ਕਿਸ ਤਰੀਕੇ ਨਾਲ ਦੇਖ ਰਿਹਾ ਸੀ ਉਸ ਵੇਲੇ ਚੀਜ਼ ਨੂੰ? ਕਿਉਂਕਿ ਪਹਿਲਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨਾ। ਜਦੋਂ ਸ਼ੁਰੂ ਕੀਤਾ ਉਦੋਂ ਤਾਂ ਮਜ਼ਾਕ ਬਹੁਤ ਹੁੰਦੇ ਸੀ। ਹੁਣ ਅੱਜ ਤਾਂ 4 ਬੰਦੇ ਇਕੱਠੇ ਹੁੰਦੇ ਆ, ਜਦ ਇੱਕ ਯੂਨੀਅਨ ਬਣਾ ਲੈਂਦੇ ਆ। ਉਦੋਂ ਕੋਈ ਯਕੀਨ ਨਹੀਂ ਸੀ ਕਰਦਾ ਵੀ ਕਿਸਾਨਾਂ ਦੀ ਵੀ ਕੋਈ ਯੂਨੀਅਨ ਬਣ ਜੂ। ਔਰ ਮੈਂ ਜਦੋਂ ਘਰ ਜਾਂਦਾ ਸੀ, ਮੈਨੂੰ ਬਾਪੂ ਜੀ ਕਹਿੰਦੇ ਹੁੰਦੇ ਸੀ, ਉਹ ਤੂੰ ਕੀ ਸਿਆਪੇ 'ਚ ਪੈ ਗਿਆ, ਕਿਹੜੇ ਕੰਮ 'ਚ ਪੈ ਗਿਆ ਤੂੰ? ਮੈਨੂੰ ਲੋਕ ਮਜ਼ਾਕ ਕਰਦੇ ਨੇ। ਜਦ ਮੈਂ ਜਾਣਾ ਕਿਤੇ ਸੱਥ 'ਚ ਬਹਿੰਦੇ, ਉਹ ਪੁੱਛਦੇ ਨੇ ਮੁੰਡਾ ਅੱਜ ਕਿੰਨੇ ਪੈਸੇ ਵਧਾਇਆ, ਭਾਅ ਵਧਾਇਆ, ਮੁੰਡਾ ਕੁਛ ਕਰਿਆ? ਕਹਿੰਦੇ ਮੈਨੂੰ ਇੱਦਾਂ ਮਜ਼ਾਕ ਕਰਦੇ ਨੇ। ਮੈਂ ਚੁੱਪ ਕਰਕੇ ਸੁਣ ਲੈਣਾ। ਪਰ ਉਹ ਮੈਨੂੰ ਗੱਲਾਂ ਕਹਿੰਦੇ ਘੂਰਦੇ ਨਹੀਂ ਸੀ ਹੁੰਦੇ। ਉਹ ਕਹਿੰਦੇ ਸੀ ਕੰਮ ਇਹ ਠੀਕ ਹੈ ਕਰ। ਜੇ ਬੰਦਾ ਕੰਮ ਕਰ ਰਿਹਾ ਤਾਂ ਹੀ ਗੱਲਾਂ ਹੋ ਰਹੀਆਂ। ਹਾਂ, ਗੱਲਾਂ ਹੋ ਰਹੀਆਂ। ਉਹ ਕਹਿੰਦੇ ਸੀ ਕੰਮ ਠੀਕ ਕਰ ਰਿਹਾ, ਇਸ ਕਰਕੇ ਇਹਨੂੰ ਮਰਜ਼ੀ ਹੈ ਇਹਦੀ। ਮੈਨੂੰ ਆਪਣਾ ਜਿਹੜਾ ਗਿਲਾ ਸੀ ਉਹ ਜ਼ਾਹਰ ਕਰਦੇ ਸੀ ਵੀ ਲੋਕੀ ਮੈਨੂੰ ਇੱਦਾਂ ਕਹਿੰਦੇ ਆ। ਅਤੇ ਹੌਲੀ ਹੌਲੀ ਜਥੇਬੰਦੀ ਖੜ੍ਹੀ ਹੋ ਗਈ। ਅਤੇ ਮੈਨੂੰ ਯਾਦ ਹੈ ਵੀ ਅਸੀਂ 3 ਸਾਲ ਵਿੱਚ 1971 ਵਿੱਚ ਸ਼ੁਰੂਆਤ ਹੁੰਦੀ ਹੈ ਹਰੇ ਇਨਕਲਾਬ ਦੀ। ਅਸੀਂ 74 ਤੱਕ ਫੂਡ ਸੈਲਫ ਸਫੀਸ਼ੀਐਂਟ ਹੋ ਗਏ ਸੀ। ਅਤੇ ਪੰਜਾਬ ਨੇ ਇੱਡਾ ਮਤਲਬ ਕ੍ਰਿਸ਼ਮਾ ਕੀਤਾ ਦੁਨੀਆ 'ਚ। 3-4 ਸਾਲ, ਮੈਨੂੰ ਲੱਗਦਾ ਕਿ ਉਹ 4-5 ਸਾਲ ਦਾ ਸਮਾਂ ਕਾਫੀ ਕਰੂਸ਼ੀਅਲ ਸੀਗਾ ਉਸ ਵੇਲੇ। ਉਹੀ ਜਿਹੜੇ 5-7 ਸਾਲ ਪਹਿਲੇ ਸੀ, ਉਦੋਂ ਪੰਜਾਬ ਵਿੱਚ ਕੱਚੇ ਕੋਠੇ ਹੁੰਦੇ ਸੀ। ਉਹ ਕੱਚੀਆਂ ਕੰਧਾਂ ਪੱਕੀਆਂ ਹੋ ਗਈਆਂ। ਉਦੋਂ ਨਾ ਤਾਂ ਕੋਈ ਬਹੁਤੀ ਸਿਆਣਪ ਸੀ, ਬੜੇ ਸਵਾਤਾਂ ਪਾ ਲੈਣੀਆਂ, ਵੱਡਾ ਸਾਰਾ ਘਰ ਬਣਾ ਲੈਣਾ, ਉਹਦੇ ਤੇ ਇੱਟ ਬਾਲੇ ਮੋਗਾ ਰੱਖਣਾ, ਕਣਕ ਉੱਪਰ ਹੀ ਸੁਕਾ ਲੈਣੀ, ਇੱਟ ਬਾਲੇ ਦੀ ਛੱਤ ਪਾ ਲੈਣੀ। ਉਹਨੂੰ ਕਹਿੰਦੇ ਸੀ ਫਲਾਣੇ ਨੇ ਬੜਾ ਘਰ ਪਾ ਲਿਆ। ਉਦੋਂ ਕੱਚਿਆਂ ਤੋਂ ਪੱਕੇ ਘਰ ਬਣ ਗਏ। ਔਰ ਜਦੋਂ ਫਿਰ ਸਰਕਾਰ ਦੀ ਨੀਅਤ ਬਦਲੀ, ਸਰਕਾਰਾਂ ਬੜੀ ਛੇਤੀ ਬਦਲਦੀਆਂ ਨੇ। ਮੈਂ ਦੇਖਿਆ ਵੀ ਜਦੋਂ ਉਹਨਾਂ ਦਾ ਘਰ ਪੂਰਾ ਹੋ ਜਾਏ ਉਹ ਸਭ ਭੁੱਲ ਜਾਂਦੇ ਨੇ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ। ਕੋਈ ਉਹਨਾਂ ਨੂੰ ਅਹਿਸਾਨ ਨਹੀਂ ਹੁੰਦਾ। ਉਹਨਾਂ ਨੇ ਫਿਰ ਕਿਸਾਨਾਂ ਨੂੰ ਰਗੜਾ ਲਾਉਣਾ ਸ਼ੁਰੂ ਕਰਤਾ। ਫਿਰ ਐਗਰੀਕਲਚਰ ਪ੍ਰਾਈਸਿਸ ਕਮਿਸ਼ਨ ਬਣਿਆ। ਐਗਰੀਕਲਚਰ ਪ੍ਰਾਈਸਿਸ ਕਮਿਸ਼ਨ ਨੂੰ ਹੀ ਬਾਅਦ 'ਚ ਅੱਜ ਜਿਹੜਾ ਉਹਦਾ ਨਾਮ ਬਦਲ ਕੇ ਕਮਿਸ਼ਨ ਔਨ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ ਬਣਿਆ। ਮੈਂ ਸਮਝਦਾ ਅੱਜ ਵੀ ਜੋ ਮਰਜ਼ੀ ਕਰ ਲਓ,
ਜਿੰਨੀ ਦੇਰ ਤੱਕ CACP ਦਾ ਇਸ ਕਮਿਸ਼ਨ ਦਾ ਅਧਿਕਾਰ ਬਦਲੀ ਨਹੀਂ ਹੁੰਦਾ, ਅਧਿਕਾਰ ਖੇਤਰ ਬਦਲੀ ਨਹੀਂ ਹੁੰਦਾ, ਉਦੋਂ ਤੱਕ ਕਿਸਾਨ ਨੂੰ ਕਦੇ ਵੀ ਲਾਹੇਵੰਦ ਭਾਅ ਨਹੀਂ ਮਿਲਣੇ। ਉਹਦੇ ਇੰਨੀਆਂ ਪਾਬੰਦੀਆਂ ਨੇ, ਹੱਥ ਬੰਨੇ ਨੇ ਕਮਿਸ਼ਨ ਦੇ, ਉਹ ਆਪਣੇ ਆਪ ਕੁਝ ਨਹੀਂ ਕਰ ਸਕਦਾ। ਰਿਕਮੈਂਡੇਟਰੀ ਬੋਡੀ ਹੈ ਔਰ ਉਹਨੇ ਜਿਹੜੀ ਕੀਮਤ ਤੈਅ ਕਰਨੀ ਹੈ ਪ੍ਰਾਈਮ ਮਿਨਿਸਟਰ ਦੀ ਇਕਨੋਮਿਕ ਅਫੇਅਰਸ ਕਮੇਟੀ ਨੇ ਕਰਨੀ ਹੈ, ਪ੍ਰਾਈਮ ਮਿਨਿਸਟਰ ਦੀ ਪ੍ਰਧਾਨਗੀ 'ਚ ਕਰਨੀ ਹੈ, ਤੇ ਉਹਨੇ ਰਿਕਮੈਂਡ ਕਰਨਾ ਹੈ ਕਾਸਟ ਕੈਲਕੂਲੇਸ਼ਨਸ ਕਰਕੇ। ਕਾਸਟ ਕੈਲਕੂਲੇਸ਼ਨਸ ਕਰਨ ਵਾਸਤੇ ਉਹਦੇ 'ਤੇ ਬਹੁਤ ਸਾਰੀਆਂ ਪਾਬੰਦੀਆਂ ਨੇ। ਫੋਰ ਐਗਜ਼ਾਮਪਲ ਉਹਨਾਂ ਨੂੰ ਕਿਹਾ ਹੋਇਆ ਵੀ ਜੇ ਜਿਹੜਾ ਤੁਸੀਂ ਭਾਅ ਰਿਕਮੈਂਡ ਕਰੋਗੇ ਇਹਦੇ ਨਾਲ ਮਹਿੰਗਾਈ ਹੋਏਗੀ, ਇਹ ਠੀਕ ਨਹੀਂ, ਇਸ ਕਰਕੇ ਤੁਸੀਂ ਵੱਡੀ ਪ੍ਰਾਈਸ ਰਿਕਮੈਂਡ ਨਹੀਂ ਕਰਨੀ, ਸਜ਼ਾ ਕਿਸਾਨ ਨੂੰ ਮਿਲ ਜੇਗੀ। ਇੰਡਸਟਰੀਅਲ ਕਾਸਟ ਸਟਰਕਚਰ 'ਤੇ ਮਾੜਾ ਅਸਰ ਨਾ ਹੋਏ। ਹੁਣ ਇੰਡਸਟਰੀ ਦੇ ਨਾਲ ਕਿਸਾਨ ਦਾ ਕੀ ਸੰਬੰਧ? ਇੰਪੋਰਟ ਐਕਸਪੋਰਟ ਪ੍ਰਭਾਵਿਤ ਨਾ ਹੋਵੇ, ਇੰਟਰਨੈਸ਼ਨਲ ਪ੍ਰਾਈਸਿਸ ਦਾ ਧਿਆਨ ਰੱਖਣਾ ਹੈ, ਕਾਸਟ ਆਫ ਲਿਵਿੰਗ ਦਾ ਨਾ ਅਸਰ ਹੋਵੇ। ਤਾਂ ਇਹ ਐਸੀਆਂ ਜਿਹੜੀਆਂ ਜ਼ਿੰਮੇਵਾਰੀਆਂ ਸਾਰੀਆਂ ਸਰਕਾਰਾਂ ਦੀਆਂ ਹੁੰਦੀਆਂ, ਉਹ ਕਮਿਸ਼ਨ ਦੀਆਂ ਜ਼ਿੰਮੇਵਾਰੀਆਂ ਬਣਾਤੀਆਂ। ਨਤੀਜਾ ਇਹ ਹੋਇਆ ਵੀ ਉਹ ਸਾਡੀ ਕਾਸਟ ਕੈਲਕੂਲੇਸ਼ਨਸ 'ਚ ਸਾਡੇ ਨਾਲ ਗੜਬੜ ਕਰਨ ਲੱਗ ਪਿਆ। ਤੋ ਉਹ ਤੋਂ ਬਾਅਦ ਫਿਰ ਕਦੇ ਗੰਨੇ ਦਾ ਮੋਰਚਾ, ਗੰਨੇ ਦੇ ਭਾਅ ਦਾ ਮੋਰਚਾ। ਮੈਨੂੰ ਯਾਦ ਹੈ ਇੱਕ ਵਾਰੀ ਗੰਨੇ ਦਾ ਭਾਅ 11 ਰੁਪਏ 35 ਪੈਸੇ ਹੁੰਦਾ ਸੀ। ਇਹ ਮਾਸਟਰ ਗੁਰਬੰਤਾ ਸਿੰਘ ਹੁੰਦੇ ਸੀ ਉਦੋਂ ਐਗਰੀਕਲਚਰ ਮਿਨਿਸਟਰ। ਤੋ ਅਸੀਂ ਐਜੀਟੇਸ਼ਨ ਕੀਤੀ। ਐਜੀਟੇਸ਼ਨ 'ਚ ਬਹਿਸ ਚੱਲਦੀ, ਇੰਨੀ ਚੜ੍ਹ ਗਈ ਐਜੀਟੇਸ਼ਨ, ਉਹ ਆ ਗਏ 24 ਰੁਪਏ 'ਤੇ ਭਾਅ ਦੇਣ ਨੂੰ। ਐਨ ਉਸ ਵੇਲੇ ਇੱਕ ਸਾਡੀ ਮੀਟਿੰਗ ਚੱਲ ਰਹੀ ਸੀ, ਜਦੋਂ ਸਰ ਬੇਅੰਤ ਸਿੰਘ ਆ ਗਏ ਉੱਥੇ। ਇਹ MLA ਹੁੰਦੇ ਸੀ, ਇਹ ਸਾਨੂੰ ਜਾਣਦੇ ਨਹੀਂ ਸੀ। ਇਹ ਆਉਂਦੇ ਹੀ ਕਹਿੰਦੇ, ਉਹ ਮਾਸਟਰ ਜੀ ਕਹਿੰਦੇ ਉਹ ਸਾਡੇ ਕਾਦੀਆਂ, ਪ੍ਰਤਾਪ ਸਿੰਘ ਕਾਦੀਆਂ ਹੁੰਦੇ ਸੀ ਉਦੋਂ, ਇਹਦੇ ਹਰਮੀਤ ਦੇ ਦਾਦਾ ਜੀ, ਉਹ ਸਾਡੇ ਮੈਂਟਰ ਨੇ। ਉਹਨਾਂ ਨੇ ਸਾਨੂੰ ਬਹੁਤ ਕੁਛ ਸਿਖਾਇਆ। ਬਹੁਤ ਹੀ ਨਫੀਸ ਆਦਮੀ ਸੀ, ਕਮਾਲ ਦਾ ਆਦਮੀ ਸੀ, ਔਰ ਉਹ ਆਪਣੇ ਬੱਚਿਆਂ ਵਾਂਗੂ ਸਾਨੂੰ ਟ੍ਰੇਨਿੰਗ ਦਿੰਦਾ ਸੀ। ਬਹੁਤ ਕੁਛ ਸਿੱਖਿਆ ਉਹਦੇ ਕੋਲੋਂ। ਤੇ ਉਹਦੇ ਇਹ ਬਾਕੀ ਤਾਂ ਉਹਦੇ ਪੈਰ ਵਰਗੇ ਵੀ ਨਹੀਂ ਜਿੰਨਾ ਕੁਛ ਉਹ ਕਰ ਗਿਆ ਕਿਸਾਨੀ ਲਈ। ਤੇ ਉਹਨਾਂ ਨੇ ਉਹ ਕਹਿੰਦੇ, ਉਹ ਕਾਦੀਆਂ ਦੀ ਯੂਨੀਅਨ ਜੀ ਨੇ ਸਾਡੇ ਕੰਡੇ ਭੰਨ ਤੇ ਰਾਤ ਨੂੰ, ਗੰਨਾ ਰੁਕੇ ਨਾ, ਗੰਨਾ ਰੁਕੇ ਨਾ। ਸਾਡੇ ਬੰਦੇ ਕਹਿਣ ਵੀ ਜਿਹੜੇ ਨਵੇਂ ਸ਼ਹਿਰ ਵਾਲੇ ਜਾਣ, ਇਹ ਲਿਖਦੇ ਨੇ ਲੁਧਿਆਣੇ ਵਾਲੇ ਤੁਸੀਂ ਸਾਡੀ ਪਿੱਠ ਸਿਰਾ ਮਾਰਦੇ ਹੋ, ਧੂਰੀ ਵਾਲੇ ਲਿਖੇ ਹੋਣ, ਤੇ ਜਿਹੜਾ ਸੀ ਫਗਵਾੜੇ ਵਾਲੇ ਉਹ ਇਹ ਲਿਖ ਕੇ ਚਲੇ ਜਾਣ। ਤੇ ਅਸੀਂ ਦੁਖੀ ਹੋ ਗਏ ਵੀ ਲੁਧਿਆਣੇ 'ਚੋਂ ਗੰਨਾ ਨਹੀਂ ਰੁਕਦਾ। ਤੇ ਰਾਤ ਨੂੰ ਸਾਨੂੰ ਇੱਕ ਸੱਜਣ ਸਾਡੇ ਸਾਥੀ ਸੀ, ਗੁਰਬਚਨ ਸਿੰਘ ਭਾਮੀਆ, ਉਹ ਕਹਿੰਦੇ ਮੈਂ ਗੰਨਾ ਰੋਕ ਦੇਣਾ। ਅਸੀਂ ਕਿਹਾ ਕਿਵੇਂ? ਕਹਿੰਦੇ ਮੈਨੂੰ ਤੁਸੀਂ ਛੁੱਟੀ ਦੇ ਦਿਓ। ਅਸੀਂ ਕਿ ਤੂੰ ਪੰਗਾ ਖੜਾ ਕਰੇਗਾ ਕੋਈ? ਕਹਿੰਦਾ ਨਹੀਂ, ਕੁਛ ਨਹੀਂ ਕਰਦਾ ਸੀ, ਕੋਈ ਸਿਆਪਾ ਨਾ ਪਾ ਦੀ, ਕਿਸੇ ਨੂੰ ਮਾਰ ਨਾ ਦੀ। ਕਹਿੰਦਾ ਨਹੀਂ। ਉਹਨੇ ਜੀ ਰਾਤ ਨੂੰ ਹਥੌੜਾ ਚੱਕ ਲਿਆ, 2 ਬੰਦੂਕਾਂ ਲੈ ਲਈਆਂ ਕੋਲ, ਲੈ ਕੇ ਕੰਡੇ ਹੁੰਦੇ ਸੀ ਜਿੱਥੇ ਗੰਨਾ ਜਾਂਦਾ ਹੁੰਦਾ ਸੀ, ਕੰਡਿਆਂ 'ਤੇ ਉਦੋਂ ਇੱਥੇ ਮਿੱਲ 'ਚ ਨਹੀਂ ਸੀ ਸਿੱਧਾ ਜਾਂਦਾ ਹੁੰਦਾ, ਉਹ ਜਿੱਥੇ ਜਿੰਨੇ ਕੰਡੇ ਸੀ, ਕੰਡੇ 'ਤੇ ਜਾ ਕੇ ਉਹਨਾਂ ਨੇ ਇੱਕ ਫਾਇਰ ਕਰਨਾ। ਜਿਹੜੇ ਉੱਥੇ ਬੈਠੇ ਹੁੰਦੇ ਸੀ ਕਿਸਾਨ ਵੀ, ਗੰਨਾ ਲੈ ਕੇ ਟਰਾਲੀਆਂ ਰੇਹੜੀਆਂ ਵਾਲੇ, ਉਹਨਾਂ ਨੇ ਤਾਂ ਰਜਾਈ 'ਚ ਮੂੰਹ ਦੇ ਲੈਣਾ, ਤੇ ਕਿਨੇ ਦਬਕਾ ਮਾਰਨਾ, ਜਿਸ ਸਿਰ ਬਾਹਰ ਕੱਢਿਆ ਦੇਖ ਲਿਓ ਓਏ, ਉਹ ਕੰਡੇ ਦੇ ਉੱਤੇ 2 ਘਣ ਮਾਰਨੇ, ਉਹ ਤੋੜ ਦੇਣਾ। ਰਾਤੋਂ ਰਾਤ ਸਾਰੇ ਮਾਲਵੇ ਦੇ ਕੰਡੇ ਤੇ ਦੁਆਬੇ ਦੇ ਕੰਡੇ ਭੰਨ ਤੇ। ਦੂਜੇ ਦਿਨ ਸਰਕਾਰ ਚਾਲੂ ਹੋ ਗਈ ਤਾਂ ਹੋਰੇ ਪਾਸੇ ਨੂੰ ਹੋ ਗਿਆ। ਉਹਨਾਂ ਨੇ ਸਾਨੂੰ ਗੱਲਬਾਤ ਲਈ ਸੱਦ ਲਿਆ। ਇਹ ਉੱਥੇ ਜਾ ਕੇ ਕਹਿੰਦੇ ਨੇ ਉਹ ਕਾਦੀਆਂ ਦੀ ਯੂਨੀਅਨ ਨੇ ਸਾਡੇ ਸਾਰੇ ਕੰਡੇ ਭੰਨ ਤੇ। ਮਾਸਟਰ ਗੁਰਵੰਤਾ ਸਿੰਘ ਬੜਾ ਸ਼ਾਰਪ ਸੀ, ਉਹ ਕਹਿੰਦਾ ਸਰ ਬੇਅੰਤ ਸਿੰਘ ਇਹ ਹੁਣ ਆ ਬੈਠੇ ਨੇ ਮੇਰੇ ਕੋਲ, ਇਹ ਕਹਿੰਦੇ ਗੰਨੇ ਦਾ ਭਾਅ ਵਧਾਓ। ਉਹ ਕਹਿੰਦਾ ਵੀ ਐਵੇਂ ਨਾ ਇਹਨਾਂ ਨੂੰ ਸਿਰ ਚੜਾ ਲਿਓ, ਮੈਂ 11.35 ਹੈ, ਮੈਂ 9 ਰੁਪਏ ਨੂੰ ਜਿੰਨਾ ਕਹੋ ਮੈਂ ਤੁਹਾਨੂੰ ਲੈ ਦੇਣਾ ਗੰਨਾ। ਤੋ ਗੁਰਵੰਤਾ ਸਿੰਘ ਜੀ ਅੜ ਗਏ ਜੀ। ਅਸੀਂ ਘਟਦੇ ਜੀ, ਉਹ ਸਾਡੀ ਵੀ ਬੱਸ ਹੋਈ ਪਈ ਸੀ ਐਜੀਟੇਸ਼ਨ ਲੜਦਿਆਂ ਦੀ। ਸਾਨੂੰ 17:35 'ਤੇ ਫੈਸਲਾ ਕਰਨਾ ਪੈ ਗਿਆ। ਉਦੋਂ ਨਾ ਅਸੀਂ ਇੱਕ ਅਖਬਾਰ ਕੱਢਦੇ ਹੁੰਦੇ ਸੀ, ਵੀਕਲੀ, ਕਿਸਾਨ ਮਸਲੇ। ਮੈਂ ਉਹਦਾ ਐਡੀਟਰ ਸੀ। ਮੈਂ ਕਹਾਣੀ ਉਹਦੇ 'ਚ ਲਿਖਤੀ ਸਾਰੀ ਵੀ ਸਰ ਬੇਅੰਤ ਸਿੰਘ ਨੇ ਆ ਕੇ, ਬੇਅੰਤ ਸਿੰਘ ਦੀ ਬੜੀ ਖੜਕੀ। ਉਹ ਮੇਰੇ ਦੂਰੋਂ ਇੱਕ ਮੇਰੀ ਉੱਥੇ ਉਹਨਾਂ ਦੇ ਪਿੰਡ ਰਿਸ਼ਤੇਦਾਰੀ ਸੀ, ਮੇਰੇ ਫੁੱਫੜ। ਜਾਣੀ ਕਿ ਲਿਖਣ ਦਾ ਸ਼ੌਂਕ ਵੀ ਉਸੇ ਵੇਲੇ ਸ਼ੁਰੂ ਹੋ ਗਿਆ ਸੀ? ਉਦੋਂ ਸ਼ੁਰੂ ਹੋ ਗਿਆ ਸੀ। ਮੇਰੇ ਫੁੱਫੜ ਜੀ ਸੀ, ਇਹਨਾਂ ਦੇ ਪਿੰਡੋਂ ਮੇਰੀ ਭੂਆ ਸੀ, ਤੇ ਉਹਨਾਂ ਦੇ ਦੋਸਤ ਸੀਗੇ। ਇਹ ਆਉਂਦੇ ਜਾਂਦੇ ਸੀ ਘਰ। ਇਹ ਆਏ ਘਰ, ਪਿੰਡ ਵਾਲੇ ਕਹਿੰਦੇ ਨੇ ਬਈ ਅੱਜ ਪਤਾ ਲੱਗੂ ਵੀ ਰਿਸ਼ਤੇਦਾਰੀ ਪਹਿਲਾਂ ਕਿ ਯੂਨੀਅਨ ਪਹਿਲਾਂ। ਉਹ ਮੇਰੇ ਭਰਾ ਨੇ ਗੇਟ ਬੰਦ ਕਰ ਲਿਆ, ਤੇ ਇਹ ਗੇਟ ਖੜਕਾਇਆ। ਉਹ ਅੰਦਰੋਂ ਕਹਿੰਦੇ ਫੁੱਫੜ ਜੀ ਅੱਜ ਨਹੀਂ, ਹੁਣ ਅੱਜ ਤਾਂ ਯੂਨੀਅਨ ਫਸ ਗਈ, ਅੱਜ ਤਾਂ ਤੁਸੀਂ ਮੁੜ ਜਾਓ। ਉਹ ਮੋੜਤਾ। ਮੇਰੀ ਨਹੀਂ ਫਿਰ ਉਹਨਾਂ ਨਾਲ ਬਣੀ ਸਾਰੀ ਉਮਰ। ਜਦੋਂ ਚੀਫ ਮਿਨਿਸਟਰ ਵੀ ਰਹੇ, ਮੈਨੂੰ ਗਾਲਾਂ ਗੂਲੀ ਕੱਢਦੇ ਰਹੇ ਜਦੋਂ ਮੈਂ ਜਾਂਦਾ ਸੀ, ਮੈਨੂੰ ਗਾਲ ਖੜ ਕੇ ਬੁਲਾਉਂਦੇ ਕੁੱਤਿਆ। ਚਲੋ ਬਜ਼ੁਰਗ ਸੀ, ਮੈਂ ਸਤਿਕਾਰ ਸੀਗਾ ਉਹਨਾਂ ਦਾ। ਚਲੋ ਉਹਨਾਂ ਦਾ ਅਧਿਕਾਰ ਵੀ ਸੀ, ਉਹ ਹੁੰਦੇ ਸੀ, ਉਹ ਤਾਂ ਪਿਆਰ ਕਰਦੇ। ਇਸ ਸੰਘਰਸ਼ ਦੇ ਨਾਲ ਨਾਲ ਕਹਿੰਦੇ ਕਿ
ਨਿੱਜੀ ਜ਼ਿੰਦਗੀ ਜਿਹੜੀ ਹੁੰਦੀ ਆ ਉਹਦੀਆਂ ਵੀ ਬੜੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਪੈਂਦੀਆਂ। ਵਿਆਹ ਦਾ ਸਬੱਬ ਕਦੋਂ ਬਣਿਆ ਸੀਗਾ ਜ਼ਿੰਦਗੀ ਦੇ ਵਿੱਚ, ਤੇ ਇਹ ਚੀਜ਼ਾਂ ਆਸਾਨੀ ਨਾਲ ਸੰਭਵ ਹੋ ਗਈਆਂ ਸੀ ਜਾਂ ਫਿਰ ਇਹੀ ਚਰਚਾ ਚੱਲਦੀ ਸੀ ਮੁੰਡਾ ਤਾਂ ਤੁਹਾਡੇ ਧਰਨੇ ਲਾਉਂਦਾ, ਹੋਰ ਤਾਂ ਕੁਝ ਕਰਦਾ ਨਹੀਂ? ਨਹੀਂ, ਇਸ ਤਰ੍ਹਾਂ ਨਹੀਂ। ਮੈਂ ਉਦੋਂ ਨੌਕਰੀ ਕਰਦਾ ਸੀ। ਜੀ। 1964 ਵਿੱਚ ਮੇਰੀ ਸ਼ਾਦੀ ਹੋਈ। ਸਮਰਾਲੇ ਸਰ ਬਲਵੰਤ ਸਿੰਘ ਕੰਗ ਨੇ, ਉਹਨਾਂ ਦੀ ਬੇਟੀ ਮੇਰੀ ਵਾਈਫ ਹੈ, ਉਹਨਾਂ ਨਾਲ ਮੇਰੀ ਸ਼ਾਦੀ ਹੋਈ। ਉਹ ਮੇਰੇ ਤੋਂ 6 ਮਹੀਨੇ ਛੋਟੇ ਨੇ। ਜਿੱਦਾਂ ਰਵਾਇਤੀ ਸੀ ਉੱਦਾਂ ਸ਼ਾਦੀ ਹੋਈ। ਇਹ ਨਹੀਂ ਕੋਈ ਸਪੈਸ਼ਲ, ਉਹਦੇ ਵਿੱਚ ਕੁਛ ਨਹੀਂ ਸੀਗਾ। ਜਿਵੇਂ ਅਗਲੇ ਮੁੰਡਾ ਦੇਖਣ ਆਉਂਦੇ ਨੇ, ਪਸੰਦ ਆਇਆ, ਜ਼ਮੀਨ ਪੁੱਛ ਲਈ, ਫਿਰ ਸਾਰਾ ਉਹਦੇ ਬਾਅਦ ਰਿਸ਼ਤਾ ਤੈਅ ਹੋ ਗਿਆ, ਵਿਆਹ ਹੋ ਗਿਆ। ਇਸ ਸੰਘਰਸ਼ ਦੇ ਵਿੱਚ ਉਹਨਾਂ ਦੀ ਵੀ ਭੂਮਿਕਾ ਬੜੀ ਅਹਿਮ ਰਹਿਣ ਵਾਲੀ ਹੁੰਦੀ ਹੈ, ਕਿਉਂਕਿ ਜੇ ਪਿੱਛੋਂ ਪਰਿਵਾਰ ਸਪੋਰਟ ਕਰਦਾ ਹੋਵੇ ਬੰਦਾ ਸੰਘਰਸ਼ਾਂ ਤੇ ਵੀ ਤਾਂ ਹੀ ਜਾਂਦਾ। ਤੁਸੀਂ ਦੱਸ ਰਹੇ ਸੀਗੇ ਕਿ ਘਰੋਂ ਬਾਹਰ ਹੀ ਜ਼ਿਆਦਾ ਰਹਿੰਦਾ ਬੰਦਾ। ਮੈਂ ਇੱਕ ਗੱਲੋਂ ਮੈਨੂੰ ਇਸ ਗੱਲ ਦਾ ਬਹੁਤ ਤਸੱਲੀ ਹੁੰਦੀ ਹੈ। ਮੈਂ ਧੰਨਵਾਦੀ ਹਾਂ ਆਪਣੀ ਵਾਈਫ ਦਾ, ਵੀ ਮੇਰੇ ਬੱਚਿਆਂ ਨੂੰ ਐਜੂਕੇਸ਼ਨ ਦੇਣ ਵਿੱਚ, ਉਹਨਾਂ ਨੂੰ ਸੰਭਾਲਣ ਵਿੱਚ ਔਰ ਮੇਰੇ ਗੈਰ ਹਾਜ਼ਰੀ ਦਾ ਬਿਲਕੁਲ ਅਸਰ ਨਹੀਂ ਜੇ ਹੋਣ ਦਿੱਤਾ, ਤਾਂ ਕ੍ਰੈਡਿਟ ਗੋਜ਼ ਟੂ ਹਰ। ਇੱਕ ਦੂਸਰੀ, ਜਿੱਦਾਂ ਇਹ ਹੁੰਦਾ ਹੈ ਆਮ ਤੌਰ 'ਤੇ ਜਵਾਨੀ ਦੇ ਵਿੱਚ ਲੇਡੀਜ਼ ਨੂੰ ਨਵੇਂ ਕੱਪੜੇ ਸਵਾਵਾਂ, ਮੈਨੂੰ ਸੁਰਖੀ ਬਿੰਦੀ, ਮੇਰੀ ਵਾਈਫ ਨੇ ਮੈਨੂੰ ਕਦੀ ਨਹੀਂ ਕਿਹਾ। ਜੇ ਕੁਛ ਹੁੰਦਾ ਸੀ ਉਹ ਕਹਿੰਦੇ ਸੀ ਬੱਚਿਆਂ ਨੂੰ ਲੈ ਦਿਓ, ਮੈਨੂੰ ਕੁਛ ਨਹੀਂ ਚਾਹੀਦਾ। ਅਤੇ ਮੈਂ ਆਪਣੇ ਬੱਚੇ ਆਪਣੀ ਪਹੁੰਚ ਤੋਂ ਵੱਧ ਮਿਹਨਤ ਕਰਕੇ ਉਹਨਾਂ ਨੂੰ PPS ਨਾਭੇ ਪੜ੍ਹਾਇਆ, ਉੱਥੇ ਪੜ੍ਹੇ, ਉਹ ਐਜੂਕੇਸ਼ਨ ਅੱਛੀ ਲਈ। ਅਤੇ ਇੱਕ ਬੇਟੇ ਦੀ ਤਾਂ ਡੈਥ ਹੋ ਗਈ ਸੀ 92 'ਚ। ਉਹ ਵੱਡਾ ਬੇਟਾ ਹੈ ਉਹਨੇ ਕਮਰਸ਼ੀਅਲ ਪਾਇਲਟ ਦਾ ਕੋਰਸ ਕੀਤਾ ਹੈ, ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਕੀਤੀ ਹੈ। ਤੁਸੀਂ ਬੇਟੇ ਦਾ ਜ਼ਿਕਰ ਕਰ ਰਹੇ ਸੀ, ਬੇਟੀ ਦੀ ਡੈਥ ਕਿਸ ਤਰੀਕੇ ਨਾਲ? ਇੱਕੋ ਬੇਟੀ ਸੀਗੀ ਤੁਹਾਡੀ? ਨਹੀਂ, ਦੋ ਬੇਟੇ ਸੀ। ਇੱਕ ਦੀ ਛੋਟੇ ਦੀ ਡੈਥ ਹੋ ਗਈ ਸੀ, ਉਹ ਐਕਸੀਡੈਂਟ ਸੀ। ਤੋ ਇਹ ਜਿਹੜਾ ਵੱਡਾ ਹੈ, ਇਹ ਹੈਗਾ ਹਾਲੇ ਵੀ, ਹੀ ਇਜ਼ 58 ਨਾਓ, 58 ਸਾਲ ਦੀ ਉਮਰ ਹੋ ਗਈ ਉਹਦੀ ਵੀ। ਉਹ 27 ਨਵੰਬਰ 65 ਨੂੰ ਉਹਦੀ ਬਰਥ ਹੈ। 27 ਨਵੰਬਰ ਨੂੰ 58 ਸਾਲ ਦਾ ਹੋ ਜਾਏਗਾ ਉਹ ਹੀ ਇਜ਼ ਅ ਗੁੱਡ ਬਿਜ਼ਨਸਮੈਨ। ਬੜਾ ਕੁਛ ਕੀਤਾ, ਜੋ ਕੁਛ ਅੱਜ ਮੇਰੇ ਕੋਲ ਹੈ ਮੈਂ ਸਮਝਦਾ ਸਾਰਾ ਕੁਛ ਉਹਦੀ ਮਿਹਨਤ ਹੈ, ਮੇਰਾ ਉਹਦੇ ਵਿੱਚ ਕੋਈ ਕੰਟਰੀਬਿਊਸ਼ਨ। ਰਾਜੇਵਾਲ ਸਾਹਿਬ, ਜੇ ਅਸੀਂ ਸੰਘਰਸ਼ਾਂ ਦੀ ਗੱਲ ਕਰੀਏ, ਮੈਨੂੰ ਲੱਗਦਾ ਕਿ ਕੋਈ ਗਿਣਤੀ ਨਹੀਂ ਹੈਗੀ। ਵੈਸੇ ਕਦੀ ਅੰਦਾਜ਼ਾ ਲਗਾਇਆ ਕਿ ਕਿੰਨੇ ਕੁ ਧਰਨੇ ਹੁਣ ਤੱਕ ਲਾ ਚੁੱਕੇ ਆ ਜਾਂ ਕਿੰਨੇ ਕੁ ਸੰਘਰਸ਼ ਹੁਣ ਤੱਕ ਤੁਸੀਂ ਕਰ ਚੁੱਕੇ ਹੋ, ਤੇ ਉਹਨਾਂ ਦੇ ਵਿੱਚੋਂ ਸਭ ਤੋਂ ਅਹਿਮ ਆਪਾਂ ਕਹਿੰਦੇ ਨਹੀਂ ਹੁੰਦੇ ਵੀ ਇਸ ਸੰਘਰਸ਼ ਦੀ ਯਾਦ ਬੜੀ ਵੱਡੀ ਪੱਧਰ ਤੇ ਜੁੜ ਗਈ ਨਾਲ, ਤਾਂ ਉਹ ਕਿਹੜੀ ਚੀਜ਼ ਸੀਗੀ ਜਿਹੜੀਆਂ ਇਹਨਾਂ ਸੰਘਰਸ਼ਾਂ ਦੇ ਦੌਰਾਨ ਤੁਹਾਨੂੰ ਯਾਦ ਰਹਿ ਗਈ ਹਾਲੇ ਤੱਕ? ਦੇਖੋ, ਬਹੁਤ ਕੁਛ ਹੈ, ਵੱਡੇ ਸੰਘਰਸ਼ ਲੜੇ। 84 ਦਾ ਜਿਹੜਾ ਇੱਥੇ ਗਵਰਨਰ ਦਾ 7 ਦਿਨ ਘਿਰਾਓ ਕੀਤਾ, ਉਦੋਂ ਮੀਡੀਆ ਸਾਨੂੰ ਤਿੱਕੜੀ ਕਹਿੰਦਾ ਹੁੰਦਾ ਸੀ। ਕਿਸਾਨ ਯੂਨੀਅਨ ਦੀ, ਕਿਸਾਨ ਜਥੇਬੰਦੀ ਦੀ ਤਿੱਕੜੀ। ਮੈਂ, ਅਜਮੇਰ ਸਿੰਘ ਲੱਖੋਵਾਲ ਤੇ ਭੁਪਿੰਦਰ ਸਿੰਘ ਮਾਨ, ਅਸੀਂ 7 ਦਿਨ ਗਵਰਨਰ ਨੂੰ ਇੱਥੋਂ ਘਰੋਂ ਬਾਹਰ ਨਹੀਂ ਸੀ ਨਿਕਲਣ ਦਿੱਤਾ। ਉਹ ਵੀ ਬਿਲਕੁਲ ਉਸੇ ਤਰਜ਼ 'ਤੇ ਸੀਗਾ ਜਿਵੇਂ ਦਿੱਲੀ ਅੰਦੋਲਨ ਦਾ। ਇਹ ਠੀਕ ਹੈ। 7 ਦਿਨ ਬਾਅਦ ਉਦੋਂ ਇੱਕ ਐਜੀਟੇਸ਼ਨ ਸੀ ਬਿਜਲੀ ਦੇ ਮਸਲੇ ਨਾਲ, ਜਿਹੜੀ ਮੈਂ ਜ਼ਿਕਰ ਕੀਤਾ ਕਈ ਵਾਰੀ। ਉਹ 1982 ਵਿੱਚ ਬਿਜਲੀ ਬੋਰਡ ਨੇ ਇੰਨੇ ਸਰਕੂਲਰ ਜਾਰੀ ਕਰਤੇ, ਜਿਹਦੇ ਨਾਲ ਅਸੀਂ ਆਪਣੀ ਮੋਟਰ ਦੇ ਉੱਤੇ ਅੱਗੇ ਟੋਕਾ ਕਰ ਲੈਂਦੇ ਸੀ, ਟੋਕਾ ਮਸ਼ੀਨ ਲਾ ਲੈਂਦੇ ਸੀ, ਅਸੀਂ ਘਲਾੜੀ ਲਾ ਲੈਂਦੇ ਸੀ। ਉਹਨਾਂ ਨੇ ਕਹਿ ਦਿੱਤਾ ਵੀ ਤੁਸੀਂ ਟੋਕਾ ਨਹੀਂ ਲਾ ਸਕਦੇ, ਤੁਸੀਂ ਘਲਾੜੀ ਨਹੀਂ ਲਾ ਸਕਦੇ। ਈਵਨ ਜਿਹੜਾ ਬੋਰ ਆ ਉਹਦਾ ਬੈਂਡ ਇਹੋ ਜਿਹਾ ਹੋਊ, ਪਾਈਪ ਇਹੀ ਜਿਹੀ ਹੋਊ, ਇੱਦਾਂ ਦੇ ਸਰਕੂਲਰ ਜਾਰੀ ਕਰਤੇ, ਜਿਹਦੇ ਨਾਲ ਆਲਮੋਸਟ ਸਾਰੇ ਪੰਜਾਬ ਦੇ ਟਿਊਬਵੈੱਲ ਨਵੇਂ ਸਿਰੇ ਲਾਉਣ ਵਾਲਾ ਕੰਮ ਹੋ ਗਿਆ। ਅਸੀਂ ਹਿਸਾਬ ਲਾਇਆ ਵੀ ਤਾਂ ਹਜ਼ਾਰਾਂ ਕਰੋੜ ਦਾ ਨੁਕਸਾਨ ਹੋ ਗਿਆ। ਅਤੇ ਕੁਛ ਥੋੜ੍ਹੇ ਜਿਹੇ ਬਿੱਲ ਵਧਾਤੇ ਇਹਨਾਂ ਨੇ। ਉਦੋਂ ਇਹਨਾਂ ਨੇ ਬਿੱਲ ਵਧਾ ਕੇ ਜਿਹੜੇ ਸੀਗੇ, ਉਦੋਂ ਮੇਰੇ ਖਿਆਲ 'ਚ 14 ਰੁਪਈਏ ਹਾਰਸ ਪਾਵਰ ਸੀ ਸ਼ਾਇਦ, ਮੈਨੂੰ ਐਗਜ਼ੈਕਟਲੀ ਯਾਦ ਨਹੀਂ। ਉਹ ਇਹਨਾਂ ਨੇ 20 ਰੁਪਏ 22 ਰੁਪਈਏ ਪਰ ਹਾਰਸ ਪਾਵਰ ਕਰਤਾ। ਅਤੇ ਐਜੀਟੇਸ਼ਨ ਇਹਦੇ ਖਿਲਾਫ ਹੋਈ ਉਦੋਂ। ਉਹ ਐਜੀਟੇਸ਼ਨ 'ਚ ਇਹ ਯਾਦ ਹੈ ਵੀ ਸਾਡੇ ਪਿੰਡ ਤੋਂ 5-4 ਟੀਮਾਂ ਹੁੰਦੀਆਂ ਸੀਗੀਆਂ। ਜਦੋਂ ਕਨੈਕਸ਼ਨ ਕੱਟਣ ਆਉਂਦਾ ਸੀ, ਜਾ ਕੇ ਪਿੰਡ, ਕਿਸੇ ਵੀ ਪਿੰਡ 'ਚੋਂ ਸੁਨੇਹਾ ਆ ਜਾਂਦਾ ਸੀ ਜੀ ਸਾਡੇ ਕਨੈਕਸ਼ਨ ਕੱਟ ਗਏ, ਟੀਮ ਸਾਡੇ ਪਿੰਡੋਂ ਜਾਂਦੀ ਸੀ। ਦੂਜੇ ਪਿੰਡੋਂ ਸੁਨੇਹਾ ਆ ਗਿਆ, ਦੂਜੀ ਟੀਮ ਜਾਂਦੀ ਸੀ। ਤੀਜੇ ਪਿੰਡੋਂ ਸੁਨੇਹਾ ਆ ਗਿਆ, ਤੀਜੀ ਟੀਮ ਜਾਂਦੀ ਸੀ। ਟੀਮਾਂ ਹੀ ਬਹੁਤ ਸੀਗੀਆਂ ਜਿਹੜੀਆਂ ਜਾ ਕੇ ਜੋਸ਼ ਸੀਗਾ ਨੌਜਵਾਨਾਂ 'ਚ, ਕਨੈਕਸ਼ਨ ਲਾਉਂਦੇ ਸੀ। ਅਤੇ ਇਹ ਲੱਗਦੇ ਹਰ ਜਗ੍ਹਾ ਇੱਕ ਲੋਕੀ ਕਹਿਣ ਲੱਗ ਪਏ ਸਰਕਾਰ ਨੂੰ, ਕਨੈਕਸ਼ਨ ਕੱਟਣ ਵਾਲਿਆਂ ਨੂੰ, ਵੀ ਪਹਿਲਾਂ ਤੁਸੀਂ ਰਾਜੇਵਾਲ ਦਾ ਕੱਟ ਕੇ ਦਿਖਾਓ। ਅਤੇ ਸਰਕਾਰ ਨੇ ਤੈਅ ਕਰ ਲਿਆ ਵੀ ਚਲੋ ਇਹਦਾ ਹੀ ਕੱਟੋ। ਸੁਮੇਧ ਸੈਣੀ ਉਦੋਂ ਭਰਤੀ ਹੋਇਆ ਹੀ ਸੀਗਾ, ਅੰਡਰ ਟ੍ਰੇਨਿੰਗ ਖੰਨੇ ਦੀ ਪੋਸਟਿੰਗ ਹੋਈ। ਇਹ ਉਸੇ ਸੰਘਰਸ਼ ਦੀ ਗੱਲ ਕਰ ਰਹੇ ਜਦੋਂ ਪੂਰੇ ਪਰਿਵਾਰ ਤੇ ਤਸ਼ੱਦਦ ਹੋਇਆ ਤੁਹਾਡੇ? ਹਾਂ, ਉਹੀ। ਇਹ ਖੰਨੇ ਇਹਨਾਂ ਦੀ ਪੋਸਟਿੰਗ ਹੋਈ ਅੰਡਰ ਟ੍ਰੇਨਿੰਗ।
ਤੇ ਇਹਦੀ ਡਿਊਟੀ ਲਾਤੀ ਪੁਲਿਸ ਦੇ ਕੇ ਸਰਕਾਰ ਨੇ ਵੀ ਤੁਸੀਂ ਇਹਨਾਂ ਦਾ ਕਨੈਕਸ਼ਨ ਕੱਟ ਕੇ ਆਓ। ਇਹ ਕਨੈਕਸ਼ਨ ਕੱਟਣ ਚਲੇ ਗਏ। ਸਾਡੇ ਪਿੰਡ ਦੇ ਨੇੜੇ ਸਾਡੀ ਮੋਟਰ ਹੈ, ਇੱਕ ਪਾਸੇ ਰਸਤੇ 'ਚ ਇੱਕ ਪਾਸੇ ਗੰਦਾ ਨਾਲਾ ਹੈ, ਇੱਕ ਪਾਸੇ ਵਾੜ ਕੱਢੀ ਹੋਈ ਸੀ। ਹੁਣ ਤਾਂ ਵਾੜਾਂ ਨਹੀਂ ਹੁੰਦੇ ਸੀ, ਰਿਵਾਜ ਵਾੜਾਂ ਕੱਢਦੇ ਹੁੰਦੇ ਸੀ। ਤੇ ਇੱਕ ਘਰ 'ਚ ਕੋਈ ਬੰਦਾ ਨਾ, ਪਿੰਡ 'ਚ ਕੋਈ ਬੰਦਾ ਨਾ, ਬੰਦੇ ਲੱਭੇ ਨਾ। ਮੇਰੇ ਭਾਬੀ ਜੀ ਨੇ ਕੀਤਾ ਵੀ ਲੇਡੀਜ਼ ਇਕੱਠੀਆਂ ਕਰ ਲਈਆਂ, ਇਕੱਠੀਆਂ ਕਰਕੇ ਇਹਨੂੰ ਘੇਰ ਲਿਆ, ਰਸਤੇ 'ਚ ਘੇਰਾ ਪਾ ਲਿਆ। ਹਾਂ, ਸਮੇਤ ਸੈਣੀ ਨੂੰ, ਪੁਲਿਸ ਨੂੰ ਘੇਰਾ ਪਾ ਲਿਆ। ਸਾਰੇ ਉੱਥੇ ਸੀ। ਬਹੁਤ ਵੱਡੀ ਗਿਣਤੀ 'ਚ ਔਰਤਾਂ ਪਿੰਡ ਦੀਆਂ ਇਕੱਠੀਆਂ ਹੋ ਗਈਆਂ। ਇਹ ਨਾਅਰੇ ਲਾਈ ਜਾਣ। ਸਮੇਤ ਸੈਣੀ ਕਹੇ ਵੀ ਬੀਬੀ ਹੁਣ ਬਹੁਤ ਨਾਅਰੇ ਲੱਗ ਗਏ, ਮੈਨੂੰ ਜਾਣ ਦਿਓ। ਉਹ ਕਹਿਣ ਵੀ ਨਹੀਂ, ਤੈਨੂੰ ਨਹੀਂ ਜਾਣ ਦੇਣਾ, ਹਰੇ ਤੂੰ ਬਹੁਤ ਬੜਾ ਪਾਪ ਕੀਤਾ ਹੈ। ਅਖੇ ਕੀ ਕਰਾਂ ਹੁਣ, ਦੱਸੋ ਕਿਵੇਂ ਜਾਣ ਦਊਂਗੀ। ਅਖੇ ਜਿਹੜੇ ਹੱਥਾਂ ਨਾਲ ਕਨੈਕਸ਼ਨ ਕੱਟ ਕੇ ਉਹ ਲਾ ਕੇ ਆ, ਉਹਨੇ ਕਨੈਕਸ਼ਨ ਲਵਾ ਕੇ ਆ ਕੇ ਫੇਰ ਨਾਅਰੇ ਮਾਰੀ ਜਾਣ। ਉਹ ਕਹੇ ਵੀ ਹੁਣ ਕੀ ਹੋ ਗਿਆ। ਉਹ ਕਹਿੰਦੀ ਹਾਲੇ ਨਹੀਂ, ਤੈਨੂੰ ਸਜ਼ਾ ਦੇਣੀ ਹੈ। ਉਹ ਦੱਸੋ। ਉਹ ਕਹਿੰਦੇ ਫਿਰ ਨਾਅਰੇ ਲਾ, ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ। ਉਹਨੇ ਨਾਅਰੇ ਲਾ ਕੇ ਉਹਨਾਂ ਨੇ ਛੱਡਤਾ, ਆ ਗਿਆ। ਇਹਨੇ ਰਿਪੋਰਟ ਕੀਤਾ ਉਹ ਸਰਕਾਰ ਨੂੰ। ਉਹ ਤੇ ਇੱਕ ਹਫ਼ਤਾ ਬਾਅਦ ਬਹੁਤ ਵੱਡੀ ਤਾਦਾਦ 'ਚ ਫੋਰਸ ਨੇ ਜਾ ਕੇ ਰਾਜੇਵਾਲ ਤੇ ਅਟੈਕ ਕਰਤਾ ਪਿੰਡ ਤੇ। ਪਿੰਡ ਦੇ ਮੀਡੀਆ ਰਿਪੋਰਟਾਂ ਨੇ ਪਿੰਡ ਦੇ ਹਰ ਮੋੜ ਤੇ ਵਾਕੀ ਟਾਕੀ ਲੈ ਕੇ ਸਿਪਾਹੀ ਖੜਾ ਸੀ। ਹਰ ਘਰ ਵਿੱਚ ਪੁਲਿਸ ਪਾਰਟੀ ਬੜੀ ਹੋਈ ਸੀ। ਐਡੀ ਵੱਡੀ ਗਿਣਤੀ 'ਚ ਪੁਲਿਸ ਆਈ। ਸਾਰੇ ਘਰਾਂ ਦੇ ਸੰਦੂਕ, ਪੇਟੀਆਂ ਫਰੋਲਤੀਆਂ, ਕੱਪੜੇ ਬਾਹਰ ਸਿੱਟ ਤੇ, ਜਿੰਨੇ ਪਿੰਡ ਵਿੱਚ ਅਸਲੇ ਦੇ ਲਾਇਸੈਂਸ ਸੀ ਸਭ ਅਸਲਾ ਚੱਕ ਕੇ ਲੈ ਗਏ। ਤੇ ਅਸੀਂ 34 ਕਿ 35 ਬੰਦੇ ਸੀਗੇ ਜਿਹੜੇ ਅਸੀਂ ਅਰੈਸਟ ਕਰ ਲਏ। ਤੇ ਮੇਰੇ ਭਾਬੀ ਜੀ ਨੂੰ ਵੀ ਅਰੈਸਟ ਕਰ ਲਿਆ। ਸਾਡੇ ਮੇਰੇ ਫਾਦਰ ਨੂੰ ਅਧਰੰਗ ਹੋਇਆ ਸੀਗਾ, ਉਹ ਇਕੱਲੇ ਘਰ 'ਚ ਰਹਿ ਗਏ। ਅਸੀਂ 3 ਭਰਾ ਸੀ, ਸਾਰੇ ਹੀ ਅਸੀਂ ਜੇਲ੍ਹ ਭੇਜਤੇ। ਸਾਡਾ 6 ਮਹੀਨੇ ਘਰ ਵਿੱਚ ਕੋਈ ਨਹੀਂ ਸੀ। ਤੇ ਫਿਰ ਇਹੀ ਸਮੇਤ ਸੈਣੀ ਮੈਨੂੰ ਇਸ ਗੱਲ ਦੀ ਬੜੀ ਆਉਂਦੀ ਹੈ, ਇਹ ਜਾਇਆ ਕਰੇ ਬਾਪੂ ਜੀ ਨੂੰ ਮਿਲਣ, ਕਿਹਾ ਕਰੇ ਬਾਪੂ ਜੀ ਮੇਰੇ ਤੇ ਗਲਤੀ ਹੋ ਗਈ, ਹਾਂ ਤਾਂ ਮੈਂ ਵੀ ਕਿਸਾਨ ਦਾ ਬੇਟਾ। ਤੇ ਮੈਨੂੰ ਉਹ ਕਿਹਾ ਕਰਨ ਤੂੰ ਮੈਨੂੰ ਜੇਲ੍ਹ ਭੇਜ ਦੇ ਤੇ ਮੇਰੀ ਉੱਥੇ ਕੋਈ ਸੇਵਾ ਤਾਂ ਕਰਨਗੇ। ਮੈਂ ਇੱਥੇ ਇਕੱਲਾ ਬੈਠਾ, ਪਿੰਡ ਵਾਲੇ ਮੈਨੂੰ ਸਾਂਭਦੇ ਨੇ। ਪਿੰਡ ਨੇ ਸਾਰਾ ਘਰ ਸਾਂਭਿਆ, ਪਿੰਡ ਨੇ ਡੰਗਰ ਸਾਂਭੇ। ਔਰ ਜਦੋਂ ਕਣਕ ਦੀ ਵਾਢੀ ਆਈ, ਕਮਾਲ ਇਹ ਹੋਈ, ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਇਕੱਠੇ ਹੋ ਗਏ। ਟਰੈਕਟਰ ਔਰ ਥ੍ਰੈਸ਼ਰ ਹੁੰਦੇ ਸੀ ਉਦੋਂ, ਥ੍ਰੈਸ਼ਰਾਂ ਨਾਲ ਇੱਕ ਦਿਨ ਵਿੱਚ ਸਾਰੀ ਕਣਕ ਵੱਢ ਕੇ ਕੱਢ ਕੇ ਤੂੜੀ, ਪਤਾ ਹੀ ਨਹੀਂ ਸੀ ਲੱਗਦਾ ਕੌਣ ਕਿੱਧਰ ਹੈ। ਇੱਕ ਅਜੀਬ ਸੀਨ ਸੀਗਾ। ਤੂੜੀ ਵਾਲੇ ਕੋਠੇ 'ਚ ਪਾਤੀ, ਕਣਕ ਤਵੇਲੇ ਸਿੱਟਤੀ ਤੇ ਸਾਰੇ ਸਾਰੇ ਪਿੰਡ ਵਾਲਿਆਂ ਨੇ ਕੰਮ ਸਾਂਭ ਲਿਆ ਉਸ ਵੇਲੇ। ਪਿੰਡ ਵਾਲਿਆਂ ਨੇ, ਆਲੇ ਦੁਆਲੇ ਦੇ ਪਿੰਡਾਂ ਨੇ, ਔਰ ਸਾਰਿਆਂ ਨੇ ਰਲ ਕੇ ਉਹ ਕੀਤਾ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੁੰਦੀ ਹੈ ਵੀ ਇੱਕ ਧੇਲੇ ਦਾ ਸਾਡਾ ਖਰਚਾ ਨਹੀਂ, ਰੋਟੀ ਪਾਣੀ ਦਾ ਵੀ ਖਰਚਾ ਸਾਡਾ ਨਹੀਂ। ਉਹ ਵੀ ਕਿਉਂਕਿ ਸਾਡਾ ਤਾਂ, ਅਸੀਂ ਤਾਂ ਬਾਹਰ ਹੀ ਨਹੀਂ ਸੀ। ਤੇ 6 ਮਹੀਨੇ ਬਾਅਦ ਅਸੀਂ ਘਰ ਆਏ ਤੇ ਲੋਕਾਂ ਨੇ ਸਾਰਾ ਕੁਝ ਕਰਤਾ। ਇਹ ਘਟਨਾ ਮੈਨੂੰ ਨਹੀਂ ਭੁੱਲਦੀ। ਔਰ ਇੱਕ ਇਹ ਵੀ ਹੈ ਬਈ ਮੇਰੇ ਨਾਲ ਸਾਥੀ ਨੇ ਸਾਰੇ ਸਤਿਕਾਰਯੋਗ ਨੇ। ਇੱਕ ਗੱਲ ਜ਼ਰੂਰ ਹੈਗੀ, ਜਿਹੜਾ ਵੱਡੇ ਤੋਂ ਵੱਡਾ ਜਿਹੜਾ ਲੀਡਰ ਹੈ, ਕਿਸਾਨ ਲੀਡਰ ਪੁਰਾਣਾ, ਉਹਨੂੰ ਇੱਕ ਗੱਲ ਪੁੱਛ ਲਓ ਵੀ ਤੇਰੇ ਨਾਲ ਕੋਈ, ਤੇਰੇ ਪਰਿਵਾਰ 'ਚੋਂ ਕੋਈ ਹੋਰ ਜੀ, ਤੇਰਾ ਕੋਈ ਰਿਸ਼ਤੇਦਾਰ ਕਿਸੇ ਨੇ ਜੇਲ੍ਹ ਕੱਟੀ? ਉਹਨੇ ਜੇਲ੍ਹਾਂ ਕੱਟੀਆਂ ਹੋਣਗੀਆਂ, ਕੁਰਬਾਨੀਆਂ ਦਿੱਤੀਆਂ ਨੇ, ਇਹਦੇ 'ਚ ਕੋਈ ਦੋ ਰਾਏ ਨਹੀਂ। ਪਰਿਵਾਰ ਨੇ ਨਹੀਂ, ਕਿਸੇ ਦਾ ਪਰਿਵਾਰ, ਮੇਰੇ ਬਾਪੂ ਜੀ, ਅਸੀਂ 3 ਭਰਾ, ਮੇਰੇ ਭਾਬੀ ਜੀ, ਮੇਰੇ ਭਾਣਜੇ, ਮੇਰੇ ਬਹਿਨੋਈ, ਉਹਨਾਂ ਦੇ ਫਾਦਰ, ਸਾਰਿਆਂ ਨੇ ਜੇਲ੍ਹਾਂ ਕੱਟੀਆਂ। ਕਿਸੇ ਲੀਡਰ ਦੇ ਇੰਨੇ ਰਿਸ਼ਤੇਦਾਰਾਂ ਨੇ ਕਦੇ ਜੇਲ੍ਹਾਂ ਨਹੀਂ ਕੱਟੀਆਂ। ਪਤਾ ਨਹੀਂ ਕਿੰਨੀ ਵਾਰੀ ਜੇਲ੍ਹਾਂ ਕੱਟੀਆਂ। ਉਦੋਂ ਇੱਕ ਇਹ ਵੀ ਹੁਣ ਮੈਂ ਕਈ ਵਾਰੀ ਦੇਖਦਾ, ਹੁਣ ਤਾਂ ਉੱਠ ਕੇ ਯੂਨੀਅਨ ਬਣਾਉਣ ਲੱਗੇ ਮਿੰਟੇ ਲੱਗਦਾ। ਉਦੋਂ ਅਸੀਂ ਜਦੋਂ ਕੋਈ ਮੋਰਚਾ ਲਾ ਦੇਣਾ, ਜਿਹੜਾ ਸਾਡਾ ਕੇਡਰ ਸੀ ਇੰਨਾ ਕਮਿਟਡ ਸੀ, ਅਸੀਂ ਕਹਿੰਦੇ ਸੀ ਵੀ ਮੋਰਚਾ ਲਾਤਾ, ਜਥਾ ਜਾਣਾ ਹੈ। ਉਹ ਜਦੇ ਕਹਿੰਦੇ ਸੀ ਦੱਸ ਦਿਓ ਜੀ, ਜਦੇ ਕੁੜਤਾ ਪਜਾਮਾ ਚੱਕਿਆ, ਜੇਲ੍ਹ ਨੂੰ ਤੁਰ ਪਏ। ਜਾਣ ਕੇ ਉਹ ਇੱਕ ਹਿਸਾਬ ਨਾਲ ਕਹਿੰਦੇ ਨੇ ਡੇਲੀ ਰੂਟੀਨ ਵਾਲਾ ਹਿਸਾਬ ਬਣ ਜਾਂਦਾ। ਰੂਟੀਨ ਨਾਲ ਮੈਂ ਕਹਿੰਦਾ ਲੋਕੀ ਵੀ ਜਿਹੜਾ ਪਹਿਲਾਂ ਯਕੀਨ ਨਹੀਂ ਸੀ ਹੋ ਰਿਹਾ, ਫਿਰ ਐਸਾ ਯਕੀਨ ਹੋਇਆ। ਜੋਨ ਤੋੜੂ ਮੋਰਚਾ ਜਿੱਤਣ ਤੋਂ ਬਾਅਦ, ਗੰਨੇ ਦਾ ਮੋਰਚਾ ਜਿੱਤਣ ਤੋਂ ਬਾਅਦ, ਗਵਰਨਰ ਦੇ ਘਿਰਾਓ ਤੋਂ ਬਾਅਦ, ਜਦੋਂ ਮੋਰਚਾ ਲਾਉਂਦੇ ਸੀ ਉਦੋਂ ਲੋਕੀ ਜੇਲ੍ਹ ਨੂੰ ਤੋਰਦੇ, ਭੱਜ ਤੁਰਦੇ ਸੀ। ਕੋਈ ਪਿੱਠ ਨਹੀਂ ਸੀ ਦਿਖਾਉਂਦਾ। ਇਹ ਬੜੀ ਗੱਲ ਸੀ। ਇੱਕ ਹੋਰ ਬੜੀ ਇੰਟਰਸਟਿੰਗ ਗੱਲ ਹੈਗੀ ਹੈ, ਜਦੋਂ 84 ਦਾ ਦਰਬਾਰ ਸਾਹਿਬ 'ਤੇ ਅਟੈਕ ਹੋਇਆ, ਸਾਰੇ ਕਰਫਿਊ ਲੱਗਿਆ ਸੀ, ਉਦੋਂ ਅਸੀਂ 3 ਬੰਦੇ ਸੀਗੇ ਜਿਨ੍ਹਾਂ 'ਤੇ NSA ਲੱਗਿਆ। ਮੈਂ, ਅਜਮੇਰ ਸਿੰਘ ਲੱਖੋਵਾਲ, ਇੱਕ ਮੇਰੇ ਪਿੰਡ ਦਾ ਮੁੰਡਾ ਸੀ, ਨਾਜਰ ਸੀ। ਕਿਸਾਨ ਆਗੂਆਂ ਦੇ ਵਿੱਚੋਂ 3 ਬੰਦੇ ਸੀ। ਸਾਡੇ 3 ਤੇ। ਇਹ ਪਤਾ ਨਹੀਂ 15 ਦਿਨਾਂ ਬਾਅਦ ਸਰਕਾਰ ਨੂੰ ਕੀ ਹੋਇਆ, ਸਾਨੂੰ ਜੇਲ੍ਹ 'ਚੋਂ ਉਹੀ ਇਹਨਾਂ ਨੇ ਕਨਵਰਟ ਕਰਤਾ 57 'ਚ। NSA ਲਾ ਕੇ 57 'ਚ ਕਨਵਰਟ ਕਰਤਾ। ਤੇ ਮਹੀਨੇ ਕੁ ਬਾਅਦ ਸਾਨੂੰ ਜੇਲ੍ਹ 'ਚੋਂ ਛੱਡ ਦਿੱਤਾ। ਉਹ ਵੀ
ਇੱਕ ਹੈਗਾ ਐਮਰਜੈਂਸੀ ਦੇ ਦੌਰਾਨ ਬਹੁਤ ਸਾਰੇ ਸਾਡੇ ਉਦੋਂ ਸਾਥੀ ਤਾਂ ਬਹੁਤ ਸਾਰੇ ਲੋਕ ਚੱਕੇ ਗਏ ਸੀਗੇ, ਬਹੁਤਿਆਂ ਤੇ ਬਹੁਤ ਐਨਐਸਏ ਲਾਇਆ ਚੱਕੇ ਗਏ ਗਿਆ। ਸੀ। ਬਹੁਤ ਸਾਡੇ ਜਥੇਬੰਦੀ ਦੇ ਬਹੁਤ ਲੋਕ ਸੀਗੇ ਜਿਹੜੇ ਉਸ ਵੇਲੇ ਜੇਲ੍ਹ, ਸਾਡਾ ਇੱਕ ਮੋਰਚਾ ਚੱਲਦਾ ਸੀ, ਸਾਰੇ ਜੇਲ੍ਹ 'ਚ ਸੀ। ਵੈਸੇ 1984 ਦਾ ਵਾਕਿਆ ਜਦੋਂ ਹੋਇਆ ਉਦੋਂ ਤੁਸੀਂ ਐਗਜ਼ੈਕਟਲੀ ਕਿੱਥੇ ਸੀਗੇ ਉਸ ਵੇਲੇ? ਜਿਸ ਦਿਨ ਹੋਇਆ ਉਦੋਂ ਮੈਂ ਇੱਥੇ ਸੀ, ਮੇਰੇ ਬੱਚੇ ਇੱਥੇ ਪੜ੍ਹਦੇ ਸੀ। ਮੈਂ ਇੱਥੇ ਮਕਾਨ ਲੈ ਲਿਆ ਸੀ ਕਿਰਾਏ ਤੇ, ਆ 35 ਸੈਕਟਰ ਦੇ ਵਿੱਚ 2265 35 ਸੀ। ਤੇ ਕਿਉਂਕਿ ਅਸੀਂ ਸੋਚਿਆ ਵੀ ਮੇਰੇ ਬੱਚੇ, ਭਰਾਵਾਂ ਦੇ ਬੱਚੇ, ਇਹ ਸਾਰੇ ਪੜ੍ਹਦੇ ਸੀ, ਕੁੜੀਆਂ ਸਾਡੇ, ਵੀ ਜੇ ਇਹਨਾਂ ਨੂੰ ਹੋਸਟਲ 'ਚ ਪਾਇਆ ਖਰਚਾ ਵੱਧਦਾ ਹੈ, ਤੇ ਇੱਥੇ ਘਰੋਂ ਤਾਜ਼ੀ ਰੋਟੀ ਖਾ ਕੇ ਜਾਣਗੇ, ਨਾਲੇ ਨਿਗਾਹ ਰਹੂ। ਤੇ ਇੱਥੇ ਮਕਾਨ ਲੈ ਲਿਆ ਸੀ। ਵਾਈਫ ਮੇਰੀ ਉਹਨਾਂ ਨੂੰ ਸਾਂਭਦੀ ਸੀ ਆ ਕੇ ਇੱਥੇ। ਤੇ ਉਦੋਂ ਇੱਥੇ ਸੀ ਜਦੋਂ ਕਰਫਿਊ ਲੱਗਿਆ, ਜਦੋਂ ਇਹ ਹੋਇਆ ਚੰਡੀਗੜ੍ਹ ਦੇ ਵਿੱਚ ਸਾਰਾ ਕੁਝ ਇੱਥੇ ਚੰਡੀਗੜ੍ਹੋਂ। ਔਰ ਉਦੋਂ ਖਬਰਾਂ ਜਦੋਂ ਆਉਂਦੀਆਂ ਸੀ ਅਮਰੀਕ ਸਿੰਘ ਪੁੰਨੀ ਔਰ ਕੁਝ ਹੋਰ ਅਫਸਰਾਂ ਨੇ ਰਿਜ਼ਾਈਨ ਕੀਤਾ ਅੰਡਰ ਪ੍ਰੋਟੈਸਟ, ਉਹ ਸਾਰਾ ਕੁਝ ਇੱਥੇ ਚੰਡੀਗੜ੍ਹ 'ਚ ਦੇਖਿਆ। ਰਾਜੇਵਾਲ ਸਾਹਿਬ, ਇੱਕ ਬੜੀ ਅਹਿਮ ਚੀਜ਼ ਆ ਕਿ ਇੰਨੀ ਰੁਝੇਵਿਆਂ ਭਰੀ ਜ਼ਿੰਦਗੀ ਹੋਵੇ ਪਰ ਨਾਲ ਦੀ ਨਾਲ ਲਿਖਣਾ ਵੀ। ਤੁਹਾਡੀ ਜਦੋਂ ਅਸੀਂ ਗੱਲ ਕਰਦੇ ਹਾਂ, ਬੜੇ ਜਿਹੜੇ ਸੰਜੀਦਾ ਮਸਲੇ ਨੇ ਉਹਨਾਂ ਦੀ ਤੁਹਾਡੀ ਰਿਸਰਚ ਵੀ ਪੂਰੀ ਹੈਗੀ। ਪਾਣੀਆਂ ਦੇ ਮਸਲੇ ਦਾ ਜ਼ਿਕਰ ਕਰ ਲਈਏ, ਕਿਸਾਨਾਂ ਦੇ ਜਿੰਨੇ ਤਮਾਮ ਮਸਲਿਆਂ ਦਾ ਜ਼ਿਕਰ ਕਰ ਲਈਏ ਉਹਨਾਂ ਦਾ, ਤੇ ਨਾਲ ਦੀ ਨਾਲ ਬਿਜਲੀ ਦੇ ਮਸਲਿਆਂ ਦਾ ਜ਼ਿਕਰ ਕਰ ਲਈਏ। ਇਸ ਰਿਸਰਚ ਦਾ ਸਮਾਂ ਕਿਸ ਤਰੀਕੇ ਨਾਲ ਬਣਦਾ ਗਿਆ ਵੀ ਇਹ ਇੰਨੀ ਜ਼ਿਆਦਾ ਪੜ੍ਹਦੇ ਸੀਗੇ, ਨਾਲ ਦੀ ਨਾਲ ਸੰਘਰਸ਼ ਜਦੋਂ ਚੱਲਦਾ ਸੀ, ਜਾਂ ਕਿਸ ਤਰੀਕੇ ਨਾਲ ਸਮਾਂ ਕੱਢਦੇ ਸੀਗੇ ਕਿ ਇਹ ਚੀਜ਼ਾਂ ਬਾਰੇ ਇੰਨਾ ਗਿਆਨ ਹੈਗਾ ਤੁਹਾਨੂੰ? ਜਦੋਂ ਵੀ ਅਸੀਂ ਲੋਕਾਂ 'ਚ ਵਿਚਰਦੇ ਹਾਂ, ਕਹਿੰਦੇ ਕਿ ਰਾਜੇਵਾਲ ਵਾਹਦ ਇੱਕ ਐਸੇ ਦੇ ਇਨਸਾਨ ਹੈਗਾ ਜਿਹਨੂੰ ਬਹੁਤ ਸਾਰੇ ਮਸਲਿਆਂ ਤੇ ਪੂਰੀ ਡੀਪ ਰਿਸਰਚ ਹੈਗੀ। ਤੇ ਇਹੀ ਕਾਰਨ ਬਣਿਆ ਕਿ ਜਦੋਂ ਅਸੀਂ ਦਿੱਲੀ ਦੇ ਵਿੱਚ ਡਾਇਲੋਗ ਤੇ ਬਹਿੰਦੇ ਸੀਗੇ ਤਾਂ ਉਹਦੇ ਤਰਕ ਨਾਲ ਗੱਲ ਕੀਤੀ ਜਾ ਸਕਦੀ ਸੀਗੀ। ਤਾਂ ਇਹ ਰਿਸਰਚ ਦਾ ਸਮਾਂ ਜਾਂ ਪੜ੍ਹਨ ਦਾ ਸਮਾਂ ਕਦੋਂ ਮਿਲਦਾ ਸੀਗਾ? ਨਹੀਂ, ਮੈਂ ਇਹ ਪਤਾ ਨਹੀਂ ਕਿਸ ਤਰ੍ਹਾਂ ਅਕਾਲ ਪੁਰਖ ਨੂੰ ਪਤਾ। ਤੇ ਮੇਰੀ ਇਹ ਆਦਤ ਛੁੱਟੀ ਨਹੀਂ ਪੜ੍ਹਨ ਦੀ। ਮੈਂ ਜੋ ਜ਼ਿਕਰ ਕੀਤਾ ਪਹਿਲਾਂ, ਲਿਖਣ ਦੀ ਆਦਤ ਉਦੋਂ ਪੈ ਗਈ, ਕਿਸਾਨ ਮਸਲੇ ਕੱਢਦੇ ਸੀ। ਜਦੋਂ ਇੱਕ ਕਿਸਾਨ ਮਸਲੇ ਇੱਕ ਅਖਬਾਰ ਉਦੋਂ ਨਿਕਲਦਾ ਸੀ ਪੜ੍ਹਦੇ ਆਪਣਾ ਤੇ ਵੀਕਲੀ। ਉਹ ਤੋਂ ਬਾਅਦ ਮੈਂ ਕੁਛ ਦੇਰ ਜਿਹੜਾ ਹੈਗਾ ਆਪਣੇ ਪੰਜਾਬੀ ਟ੍ਰਿਬਿਊਨ ਦੇ ਇਹਨਾਂ ਦੇ ਪੈਨਲ ਤੇ ਰਿਹਾ। ਇੱਕ ਵੀਕਲੀ ਕਾਲਮ ਚੱਲਦਾ ਸੀ, ਮੈਂ ਉਹਦੇ ਲਈ ਲਿਖਦਾ ਸੀ। ਤੋ ਇਹ ਲਿਖਣ ਵਾਸਤੇ ਮੇਰਾ ਇੱਕ ਸੁਭਾਅ ਬਣ ਗਿਆ ਸੀ, ਮੇਰਾ ਇੱਕ ਮਨ ਸੀ, ਅੱਜ ਵੀ ਮੈਂ ਉਸੇ ਤੇ ਪੱਕਾ, ਵੀ ਕੁਝ ਲਿਖਣ ਵਾਸਤੇ ਲਿਖਣਾ ਨਹੀਂ ਹੈ ਵੀ ਮੈਂ ਜ਼ਰੂਰ ਇਹ ਲਿਖਣਾ, ਮੈਂ ਲਿਖਾਂ ਇਨਫੋਰਮੇਸ਼ਨ ਲੋਕਾਂ ਕੋਲ ਗਲਤ ਜਾਏ। ਮੇਰੀ ਕੋਸ਼ਿਸ਼ ਇਹ ਰਹੀ ਵੀ ਉਹ ਲਿਖੋ ਜਿਹਨੂੰ ਕੋਈ ਫਿਰ ਚੈਲੰਜ ਨਾ ਕਰ ਸਕੇ। ਕੋਈ ਡਾਟਾ ਦਿੱਤਾ, ਕੋਈ ਫਿਗਰਸ ਦਿੱਤੀਆਂ, ਉਹ ਇੰਨੀਆਂ ਔਥੈਂਟੀਕੇਟਡ ਹੋਣ, ਉਹਦੇ 'ਤੇ ਕੋਈ ਕਹਿ ਨਾ ਸਕੇ ਵੀ ਕਿੰਤੂ ਪਰੰਤੂ ਨਾ ਕਰ ਸਕੇ, ਔਰ ਠੀਕ ਇਨਫੋਰਮੇਸ਼ਨ ਲੋਕਾਂ 'ਚ ਜਾਏ। ਉਹਦੇ ਲਈ ਪੜ੍ਹਨਾ ਪੈਂਦਾ। ਮੈਂ ਹੁਣ ਵੀ 10-11 ਵਜੇ ਸੌਣਾ, ਮੈਨੂੰ ਕੋਈ ਰਿਪੋਰਟ ਲੱਭ ਜੇ ਮੈਂ ਪੜ੍ਹਦਾ, ਮੈਨੂੰ ਕਿਤੋਂ ਕੋਈ ਕਿਤਾਬ ਮਿਲ ਜੇ ਪੜ੍ਹਦਾ, ਮੈਨੂੰ ਕਿਤੇ ਕੋਈ ਪਤਾ ਹੋਵੇ PAU ਤੋਂ ਕੁਛ ਮਿਲ ਜੂ ਉੱਥੋਂ ਲੈ ਕੇ ਪੜ੍ਹਦਾ। ਪੰਜਾਬ ਯੂਨੀਵਰਸਿਟੀ 'ਚ ਪਤਾ ਨਹੀਂ ਕਿੰਨੇ ਸੈਮੀਨਾਰਾਂ 'ਚ ਇੱਥੇ ਗਏ ਆ। ਪੰਜਾਬ ਯੂਨੀਵਰਸਿਟੀ ਜਾ ਕੇ ਉਹਨਾਂ ਤੋਂ ਸੋਸ਼ੋਲੋਜੀ ਵਾਲੇ, ਇਕਨੋਮਿਕਸ ਵਾਲੇ, ਪੋਲੀਟੀਕਲ ਸਾਇੰਸ ਵਾਲੇ, ਪੁਰਾਣੇ ਸਾਰੇ ਜਿਹੜੇ ਰਿਟਾਇਰਡ ਪ੍ਰੋਫੈਸਰ ਨੇ, ਕੁਛ ਇਸ ਦੁਨੀਆ 'ਤੇ ਨਹੀਂ ਵੀ ਰਹੇ, ਉਹ ਸਾਰੇ ਉਹਨਾਂ ਕੋਲੋਂ ਇੱਕ ਤਾਂ ਗ੍ਰੈਸਪ ਕਰਨ ਦੀ ਮੇਰੀ ਜਿਹੜੀ ਹੈ ਨਾ, ਗੱਲ ਨੂੰ ਸਮਝ ਕੇ ਦਿਮਾਗ 'ਚ ਬਿਠਾਉਣ ਦੀ ਗੱਲ, ਉਹ ਮੈਨੂੰ ਰਹੀ ਹੈ। ਮੈਨੂੰ ਅੱਜ ਕਈ ਵਾਰੀ ਮੈਂ ਹੱਸਦਾ ਹੁੰਦਾ ਵੀ ਮੈਨੂੰ ਕੋਈ ਘਰ ਦਾ ਕੰਮ ਕਹਿ ਦਿਓ, ਮੈਨੂੰ ਭੁੱਲ ਜਾਂਦਾ। ਤੇ ਮੈਨੂੰ ਕੋਈ ਹੋਰ ਇੱਧਰਲੀ ਉੱਧਰਲੀ ਦੁਨਿਆਵੀ ਗੱਲ ਕਹਿ ਦਿਓ, ਮੈਨੂੰ ਨਹੀਂ ਯਾਦ ਰਹਿੰਦੀ। ਤੇ ਮੈਨੂੰ ਜੇ ਕੋਈ ਕਿਸਾਨੀ ਨਾਲ ਸੰਬੰਧਿਤ ਗੱਲ ਪੁੱਛੋ, ਭੁੱਲਦੀ ਹੀ ਨਹੀਂ। ਜੇ ਯੂਨੀਅਨ ਦਾ ਮਸਲਾ ਹੋਵੇ ਉਹ ਇੱਥੇ ਫਸ ਜਾਂਦਾ, ਦਿਮਾਗ 'ਚੋਂ ਨਿਕਲਦਾ ਹੀ ਨਹੀਂ। ਜਦੋਂ ਮੈਂ ਕਹਾਂ ਇੱਕ ਤਰ੍ਹਾਂ ਸਟੋਰ ਹਾਊਸ, ਉਹਦੇ 'ਚੋਂ ਕੱਢ ਕੇ ਕਹਿ ਦਿੰਦਾ ਇਹ ਰਿਹਾ ਸ਼ੁਰੂ ਤੇ ਮੈਂ ਈਵਨ ਇੱਥੇ ਤੱਕ ਵੀ ਇਹਦਾ ਅਸਰ ਇਹ ਹੋਇਆ ਵੀ ਜਿਹੜੀ ਲਾਲ ਬਹਾਦਰ ਸ਼ਾਸਤਰੀ ਇੰਸਟੀਚਿਊਟ ਆਫ ਐਡਮਿਨਿਸਟ੍ਰੇਸ਼ਨ ਹੈ, ਜਿੱਥੇ IAS ਜਾ ਕੇ ਪਹਿਲੀ ਆਪਣੀ ਟ੍ਰੇਨਿੰਗ ਕਰਦੇ ਨੇ, ਮੈਂ 2 ਸਾਲ 3 ਸਾਲ ਉੱਥੇ ਵੀ ਜਾਂਦਾ ਰਿਹਾ। ਮੈਨੂੰ ਪਤਾ ਲੱਗਾ, ਹਾਂ, ਉੱਥੇ ਵੀ ਤੁਸੀਂ ਟ੍ਰੇਨਿੰਗ ਦਿੰਦੇ ਰਹੇ, ਜਿਹੜੇ ਐਡੇ ਵੱਡੇ ਲੈਵਲ ਦੇ ਅਫਸਰ ਬਣਦੇ ਸੀ। ਉੱਥੇ ਇਹ ਹੁੰਦਾ ਸੀ, ਕੋਈ ਇਸ਼ੂ ਦੇ ਦਿੰਦੇ ਸੀ, ਉਹ 'ਤੇ ਬੋਲਣਾ ਹੁੰਦਾ ਸੀ। ਤੇ ਫਿਰ ਉਹ ਸਾਹਮਣੇ ਸਟੂਡੈਂਟਸ ਬੈਠੇ ਹੁੰਦੇ ਸੀਗੇ ਜਿਹੜੇ, ਉਹ ਫਿਰ ਸਵਾਲ ਕਰਦੇ ਸੀ, ਉਹਨਾਂ ਦੇ ਜਵਾਬ ਦੇਣੇ ਹੁੰਦੇ ਸੀ। ਤੇ ਮੈਂ ਜਾਣਾ, ਉਹਨਾਂ ਨੇ ਕੀ ਕਰਨਾ ਜੀ, ਇੱਕ ਬੈਗ ਦੇ ਦੇਣਾ, 5000 ਰੁਪਈਆ ਦੇ ਦੇਣਾ। ਮੈਂ ਉਹਨਾਂ ਨੂੰ ਕਿਹਾ, ਮੈਂ ਇਸ ਕੰਮ ਵਾਸਤੇ ਨਹੀਂ ਭਾਈ, ਮੈਨੂੰ ਤਾਂ ਹੁਣ ਛੁੱਟੀ ਕਰੋ, ਮੈਂ 3 ਸਾਲ ਹੋ ਗਏ ਏਡੀ ਦੂਰ ਆਉਣਾ, ਹੁਣ ਮੈਂ ਨਹੀਂ ਆਉਣਾ, ਹੁਣ ਕਿਸੇ ਹੋਰ ਨੂੰ ਲੱਭ ਲਓ। ਮੈਂ ਆਪਣੇ ਆਪ ਉੱਥੋਂ ਪਿੱਛਾ ਛਡਾਇਆ ਨਹੀਂ। ਉਹਨਾਂ ਨੇ ਮੈਨੂੰ ਕਦੇ ਦਿੱਲੀ ਸੱਦ ਲੈਣਾ, ਕਦੇ ਉੱਥੇ ਸੱਦ ਲੈਣਾ, ਅਲੱਗ-ਅਲੱਗ ਜਗ੍ਹਾ 'ਤੇ। ਉਹ ਵੀ ਕੀਤਾ ਕਾਫੀ ਦੇਰ। ਇਹ ਵੀ ਇੱਕ ਹੋਰ ਕ੍ਰੈਡਿਟ ਜਾਂਦਾ ਮੈਨੂੰ, ਮੈਂ ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ 'ਚ ਵੀ ਐਡਰੈਸ ਕਰਕੇ ਆਇਆ। ਵਨ ਆਫ ਦਾ ਪ੍ਰਾਈਮ ਯੂਨੀਵਰਸਿਟੀਜ਼ ਇਨ USA, ਉੱਥੇ ਵੀ ਐਡਰੈਸ ਕਰਕੇ ਆਇਆ। ਸਾਡੀਆਂ ਯੂਨੀਵਰਸਿਟੀਆਂ 'ਚ ਤਾਂ ਪਤਾ ਨਹੀਂ ਕਿੰਨੀ ਥਾਂ ਵੱਖ-ਵੱਖ ਥਾਵਾਂ 'ਤੇ ਸੈਮੀਨਾਰ ਹੁੰਦੇ ਰਹੇ। ਹਾਂ, ਉਹਨਾਂ ਦਾ ਵੀ ਆਪਣਾ ਇੱਕ ਵਿਸ਼ਾ ਹੁੰਦਾ ਵੀ ਅਲੱਗ-ਅਲੱਗ ਖੇਤਰ ਦੇ ਲੋਕਾਂ ਨੂੰ ਬੁਲਾ ਕੇ ਉਹਨਾਂ ਕੋਲੋਂ ਉਹਨਾਂ ਦੇ ਵਿਚਾਰ ਸੁਣੋ, ਉਹਨਾਂ 'ਤੇ ਸਵਾਲ ਵੀ ਕਰੋ। ਜੋ ਉਹਨਾਂ ਦੇ ਮਨ 'ਚ ਹੁੰਦਾ ਉਹਦੇ ਨਾਲ ਉਹ ਆਪਣੇ ਆਪ ਨੂੰ ਕਲੀਅਰ ਕਰਨ ਵਾਸਤੇ, ਕਲੈਰਿਟੀ ਵਾਸਤੇ
ਸਵਾਲ ਕਰਦੇ ਨੇ। ਇਹ ਚੱਲਦਾ ਰਿਹਾ ਸਾਰੀ ਉਮਰ। ਰਾਜਪਾਲ ਸਾਹਿਬ, ਹੁਣ ਥੋੜਾ ਜਿਹਾ ਕਰੰਟ ਸੰਘਰਸ਼ ਦੀ ਅਸੀਂ ਜਾਣੀ ਕਿ ਮੌਜੂਦਾ ਸੰਘਰਸ਼ ਦੀ ਗੱਲ ਕਰ ਲਈ, ਜਿਹੜਾ ਪਿਛਲੇ ਦਿਨਾਂ ਦੇ ਵਿੱਚ ਹੋਇਆ, ਦਿੱਲੀ ਦੀਆਂ ਬਰੂਹਾਂ ਤੇ ਲੰਮਾ ਸਮਾਂ ਤੁਸੀਂ ਜਾ ਕੇ ਸੰਘਰਸ਼ ਕੀਤਾ। ਇਹ ਸੰਘਰਸ਼ ਕੀ ਕੁਝ ਸਿਖਾ ਗਿਆ ਸਾਨੂੰ, ਜਾਂ ਇਹਦੇ ਵਿੱਚੋਂ ਜਿਹੜੀਆਂ ਕਹਿੰਦੇ ਕਿ ਇੱਕ ਬੱਲੇ ਤਾਂ ਰਾਜੇਵਾਲ ਦਾ ਨਾਮ ਜਿਹੜਾ ਸੀਗਾ ਬੜੀ ਸਿਖਰਾਂ ਤੇ ਸੀਗਾ, ਪਰ ਇੱਕ ਬੱਲੇ ਇਦਾਂ ਦੇ ਹਾਲਾਤ ਵੀ ਬਣੇ ਕਿ ਬੜਾ ਡਾਊਨਫਾਲ ਦੇਖਣਾ ਪਿਆ। ਇਹ ਪੂਰਾ ਸੰਘਰਸ਼ ਕੀ ਕੁਝ ਸਿਖਾ ਗਿਆ ਤੁਹਾਨੂੰ, ਜਾਂ ਕੀ ਕੁਝ ਦੇਖਿਆ ਤੁਸੀਂ ਇਸ ਦੌਰਾਨ, ਕੀ ਹੰਡਾਇਆ, ਜਾਂ ਕਿਸ ਤਰੀਕੇ ਨਾਲ ਇਸ ਨੂੰ ਆਪਣੇ ਜ਼ਿਹਨ ਦੇ ਵਿੱਚ ਜਜ਼ਬ ਕਰਨ ਦੀ ਕੋਸ਼ਿਸ਼ ਕੀਤੀ ਹੈਗੀ? ਦੇਖੋ 2017 ਦੀ ਗੱਲ ਹੈ, ਅਕਤੂਬਰ 2017 'ਚ ਇੱਕ ਮੀਟਿੰਗ ਸੀਗੀ ਨੀਤੀ ਆਯੋਗ 'ਚ, ਜਿਹਦੇ 'ਚ ਪੰਜਾਬ 'ਚੋਂ ਮੈਂ ਗਿਆ ਸੀ ਇਕੱਲਾ, ਤੇ ਮਹਾਰਾਸ਼ਟਰ ਤੋਂ ਵਿਜੇ ਜਵੰਦੀਆ ਸੀ ਇੱਕ ਸਾਡੇ ਪੁਰਾਣੇ ਸਾਥੀ, ਇੱਕ ਰਾਮਪਾਲ ਜਾਟ ਰਾਜਸਥਾਨ 'ਚੋਂ ਨੇ। ਅਸੀਂ 3 ਕਿਸਾਨਾਂ ਦੇ ਨੁਮਾਇੰਦੇ ਸੀ, ਬਾਕੀ ਉੱਥੇ ਇਕੋਨੋਮਿਸਟ ਸੀਗੇ, ਸਰਕਾਰੀ ਅਫਸਰ ਸੀਗੇ, ਤੇ ਜਿਹੜੇ ਕਾਰਪੋਰੇਟ ਹਾਊਸਿਸ ਦੇ ਕੁਝ ਨੁਮਾਇੰਦੇ ਸੀ, CEO ਸੀ, ਕੋਈ ਮਾਲਕ ਸੀ। ਇਸ਼ੂ ਸੀਗਾ ਵੀ ਖੇਤੀ 'ਚ ਖੜੋਤ ਆ ਗਈ, ਹਾਊ ਟੂ ਰਿਵਾਈਵ। ਇਸ ਇਸ਼ੂ ਤੇ ਚਰਚਾ 'ਚ ਜਦੋਂ ਸ਼ੁਰੂ ਹੋਈ, ਇੱਕ ਸਰਕਾਰੀ ਅਰਥ ਸ਼ਾਸਤਰੀ ਨੇ ਬੋਲਿਆ, ਉਹਨੇ ਕਿਹਾ ਜੀ ਦੇਖੋ ਇਹਦੇ ਖੜੋਤ ਤੋੜਨ ਵਾਸਤੇ ਪੈਸਾ ਚਾਹੀਦਾ, ਪੈਸਾ ਕਿਸਾਨਾਂ ਕੋਲ ਤਾਂ ਹੈ ਨਹੀਂ, ਇਹ ਤਾਂ ਕਰਜ਼ੇ 'ਚ ਫਸੇ ਨੇ, ਖੁਦਕੁਸ਼ੀਆਂ ਕਰਦੇ ਨੇ, ਤੇ ਜੇ ਖੜੋਤ ਤੋੜਨੀ ਹੈ ਤਾਂ ਇਨਵੈਸਟਮੈਂਟ ਕਰਨ ਵਾਸਤੇ ਕਾਰਪੋਰੇਟਸ ਨੂੰ ਰਿਕੁਐਸਟ ਕਰੋ। ਉਹਦੇ ਬਾਅਦ ਗਿਣੀ ਮਿਥੀ ਖੇਡ ਸੀ, ਇੱਕ CEO ਉੱਠਿਆ, ਉਹਨੇ ਕਿਹਾ ਵੀ ਆਰ ਰੈਡੀ ਟੂ ਇਨਵੈਸਟ, ਪਰ ਸਾਡੀ ਸ਼ਰਤ ਹੈ। ਅੱਛਾ। ਸ਼ਰਤ ਸਾਡੀ ਇਹ ਹੈ ਵੀ ਅਸੀਂ ਸਾਨੂੰ 5-5 7-7 ਹਜ਼ਾਰ ਏਕੜ ਦੇ ਜ਼ਮੀਨ ਦੇ ਕਲਸਟਰ ਬਣਾ ਕੇ ਦੇ ਦਿਓ, 50 ਸਾਲ ਵਾਸਤੇ ਲੀਜ਼ ਤੇ ਦੇ ਦਿਓ। ਲੀਜ਼ ਰੇਟ ਜਿਹੜਾ ਉਹ ਸਰਕਾਰ ਤੈਅ ਕਰਦੀ, ਜਾਣੀ ਕਿ 2017 ਦੇ ਵਿੱਚ ਪਲੈਨਿੰਗ ਉਹਨਾਂ ਨੇ ਕਰ ਲਈ ਪਲੈਨਿੰਗ ਉਦੋਂ ਸੀ ਇਹ ਵੀ ਸਾਡੇ ਜਿਹੜਾ ਤੁਸੀਂ ਰੇਟ ਤੈਅ ਕਰੋਗੇ ਅਸੀਂ ਉਹ ਖਜ਼ਾਨੇ ਜਮ੍ਹਾਂ ਕਰਾ ਦਾਂਗੇ ਤੇ ਸਰਕਾਰ ਮਾਲਕ ਨੂੰ ਦੇ ਦਿਆ ਕਰੇ, ਪਰ 50 ਸਾਲ ਖੇਤੀ ਅਸੀਂ ਕਰਾਵਾਂਗੇ, ਜਿਹੜਾ ਮਾਲਕ ਉਹ ਆ ਕੇ ਖੇਤ 'ਚ ਨਾ ਪੈਰ ਪਾਵੇ, ਔਰ ਸਾਨੂੰ ਇਹ ਨਾ ਕਹੇ ਮੈਂ ਜ਼ਮੀਨ ਦਾ ਮਾਲਕ ਹਾਂ। ਜੇ ਉਹਨੇ ਕੰਮ ਕਰਨਾ ਐਜ਼ ਮਜ਼ਦੂਰ ਉੱਥੇ ਕੰਮ ਕਰ ਲਏ। ਮੇਰੀ ਵਾਰੀ ਆਈ, ਕੱਟਤੀ, ਰਾਮਪਾਲ ਜਾਟ ਦੀ ਕੱਟਤੀ, ਵਿਜੇ ਜਵੰਦੀਆ ਦੀ ਕੱਟਤੀ। ਮੈਂ ਮੀਟਿੰਗ ਸੀਗੀ 10 ਤੋਂ 1 ਵਜੇ ਤੱਕ, 12:30 ਵੱਜ ਗਏ, ਮੈਂ ਉੱਠ ਕੇ ਕੁੰਡੀ ਲਾਤੀ। ਮੈਂ ਉੱਚੀ ਆਵਾਜ਼ 'ਚ ਕਿਹਾ ਮਿਸਟਰ ਚੇਅਰਮੈਨ ਮੇਰੇ ਵੱਲ ਧਿਆਨ ਦਿਓ। ਉਹ ਕਹਿੰਦੇ ਬੈਠੋ ਬੈਠੋ ਆਪ ਕੀ ਸੁਣੇਗੇ। ਮੈਂ ਕਿਹਾ ਜੇ ਸੁਣਨੀ ਹੁੰਦੀ ਸਾਡਾ ਨੰਬਰ ਨਾ ਕੱਟ ਦੇ। ਤੇ ਅੱਧਾ ਘੰਟਾ ਰਹਿ ਗਿਆ ਸੀ, 3 ਬੰਦਿਆਂ, ਕੀ ਗੱਲ ਕਰਾਂਗੇ ਅਸੀਂ? ਮੈਂ ਕਿਹਾ ਮੈਂ ਆਹ ਕੁੰਡੀ ਲਾਤੀ ਵੀ ਤੁਹਾਨੂੰ ਮੈਂ ਨਿਕਲ ਨਹੀਂ ਦਿੰਦਾ ਇੱਥੋਂ ਬਾਹਰ, ਮੈਨੂੰ ਕੁੱਟ ਕੇ ਭਾਵੇਂ ਨਿਕਲ ਜਾਓ, ਮੈਂ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਤੁਹਾਡਾ ਰਵੱਈਆ ਕੀ ਹੈ ਕਿਸਾਨੀ ਪ੍ਰਤੀ। ਫਿਰ ਉਹੀ ਮੀਟਿੰਗ 3 ਵਜੇ ਤੱਕ ਚੱਲੀ। ਮੈਂ ਉਹਨਾਂ ਨੂੰ ਇੱਕ ਗੱਲ ਕਹਿ ਕੇ ਆਇਆ ਵੀ ਤੁਸੀਂ ਜਿਹੜੇ ਰਾਹ ਸੋਚ ਰਹੇ ਹੋ ਇਹ ਗਲਤ ਰਸਤਾ ਹੈ, ਤੁਸੀਂ ਇਹਨੂੰ ਫੇਸ ਨਹੀਂ ਕਰ ਸਕਣਾ। ਜੇ ਤੁਸੀਂ ਇਹੋ ਜਿਹੀ ਗਲਤੀ ਕਰ ਲਈ ਤਾਂ ਯਾਦ ਰੱਖਿਓ ਕਿਸਾਨ ਜ਼ਮੀਨ ਨਾਲ ਜੁੜਿਆ ਹੋਇਆ। ਪੰਜਾਬ ਔਰ ਹਰਿਆਣਾ 2 ਸਟੇਟਾਂ ਐਸੀਆਂ ਜਿਹਦੀ ਕਲਚਰ ਇੱਕੋ ਹੈ, ਤੇ ਜੇ ਤੁਸੀਂ ਇੱਥੋਂ ਕਿਸਾਨਾਂ ਦੀ ਜ਼ਮੀਨ ਖੋਹੋਗੇ, ਜਿਹਦੇ ਕੋਲ 2 ਏਕੜ ਆ ਉਹਦੇ ਵੀ ਮੋਢੇ 'ਤੇ ਗੰਡਾਸਾ ਹੋਊ, 20 ਏਕੜ ਵਾਲੇ ਦੇ ਮੋਢੇ 'ਤੇ ਗੰਡਾਸਾ ਹੋਊ। ਇਹ ਬਹੁਤ ਵੱਡੀ ਲਾਅ ਐਂਡ ਆਰਡਰ ਪ੍ਰੋਬਲਮ ਹੋਏਗੀ, ਤੁਸੀਂ ਇਹਨੂੰ ਸੰਭਾਲ ਨਹੀਂ ਸਕੋਗੇ। ਇਹ ਆ ਕੇ ਮੈਂ ਬਾਹਰ ਮੀਡੀਆ ਨੂੰ ਕਹਿਤੀ, ਇਹ ਸਾਰੇ ਹੱਕੇ ਬੱਕੇ ਜੇ ਰਹਿ ਗਏ, ਉਹਦੇ ਗੱਲ ਠੱਪ ਜੀ ਹੋ ਗਈ। ਉਹ ਤੋਂ ਬਾਅਦ ਮੈਨੂੰ ਹੋ ਗਿਆ ਸ਼ੱਕ ਵੀ ਇਹ ਤਾਂ ਕੁਝ ਕਰਨਗੇ। ਜਾਣੀ ਕਿ 2017 ਵਿੱਚ ਸਰਕਾਰ ਵੀ ਦੂਜੀ ਸੀ ਨਾਲੇ ਉਸ ਵੇਲੇ? ਹਾਂ ਕਾਂਗਰਸੀ ਸਰਕਾਰ? ਨਹੀਂ ਕਾਂਗਰਸ ਦੀ ਸਰਕਾਰ ਸੀ, ਪਰ ਉਹ ਤੋਂ ਬਾਅਦ ਫਿਰ ਇਹ ਆ ਗਏ, ਫਿਰ CACP ਦੀਆਂ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਈਆਂ। CACP ਦਾ ਕੰਮ ਹੈਗਾ ਕਾਸਟ ਕੈਲਕੂਲੇਸ਼ਨਸ ਦਾ, ਪਾਲਿਸੀ ਡਰਾਫਟਿੰਗ ਤਾਂ ਉਹਨਾਂ ਦਾ ਕੋਈ ਕੰਮ ਨਹੀਂ ਹੈ। ਉਹ ਆਪਣੀ ਰਿਪੋਰਟ ਦੇ ਵਿੱਚ ਜਿੱਥੇ ਕੈਲਕੂਲੇਸ਼ਨਸ ਕਰਕੇ ਰਿਕਮੈਂਡ ਕਰਦਾ ਸੀ, ਉੱਥੇ ਨਾਲ ਉਹ ਕਹਿਣ ਲੱਗ ਗਿਆ ਵੀ ਸਰਕਾਰ ਨੂੰ ਅਨਾਜ ਦੇ ਵਪਾਰ ਦੇ ਝੰਜਟ 'ਚੋਂ ਨਿਕਲਣਾ ਚਾਹੀਦਾ ਹੈ। ਉਹਨੂੰ ਸਰਕਾਰ ਨੂੰ ਚਾਹੀਦਾ ਹੈ ਵੀ ਪ੍ਰਾਈਵੇਟ ਪਲੇਅਰਸ ਨੂੰ ਇਨਕਰੇਜ ਕਰੇ, ਉਹਨਾਂ ਨੂੰ ਇਸ ਫੀਲਡ 'ਚ ਲੈ ਕੇ ਆਵੇ। ਤੇ ਹੋਰ ਉਹ ਸੁਝਾਅ ਦੇਣ ਲੱਗ ਪਿਆ। ਹਾਂ, ਹੋਰ ਯਕੀਨ ਹੋ ਗਿਆ ਵੀ ਇਹ ਹੁਣ ਕਰਨਗੇ ਕੁਛ। ਇਹ 3 ਸਾਲ ਚੱਲਦਾ ਰਿਹਾ, ਅਲੱਗ-ਅਲੱਗ ਜਗ੍ਹਾ ਤੋਂ ਕੁਛ ਲੈ ਕੇ ਪੜ੍ਹਦੇ ਰਹੇ। ਫਿਰ ਮੈਂ ਇਹਦੇ 'ਤੇ ਕੰਮ ਸ਼ੁਰੂ ਕੀਤਾ, ਲਿਖਣਾ ਸ਼ੁਰੂ ਕੀਤਾ, ਲੋਕਾਂ ਨੂੰ ਐਜੂਕੇਟ ਕਰਨਾ ਸ਼ੁਰੂ ਕੀਤਾ। ਇੱਥੇ ਫਿਰ ਮੈਂ ਇਹ 17 ਫਰਵਰੀ 2020 ਨੂੰ ਇੱਥੇ ਕਿਸਾਨ ਭਵਨ 'ਚ ਇੱਕ ਪੋਲੀਟੀਕਲ ਪਾਰਟੀਆਂ ਦੀ ਮੀਟਿੰਗ ਸੱਦ ਲਈ। ਬਿਲਕੁਲ, ਸਰਵ ਪਾਰਟੀ ਸਿਆਸੀ ਮੀਟਿੰਗ ਸੱਦੀ ਗਈ। ਉਹਨਾਂ ਨੂੰ ਉਹ ਰਿਪੋਰਟਾਂ ਸਾਰੇ ਉਹ ਡਾਕੂਮੈਂਟ ਦਿੱਤੇ ਵੀ ਇਹਨਾਂ ਨੂੰ ਪੜ੍ਹਿਓ ਫਿਰ ਬੋਲਿਓ। 500-400 ਕਿਸਾਨ ਆ ਗਏ, ਉਹ ਬਾਹਰ ਬੈਠਾ ਸੀ, ਬਾਹਰ ਸਕਰੀਨ ਲੱਗਿਆ ਸੀ ਵੀ ਉਹਨਾਂ ਨੂੰ ਕਿਹਾ ਤੁਸੀਂ ਇੱਥੇ ਸੁਣੋ ਕੋਈ ਕੀ ਬੋਲਦਾ। ਉਹਨਾਂ ਨੂੰ ਸਵਾਲ ਦੇ ਕੇ ਕਿਹਾ ਵੀ ਦੱਸੋ ਤੁਹਾਡੀ ਪਾਰਟੀ ਦਾ ਇਹਦੇ 'ਤੇ ਕੀ ਸਟੈਂਡ ਹੈਗਾ। ਬਿਲਕੁਲ, ਅਸੀਂ ਇੱਥੇ ਸੀ ਉਦੋਂ। ਹਾਂ, ਹਰੇਕ ਨੇ ਆਪੋ ਆਪਣੀ ਗੱਲ ਕਹੀ। ਅਖੀਰ 'ਚ ਮੈਂ ਬੁਲਾਇਆ ਸੁਨੀਲ ਜਾਖੜ ਨੂੰ, ਕਿਉਂਕਿ ਉਹਨਾਂ ਦੀ ਸਰਕਾਰ ਸੀ। ਜੀ, ਪੰਜਾਬ ਦੀ ਸਰਕਾਰ। ਹਾਂ, ਪੰਜਾਬ 'ਚ ਉਹਨਾਂ ਦੀ ਸਰਕਾਰ ਸੀ। ਉਹਨਾਂ ਨੇ ਕਿਹਾ ਵੀ ਦੇਖੋ ਮੈਨੂੰ ਤੁਹਾਨੂੰ ਪਤਾ ਇੱਥੇ ਆਦਤ ਹੈ, ਮੈਂ ਇੱਥੇ ਕਿਸਾਨ ਭਵਨ 'ਚ ਵੱਡੇ ਹਾਲ 'ਚ
ਸੈਮੀਨਾਰ ਜਾਂ ਕਿਤੇ ਕਿਸਾਨ ਪਾਰਲੀਮੈਂਟ ਇੱਦਾਂ ਕਰਦਾ ਰਹਿਣਾ, ਉਹਨਾਂ ਦੇ ਸਾਹਮਣੇ ਖੜਾ ਕੇ ਸਵਾਲ ਜਵਾਬ ਕਰਦੇ ਰਹਿੰਦੇ, ਲੋਕਾਂ ਨੂੰ ਨਾਲੇ ਸਿੱਖਣ ਨੂੰ ਮਿਲਦਾ, ਨਾਲੇ ਕਲੈਰਿਟੀ ਹੁੰਦੀ ਹੈ। ਉਹ ਕਹਿੰਦਾ ਵੀ ਇਹ ਬੰਦਾ ਆਪਾਂ ਨੂੰ ਹਰ 6 ਮਹੀਨੇ ਬਾਅਦ ਸੱਦ ਲੈਂਦਾ, ਆਪਾਂ ਕੋਈ ਨਾ ਕੋਈ ਉਲਟਾ ਸਿੱਧਾ ਜਵਾਬ ਦੇ ਕੇ ਉਹਦੇ 'ਚੋਂ ਨਿਕਲ ਕੇ ਤੁਰ ਜਾਂਦੇ ਹਾਂ। ਪਰ ਅੱਜ ਜੋ ਇਹਨੇ ਕਿਹਾ ਇਹ ਬਹੁਤ ਗੰਭੀਰ ਮੁੱਦਾ ਹੈ, ਸਾਡੀ ਸਰਕਾਰ ਹੈ। ਮੈਂ ਸਮਝਦਾ ਵੀ ਜੇ ਸਾਰੇ ਇਕੱਠੇ ਹੋ ਕੇ ਨਾ ਲੜੇ ਤਾਂ ਪੰਜਾਬ ਨੇ ਨਹੀਂ ਬਚਣਾ। ਉਹ ਤੋਂ ਬਾਅਦ ਭੁੰਦੜ ਸਾਹਿਬ ਸੀ, ਉਹ ਕਹਿਣ ਮੈਨੂੰ ਪਿੰਡੀ ਲਾਓ, ਕੋਈ ਕੁਛ ਕਹੇ ਕੋਈ ਕੁਛ ਕਹੇ, ਉਹ ਖਤਮ ਹੋ ਗਈ। ਮੈਂ ਇੱਕ ਹਫ਼ਤਾ ਬਾਅਦ ਇੱਥੇ ਇੱਕ ਰੈਲੀ ਰੱਖਤੀ 26 ਸੈਕਟਰ 'ਚ। ਆਮ ਤੌਰ 'ਤੇ ਅਸੀਂ 26 ਸੈਕਟਰ 'ਚ ਕੋਈ ਰੈਲੀ ਕਦੇ ਕੀਤੀ ਨਹੀਂ। ਉਹ ਜਿਹੜਾ ਨਾ 26 ਨਹੀਂ ਹੈ, 25 ਸੈਕਟਰ 'ਚ ਜਿਹਨੂੰ ਪਰੇਡ ਗਰਾਊਂਡ ਕਹਿੰਦੇ, ਪਰੇਡ ਗਰਾਊਂਡ ਜਿਹਨੂੰ ਕਹਿੰਦੇ ਹਾਂ ਜੀ। ਅਸੀਂ ਇੱਥੇ ਅਫਸਰਾਂ ਨੂੰ ਕਹਿੰਦੇ ਹੁੰਦੇ ਸੀ ਵੀ ਅਸੀਂ ਉੱਥੇ ਤਾਂ ਮੜੀਆਂ ਨੇ, ਅਸੀਂ ਜਿਉਂਦੇ ਜੀ ਮੜੀਆਂ 'ਚ ਨਹੀਂ ਜਾਂਦੇ, ਅਸੀਂ ਉੱਥੇ ਕਦੇ ਰੈਲੀ ਨਹੀਂ ਕੀਤੀ। ਹੁਣ ਤਾਂ ਇਹਨਾਂ ਨੇ ਥਾਂ ਹੀ ਪੱਕਾ ਉਹ ਕਰਤਾ ਨਾ, ਪੱਕਾ ਕਰਤਾ ਕਿ ਰੈਲੀ ਉੱਥੇ ਕਰਨੀ ਤਾਂ ਉੱਥੇ ਕਰੋ। ਇਹਨਾਂ ਨੇ ਕਿਹਾ ਵੀ ਤੁਸੀਂ ਹੋਰ ਨਹੀਂ ਕਿਤੇ ਕਰ ਸਕਦੇ, ਉੱਥੇ ਕਰ ਸਕਦੇ ਹੋ। ਮੈਨੂੰ ਮੇਰੀ ਲੋੜ ਸੀ, ਮੈਂ ਮੰਨ ਲਿਆ, ਸ਼ਰਤ ਮੰਨ ਲਈ ਇਹਨਾਂ ਦੀ, ਜੋ ਸ਼ਰਤਾਂ ਕਹੀਆਂ ਮੰਨ ਲਈਆਂ। 24 ਫਰਵਰੀ, ਇੱਕ ਹਫ਼ਤਾ ਬਾਅਦ 24 ਫਰਵਰੀ ਨੂੰ 2020 ਨੂੰ ਉੱਥੇ ਰੈਲੀ ਰੱਖਤੀ। ਇਹਨਾਂ ਨੇ ਮਨਜ਼ੂਰੀ ਦੇ ਕੇ ਉਹਦੇ ਬਾਅਦ ਉਸ ਦਿਨ ਸਵੇਰੇ 10 ਵਜੇ ਇਹਨਾਂ ਨੂੰ ਪਤਾ ਨਹੀਂ ਕੀ ਇਤਲਾਹ ਆ ਗਈ ਸਾਰੇ ਪਾਸਿਓਂ ਵੀ ਕਿਵੇਂ ਬੱਸਾਂ 'ਚ ਲੋਕ ਭਰੇ ਆ ਰਹੇ ਨੇ, ਇਹਨਾਂ ਨੇ ਬੈਨ ਲਾਤਾ। ਸਾਨੂੰ ਨਹੀਂ ਪਤਾ, ਅਸੀਂ ਉੱਥੇ ਖੜੇ ਉਡੀਕੀ ਜਾਂਦੇ ਹਾਂ। ਸਾਰੀ ਜਿਹੜੀ ਉਹ ਹੈਗੀ ਹੈ ਰੈਲੀ ਗਰਾਊਂਡ, ਉੱਥੇ ਸ਼ਾਮਿਆਨਾ ਲੱਗਿਆ ਹੋਇਆ, ਹੇਠਾਂ ਗੱਦੇ, ਅਸੀਂ ਇੰਨਾ ਹੂਲਾ ਪੱਕਿਆ, ਪੈਸੇ ਖਰਚੇ ਉਹਦੇ 'ਤੇ, ਉੱਥੇ ਕੋਈ ਆਵੇ ਹੀ ਨਾ, ਥੋੜ੍ਹੇ ਜਿਹੇ ਬੰਦੇ ਖੜੇ ਦੇਖੀ ਜਾਈਏ। ਇੱਕਦਮ ਕੋਈ 12:30 1 ਵਜੇ ਧੱਕਾ ਪਿਆ। ਉਦੋਂ ਬਹੁਤੇ ਮੋਬਾਈਲ ਵੀ ਨਹੀਂ ਸੀ ਹੁੰਦੇ, ਥੋੜ੍ਹੇ ਜਿਹੇ ਸੁਨੇਹੇ ਆਏ ਵੀ ਕੋਈ ਸਰਕਾਰ ਨੇ ਕੁਛ ਕਰਤਾ। ਕੋਈ ਕੁਰਾਲੀ ਖੜੇ ਨੇ, ਕੋਈ ਮੋਹਾਲੀ ਕਿਸੇ ਚੌਂਕ 'ਚ ਖੜੇ ਨੇ, ਕੋਈ ਬਨੂੜ ਖੜੇ ਨੇ, ਕੋਈ ਖਰੜ ਖੜੇ ਨੇ, ਕਾਫਲੇ ਖੜੇ। ਲੋਕੀ 15 ਕਿਲੋਮੀਟਰ ਤੁਰ ਕੇ ਇੱਥੇ ਪਹੁੰਚ ਗਏ। ਜਦੋਂ ਵੱਡੀ ਗਿਣਤੀ 'ਚ ਆਏ, 20,000 ਬੰਦਾ ਜਦੋਂ ਮੈਨੂੰ ਦੱਸਿਆ ਵੀ ਇੱਥੇ ਆ ਗਿਆ, ਮੈਨੂੰ ਯਕੀਨ ਹੋ ਗਿਆ ਵੀ ਹੁਣ ਲੜਾਈ ਦਾ ਮਾਹੌਲ ਤਿਆਰ ਹੋ ਗਿਆ। ਉਹ ਤੋਂ ਬਾਅਦ ਫਿਰ ਮੈਂ ਨਿਕਲਿਆ ਵੀ ਇੱਕ ਲੋਕਾਂ ਦੇ ਵਿੱਚ ਚਰਚਾ ਹੈ ਵੀ ਇੱਥੇ ਯੂਨੀਅਨਾਂ ਬਹੁਤ ਬਣ ਗਈਆਂ, ਇਹ ਵੀ ਕੱਢੀਏ, ਸਾਰਿਆਂ ਦੇ ਕੋਲ ਜਾਈਏ। ਮੈਂ ਸਾਰਿਆਂ ਕੋਲ ਗਿਆ, ਕੋਈ ਜੋ ਸ਼ਰਤ ਕਿਸੇ ਦੀ ਕੁਛ ਨਹੀਂ ਦੇਖਿਆ। ਇਹ ਛੋਟੀ ਯੂਨੀਅਨ ਹੈ, ਵੱਡੀ ਹੈ, ਕਈ ਤਾਂ ਅੱਜ ਵੀ ਮੈਂ ਜਾਣਦਾ ਉਹਨਾਂ ਦੇ ਪੱਲੇ ਕੁਛ ਨਹੀਂ, ਇਕੱਲੇ ਹੀ ਬੰਦੇ ਨੇ। ਤੇ ਕਿਸਾਨਾਂ ਦੇ ਨਾਂ 'ਤੇ ਉਹ ਵੀ ਵਿੱਚ ਆ ਗਏ, ਆ ਜਾ ਭਾਈ ਤੂੰ ਵੀ ਆ ਜਾ, ਤੂੰ ਵੀ ਆ ਜਾ। 32 ਹੋ ਗਏ ਇਕੱਠੇ। 32 ਨੇ ਇਕੱਠੇ ਹੋ ਕੇ ਫਿਰ ਅਸੀਂ ਰੇਲਵੇ ਸਟੇਸ਼ਨਾਂ 'ਤੇ ਬੈਠੇ। ਤੇ ਫਿਰ ਉਹਨਾਂ ਦਿਨਾਂ ਵਿੱਚ ਇਹ ਫਿਰ ਇਸ਼ੂ ਹੋਰ ਪਾਸੇ ਨੂੰ ਚਲਾ ਸੀਗਾ। ਇੱਥੇ ਕੁਛ ਲੋਕ ਆਏ ਜਿਨ੍ਹਾਂ ਨੇ ਮੈਨੂੰ ਉਹ ਸੂਟ ਨਹੀਂ ਸੀ ਕਰਦੇ, ਮੈਨੂੰ ਲੱਗਿਆ ਵੀ ਇਹ ਸ਼ਰਾਰਤ ਵਾਲੇ ਲੋਕ ਨੇ। ਮੈਂ ਉਹਨਾਂ ਨੂੰ ਅਖੀਰ ਤੱਕ ਨਹੀਂ ਸੰਗੀਲਿਆ। ਉਹਨਾਂ ਨੇ ਮੋਰਚੇ ਨੂੰ ਤੋੜਨ ਦੀ ਕੋਸ਼ਿਸ਼ ਵੀ ਕੀਤੀ। ਫਿਰ ਉਹ 26 ਜਨਵਰੀ ਕੀਤਾ ਉਹਨਾਂ ਨੇ, ਸਾਰਾ ਕੁਛ ਜੋ ਕੀਤਾ ਉਹਨਾਂ ਨੇ ਕੀਤਾ। ਦੈਟ ਵਾਜ਼ ਵੈਲ ਪਲੈਨਡ ਬਾਈ ਦ ਗਵਰਨਮੈਂਟ। ਤੋ ਸਾਰਾ ਕੁਝ ਜੋ ਸਰਕਾਰ ਨੇ ਕਿਹਾ ਉਹਨਾਂ ਨੇ ਕੀਤਾ। ਔਰ ਲਾਲ ਕਿਲ੍ਹੇ 'ਤੇ ਕੋਈ ਕਿਸੇ ਦਾ ਪ੍ਰੋਗਰਾਮ ਨਹੀਂ ਸੀ। ਉਹ ਸਾਰਾ ਕੁਛ ਮੈਨੂੰ ਯਾਦ ਹੈ ਜਦੋਂ ਗੱਲਬਾਤ ਸਰਕਾਰ ਨਾਲ ਚੱਲਦੀ ਸੀ, ਜਦੋਂ ਅਸੀਂ ਉੱਥੋਂ ਬਾਅਦ ਉੱਥੇ ਚਲੇ ਗਏ ਅਤੇ ਜਦੋਂ ਗੱਲਬਾਤ ਚੱਲਦੀ ਸੀ ਮੀਟਿੰਗਾਂ 'ਚ, ਉਦੋਂ ਮੈਨੂੰ ਇੱਕ ਮੀਟਿੰਗ 'ਚ 23 ਜਨਵਰੀ ਮੀਟਿੰਗ ਸੀ, ਜਿਹੜੀ ਆਖਰੀ ਮੀਟਿੰਗ ਸੀ। ਮੈਨੂੰ ਖੇਤੀ ਮੰਤਰੀ ਕਹਿੰਦਾ, ਅੱਛਾ ਰਾਜੇਵਾਲ ਜੀ, अगर नहीं बात बनती तो ठीक है, आप अपनी 26 जनवरी मनाओ, हम अपनी 26 जनवरी मनाएंगे। एक तरह की धमकी सी ਜਿਹੜੀ ਅਸੀਂ ਸਮਝ ਨਾ ਸਕੇ। ਔਰ ਜਦੋਂ ਅਸੀਂ ਆਏ 24 ਜਨਵਰੀ ਨੂੰ ਇੱਥੇ ਜਿਹੜੀ ਉਹ ਹੈਗੇ ਕਿਸਾਨ ਸੰਘਰਸ਼ ਕਮੇਟੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤਰਨਤਾਰਨ ਵਾਲੀ, ਉਹਨਾਂ ਦਾ ਬਿਆਨ ਆ ਗਿਆ ਵੀ ਇਸ ਤਾਂ ਲਾਲ ਕਿਲ੍ਹੇ ਜਾਣਾ। ਅਲੱਗ ਉਹਨਾਂ ਨੇ ਅਲੱਗ ਮੋਰਚਾ ਲਾਇਆ। ਉਹ ਸਾਡੇ ਵਿੱਚ ਨਹੀਂ ਸੀਗੇ, ਪਾਰਟ ਨਹੀਂ ਸੀ ਸਾਡਾ, ਉਹ ਸਾਡੇ ਅੱਗੇ ਬੈਠੇ ਸੀਗੇ। ਉਹ ਪਤਾ ਨਹੀਂ ਕਿਹੜੇ ਵੇਲੇ ਲਿਆ ਕੇ ਸਾਡੇ ਅੱਗੇ 20 ਦਿਨ ਬਾਅਦ ਅੱਗੇ ਲਿਆ ਕੇ ਬਿਠਾਤੇ ਸੀ ਸਰਕਾਰ ਨੇ। ਤੇ ਮੈਂ ਉਹਨਾਂ ਨੂੰ ਬੁਲਾ ਕੇ ਅਸੀਂ 4-5 ਬੰਦਿਆਂ ਨੇ ਗੱਲ ਕੀਤੀ ਵੀ ਦੱਸੋ ਉੱਥੇ ਲਾਲ ਕਿਲ੍ਹੇ ਕੀ ਕਰਨ ਜਾਣਾ। ਸਾਡਾ ਜੀ ਕੋਰ ਕਮੇਟੀ ਦਾ ਫੈਸਲਾ ਹੈ। ਮੈਂ ਕਹਾਂ ਵੀ ਕੋਰ ਕਮੇਟੀ ਨੇ ਕੋਈ ਡਿਸਕਸ ਤਾਂ ਕੀਤਾ ਹੋ? ਨਹੀਂ ਜੀ, ਸਾਡਾ ਤਾਂ ਫੈਸਲਾ ਹੈ। ਜਦੋਂ 2 ਘੰਟੇ ਖਹੀ ਗਏ, ਉਹ ਮੈਨੂੰ ਕਹਿੰਦੇ ਚੰਗਾ ਜੀ ਤੁਸੀਂ ਵੱਡੇ ਹੋ, ਫਿਰ ਅਸੀਂ ਜਾ ਕੇ ਫਿਰ ਮੀਟਿੰਗ ਸੱਦ ਲੈਂਦੇ, ਫਿਰ ਵਿਚਾਰ ਕਰ ਲੈਂਦੇ। ਔਰ ਮੈਨੂੰ ਪਤਾ ਵੀ ਉਹ ਸਾਡੇ ਕੋਲੋਂ ਗਏ। ਫਿਰ ਉੱਦਣ ਉਹਨਾਂ ਕੋਲ ਕੋਈ ਅਫਸਰ ਆਇਆ, ਪੁਲਿਸ ਦਾ ਸੀਨੀਅਰ ਅਧਿਕਾਰੀ ਆਇਆ। ਉਹ ਉਹਨਾਂ ਨੂੰ ਕਹਿੰਦਾ ਵੀ ਇਹਨਾਂ ਨੇ ਕੱਲ੍ਹ ਨੂੰ 10 ਵਜੇ ਤੁਰਨਾ, ਤੁਸੀਂ 7 ਵਜੇ ਤੁਰ ਪਾਓ। ਔਰ ਰਾਤ ਨੂੰ ਉਹਨਾਂ ਨੇ ਸਾਡੀ ਸਟੇਜ 'ਤੇ ਖਰੂਦ ਪਾਇਆ। ਸਾਡੇ ਬੰਦੇ ਕਹਿਣ ਚਲੋ ਉੱਥੇ ਵਲੰਟੀਅਰ ਲੈ ਕੇ। ਮੈਂ ਕਿਹਾ ਉੱਥੇ ਲੜਨਾ, ਖੂਨ ਖਰਾਬਾ ਕਰਨਾ, ਆਹ ਤਾਂ ਸਰਕਾਰ ਚਾਹੁੰਦੀ ਹੈ। ਤੁਹਾਡੀ ਸਟੇਜ ਕਿਤੇ ਨਹੀਂ ਚੱਲੀ, ਉਹਨਾਂ ਨੂੰ ਪਾ ਲੈਣ ਦਿਓ ਖਰੂਦ, ਕੁਛ ਨਹੀਂ ਵਿਗੜਦਾ, ਤੁਸੀਂ ਟਿਕੋ। ਉਹੀ ਹੋਇਆ। ਇੰਨਾ ਟਰੈਕਟਰ ਇਕੱਠਾ ਸੀ। ਇੱਕ ਹੋਰ ਇਹਦੇ ਵਿੱਚ ਮੈਂ ਗਲਤਫਹਿਮੀ ਨਾ ਰਹੇ ਦੂਰ ਕਰਦਾ,
ਅਸੀਂ ਪਹਿਲਾਂ ਫੈਸਲਾ ਕਰ ਲਿਆ ਵੀ ਰਿੰਗ ਰੋਡ ਤੇ ਅਸੀਂ ਰੈਲੀ ਮੈਂ ਬਿਲਕੁਲ ਉਹੀ ਜ਼ਿਕਰ ਕਰਨ ਲੱਗਾ ਹੈ ਕਿ ਰਿੰਗ ਰੋਡ ਦਾ ਜ਼ਿਕਰ ਆਉਂਦਾ ਸੀਗਾ, ਪਰ ਉਸ ਵੇਲੇ ਇੱਕਦਮ ਇੰਟਰਨੈਟ ਬੰਦ ਕਰ ਦਿੱਤਾ ਗਿਆ, ਕਿਸੇ ਨੂੰ ਪਤਾ ਨਹੀਂ ਸੀਗਾ ਰਿੰਗ ਰੋਡ। ਨਹੀਂ, ਉਹ ਤੋਂ ਬਿਨਾਂ ਇੱਕ ਇੰਪੋਰਟੈਂਟ ਗੱਲ ਹੈ, ਰਿੰਗ ਰੋਡ ਤੇ ਅਸੀਂ ਫੈਸਲਾ ਕਰ ਲਿਆ। ਉਹਦੇ ਬਾਅਦ ਦੂਜੇ ਦਿਨ ਜਦੋਂ ਅਸੀਂ ਇਕੱਠੇ ਹੋਏ, ਮੈਂ ਉਹਨਾਂ ਨੂੰ ਆਪਣੇ ਸਾਥੀਆਂ ਨੂੰ ਕਿਹਾ ਵੀ ਰਿੰਗ ਰੋਡ ਤੁਹਾਨੂੰ ਪਤਾ ਹੈ ਇਸ ਵੇਲੇ ਕੀ ਹੈ, ਦਿੱਲੀ ਦਾ ਦਿਲ ਹੈ। ਰਿੰਗ ਰੋਡ ਤੇ ਜੇ ਟਰੈਕਟਰ ਮਾਰਚ ਹੋਊਗਾ, ਕਈ ਦਿਨ ਇਹ ਮਾਰਚ ਹੋਣਾ, ਉੱਥੇ ਜੇ ਕਿਤੇ ਕਿਸੇ ਇੱਕ ਬੰਦੇ ਨੇ ਸ਼ਰਾਰਤ ਕਰਤੀ, ਥੋੜੇ ਕੰਟਰੋਲ ਕੁਛ ਨਹੀਂ ਰਹਿਣਾ, ਕੁਛ ਹੋਰੇ ਹੋ ਜੂ, ਇਹਦਾ ਕੁਛ ਹੋਰ ਕਰੋ। ਫਿਰ ਸਾਰਿਆਂ ਨੇ ਡਿਸਕਸ ਕਰਕੇ ਤੈਅ ਕੀਤਾ ਵੀ ਰਿੰਗ ਰੋਡ ਤੇ ਨਾ ਜਾਓ, ਰਿੰਗ ਰੋਡ ਨੂੰ ਟੱਚ ਕਰੋ। ਅਸੀਂ 5 ਨਾਕਿਆਂ ਤੇ ਬੈਠੇ ਸੀ, ਅਸੀਂ 5 ਰੂਟ ਬਣਾ ਲਏ। ਉਧਰੋਂ ਆਪਣੇ ਨਾਕੇ ਤੋਂ ਚੱਲ ਕੇ, ਜਿਵੇਂ ਅਸੀਂ ਸ਼ੰਭੂ ਤੋਂ ਚੱਲਣਾ ਸੀ, ਰਿੰਗ ਰੋਡ ਤੋਂ ਅਸੀਂ ਟਰਾਂਸਪੋਰਟ ਇੱਦਾਂ ਹੀ ਟਿੱਕਰੀ ਤੋਂ ਟਰਾਂਸਪੋਰਟ ਨਗਰ ਦੇ ਵਿੱਚ ਹੀ, ਪਿੰਡਾਂ ਵਿੱਚ ਹੀ ਮੁੜ ਕੇ ਆ ਕੇ ਵਾਪਸ ਉੱਥੇ ਹੀ ਫੇਰ ਆ ਜਾਣਾ। ਇਹ ਅਸੀਂ ਤੈਅ ਕਰ ਲਿਆ। ਤੇ ਜਦ ਉਦਣ ਜਾਣਾ ਸੀ, ਮੈਨੂੰ ਰਸਤੇ 'ਚ ਕੁਝ ਸੱਜਣ, ਕੁਝ ਜਥੇਬੰਦੀਆਂ ਵਾਲੇ ਕਹਿੰਦੇ ਰਹੇ ਵੀ ਚਲੋ ਆਪਾਂ ਲਾਲ ਕਿਲ੍ਹੇ ਨੂੰ ਚੱਲੀਏ। ਮੈਂ ਕਿਹਾ ਨਹੀਂ, ਮੈਂ ਡਿਸਿਪਲਿਨਡ ਆਦਮੀ ਹਾਂ, ਜਿਹੜਾ ਸਾਰਿਆਂ ਨੇ ਫੈਸਲਾ ਕਰਿਆ ਮੈਂ ਤਾਂ ਉੱਥੇ ਹੀ ਰਹੂੰਗਾ, ਮੈਂ ਇੱਧਰ ਉੱਧਰ ਨਹੀਂ ਹੋਣਾ। ਮੀਟਿੰਗ ਕਰਕੇ ਜੋ ਮਰਜ਼ੀ ਕਰ ਲਓ, ਮੈਂ ਮੂਹਰੇ ਹੋ ਕੇ ਜਾਊਂ। ਪਰ ਉਹ ਗਏ, ਫਿਰ ਵੀ ਰਾਹ 'ਚੋਂ ਮੁੜੇ, ਗੱਲ ਅਲੱਗ ਹੈ, ਪਰ ਗਏ 2-3 ਬੰਦੇ ਹੋਰ, ਮੈਨੂੰ ਪਤਾ ਉਹਨਾਂ ਦਾ। ਜਦੋਂ ਉੱਥੇ ਗਏ ਸੀ ਰਿੰਗ ਰੋਡ ਤੇ, ਉੱਥੇ ਸਾਡੇ ਸਾਹਮਣੇ ਫੋਰਸ ਲੱਗੀ ਖੜੀ, ਸਾਡੇ ਰੂਟ ਤੇ ਦੂਏ ਪਾਸੇ ਸਾਨੂੰ ਕਹਿਣੇ ਲਾਲ ਕਿਲ੍ਹੇ ਜਾਓ, ਲਾਲ ਕਿਲ੍ਹੇ ਜਾਓ। ਸਾਰਿਆਂ ਨੇ ਪੁਲਿਸ ਵਾਲੇ ਇੱਦੀ ਕਰਨ ਦੇ ਸੀ ਉਦੋਂ, ਪੁਲਿਸ ਵਾਲੇ ਸਾਨੂੰ ਬੰਦ ਸੀਗਾ, ਉਹ ਇਸ਼ਾਰਾ ਉਧਰ ਨੂੰ ਕਰਨ ਦੇ ਸੀ, ਉੱਧਰ ਨੂੰ ਜਾਓ ਲਾਲ ਕਿਲ੍ਹੇ ਨੂੰ। ਤਾਂ ਮੈਂ ਉੱਥੇ ਇੱਕ ਸੀਨੀਅਰ ਅਫਸਰ ਸੀ, IG ਰੈਂਕ ਦਾ ਸੀ ਸ਼ਾਇਦ, ਉਹਨੂੰ ਮੈਂ ਕਹਾਂ ਵੀ ਸਾਡਾ ਰੂਟ ਇੱਧਰ ਹੈ, ਤੁਸੀਂ ਸਾਡੇ ਰਾਹ 'ਚ ਬ੍ਰੇਕਾਂ ਲਾਈ ਖੜੇ ਹੋ ਸਾਨੂੰ, ਤੇ ਅਸੀਂ ਉੱਧਰ, ਤੁਹਾਨੂੰ ਕਿਹਨੇ ਕਿਹਾ ਸੀ ਉੱਥੇ ਜਾਣਾ? ਗੱਲੇ ਨਾ ਸੁਣ। ਜਦੋਂ ਦੇਖਿਆ ਵੀ ਬਹੁਤ ਦੂਰ ਤੱਕ ਟ੍ਰੈਫਿਕ ਬਲੌਕ ਹੋ ਗਿਆ, 4-4 ਲਾਈਨਾਂ, 5-5 ਲਾਈਨਾਂ ਟਰੈਕਟਰਾਂ ਦੀਆਂ ਲੱਗ ਗਈਆਂ। ਫਿਰ ਅਸੀਂ ਭੱਜੇ ਪਿੱਛੇ ਆ ਕੇ, ਸਰਵਿਸ ਰੋਡ ਤੋਂ ਆ ਕੇ ਪਿੱਛੋਂ ਆ ਕੇ ਕਿਹਾ ਵੀ ਲੋਕੋ ਮੁੜੋ ਅੰਦੋਲਨ। ਫਿਰ ਸਾਨੂੰ ਪਤਾ ਲੱਗ ਗਿਆ ਵੀ ਲਾਲ ਕਿਲ੍ਹੇ ਤੇ ਕੀ ਹੋ ਗਿਆ। ਅਸੀਂ ਕਿਹਾ ਲੋਕੋ ਪਿੱਛੇ ਮੁੜੋ, ਮੋਰਚਾ ਵਾਪਸ ਲੈ ਲਿਆ, ਤੁਸੀਂ ਹੁਣ ਘਰਾਂ ਨੂੰ ਵਾਪਸ ਲੈ ਜਾਓ, ਹਾਲਾਤ ਖਰਾਬ ਹੋ ਗਏ। ਉੱਥੋਂ ਲੋਕੀ ਮੁੜੇ, ਬੜਾ ਕੁਝ ਹੋਇਆ, ਸਰਕਾਰ ਨੇ ਬੜਾ ਕੁਝ ਕੀਤਾ, ਕੁਛ ਮਤਲਬ ਉਹ ਇੱਕ ਤਰ੍ਹਾਂ ਦਾ ਸਰਕਾਰ ਦਾ ਐਜੀਟੇਸ਼ਨ ਨੂੰ ਫੇਲ ਕਰਨ ਦਾ ਹੱਥਕੰਡਾ ਸੀ, ਜਿਹਦੇ ਵਿੱਚ ਉਹਦੇ ਜਿਹੜੇ ਮੋਹਰੇ ਸੀਗੇ ਉਹਨਾਂ ਨੇ ਸਰਗਰਮ ਰੋਲ ਨਿਭਾਇਆ। ਤੇ ਫਿਰ ਉਹ ਤੋਂ ਬਾਅਦ ਸਾਡੇ ਤੇ ਅਟੈਕ ਕਰਨੇ ਸ਼ੁਰੂ ਕੀਤੇ, ਇਹਨਾਂ ਨੂੰ ਆ ਕੇ ਕੁੱਟਿਆ, ਜਿਹੜੇ ਤਰਨਤਾਰਨ ਵਾਲੇ ਸੀ, ਤਰਨਤਾਰਨ ਵਾਲੇ ਸੀ, ਉਹਨਾਂ ਦੀ ਪੱਥਰਬਾਜ਼ੀ ਹੋਈ, ਇਹ ਕੁੱਟੇ। ਇਹ ਸਾਨੂੰ ਡਰਾਉਣ ਦੀ ਖੇਡ ਸੀਗੀ। ਫਿਰ ਸਾਨੂੰ ਰੋਜ਼ ਥ੍ਰੈਟ ਆਉਂਦੇ ਸੀ ਵੀ ਤੁਹਾਨੂੰ ਭਜਾਉਣਗੇ। ਫਿਰ ਉੱਧਰ ਵੀ ਜਿਹੜਾ ਸੀਗਾ ਬਾਰਡਰ ਸੀਗਾ ਗਾਜ਼ੀਪੁਰ, ਬਿਲਕੁਲ ਉੱਥੇ ਟਕੈਤ ਹੋਰਾਂ ਨਾਲ ਹੋਈ, ਉਹਨਾਂ ਨੂੰ ਰਾਤ ਨੂੰ ਚੱਕਣ ਦੀ ਕੋਸ਼ਿਸ਼ ਕੀਤੀ, ਅਸੀਂ ਰਾਤੀ ਉੱਥੇ ਵੀ ਪਹੁੰਚੇ ਸੀ। ਉੱਥੋਂ ਫਿਰ ਨਵਾਂ ਮੋੜ ਆ ਗਿਆ, ਨਵੇਂ ਸਿਰੇ ਜਿਹੜੇ ਲੋਕ ਤੁਰ ਗਏ ਸੀ, ਫਿਰ ਉਹ ਦੁਬਾਰਾ ਸਾਰਾ ਕੁਝ ਰਿਵਾਈਵ ਹੋਇਆ, ਨਵੇਂ ਸਿਰੇ ਫਿਰ ਖੜਾ ਹੋ ਗਿਆ। ਰਜਵਲ ਸਾਹਿਬ, ਇਸ ਸੰਘਰਸ਼ ਨੇ ਬਹੁਤ ਕੁਝ ਸਿਖਾਇਆ ਬਹੁਤੇ ਲੋਕਾਂ ਨੂੰ, ਤੇ ਕੁਝ ਕਿਤਾਬਾਂ ਵੀ ਲਿਖੀਆਂ ਗਈਆਂ। ਤੁਸੀਂ ਵੀ ਕੁਝ ਤਿਆਰੀ ਕਰ ਰਹੇ ਹੋ ਕਿ ਕੁਝ ਲਿਖਿਆ ਜਾਵੇ, ਕੁਝ ਡਾਕੂਮੈਂਟਰੀ ਚੀਜ਼ਾਂ ਜਿਹੜੀਆਂ ਹੁਣ, ਕਿਉਂਕਿ ਇਲਜ਼ਾਮ ਬੜੇ ਲੱਗੇ ਤੁਹਾਡੇ ਤੇ, ਖਾਸ ਕਰਕੇ ਬੜੇ ਇਲਜ਼ਾਮ ਲੱਗੇ ਕਿ ਸਮਝੌਤਾ ਕਰ ਲਿਆ, ਮੀਟਿੰਗਾਂ ਦੇ ਵਿੱਚ ਸਮਝੌਤੇ ਹੋ ਗਏ, ਮੀਟਿੰਗਾਂ ਦੇ ਵਿੱਚ ਜਿਹੜੀਆਂ ਗੱਲਾਂ ਕਰਦੇ ਸੀ ਬਾਅਦ ਚੋਂ ਵੱਡੇ ਸੀਨੀਅਰ ਅਧਿਕਾਰੀ ਨਾਲ ਅਲੱਗ ਗੱਲਾਂ ਚੱਲਦੀਆਂ ਸੀ ਤੁਹਾਡੀਆਂ, ਇਦਾਂ ਦੀਆਂ ਬੜੀਆਂ ਚਰਚਾਵਾਂ ਚੱਲੀਆਂ ਹੋਈਆਂ। ਇਹ ਸਾਰੀਆਂ ਦੇਖੋ, ਸਰਕਾਰ ਦੀ ਲੋੜ ਸੀ, ਐਡਾ ਵੱਡਾ ਸੰਘਰਸ਼ ਖੜਾ ਹੋ ਗਿਆ, ਐਡੀ ਵੱਡੀ ਇੱਕ ਜਥੇਬੰਦੀ ਖੜੀ ਹੋ ਗਈ ਸੀ, ਸਰਕਾਰ ਕੰਬਣ ਲੱਗ ਪਈ ਸੀ। ਉਹ ਇਹਨੂੰ ਤੋੜਨਾ ਸਰਕਾਰ ਵਾਸਤੇ ਬਹੁਤ ਜ਼ਰੂਰੀ ਸੀ। ਉਹਨਾਂ ਨੇ ਸਾਡੇ ਵਿੱਚ, ਸਾਨੂੰ ਪਤਾ ਸੀ ਕੁਝ ਲੋਕ ਸੀਗੇ, ਮੈਨੂੰ ਉੱਥੇ ਉਦੋਂ ਮੈਂ ਨਹੀਂ ਸੀ ਬੋਲ ਸਕਦਾ, ਕੁਝ ਲੋਕ ਐਸੇ ਸੀ ਜਿਹੜੇ ਦਿੱਲੀ ਦੇ ਇੱਕ ਮੰਦਿਰ 'ਚ ਜਾ ਕੇ ਕੁਝ ਲੈ ਕੇ ਜਾਂਦੇ ਸੀ ਜਥੇਬੰਦੀਆਂ ਵਾਲਿਆਂ ਨੂੰ। ਗੋਵਿੰਦਾਚਾਰੀਆ ਉਹਨਾਂ ਨੂੰ ਐਡਰੈਸ ਕਰਦਾ ਹੁੰਦਾ ਸੀ, ਫਿਰ ਫੋਟੋ ਖਿਚਾ ਕੇ ਆ ਜਾਂਦੇ ਸੀ। ਹੁਣ ਗੋਵਿੰਦਾਚਾਰੀਆ RSS ਦਾ ਪਹਿਲਾ ਮੁਖੀ, ਤੇ ਫਿਰ ਉਹ ਜੇ ਉਹਨਾਂ ਨੂੰ ਕਹਿ ਦਿਓ ਤਾਂ ਫਿਰ ਉਹ ਗੁੱਸਾ ਕਰਦੇ ਨੇ, ਉਹ ਕੀ ਕਰਨ ਜਾਂਦੇ ਸੀ ਉਹਦੇ ਕੋਲ। ਤੋ ਗੋਵਿੰਦਾਚਾਰੀਆ RSS ਦੇ ਥਰੂ ਫਿਰ ਇੱਦਾਂ ਦੀ ਇੱਕ ਖੇਡ ਖੇਡੀ ਗਈ, ਜਿਹਦੇ 'ਚ ਕਿਹਾ ਮੋਰਚਾ ਵਿਕ ਗਿਆ, ਬਦਨਾਮ ਕੀਤਾ ਗਿਆ। ਔਰ ਮੇਰਾ ਉਸ ਵੇਲੇ ਬੋਲਣਾ, ਮੈਨੂੰ ਲੱਗਦਾ ਸੀਗਾ ਵੀ ਕਿਸਾਨਾਂ ਦਾ ਵਿਸ਼ਵਾਸ ਬਿਲਕੁਲ ਉੱਠ ਜਾਏਗਾ, ਅੱਗੇ ਤੇ ਨਹੀਂ ਲੜਨਗੇ। ਮੈਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਵੀ ਮੈਨੂੰ ਬਲ ਬਖਸ਼ੀ, ਔਰ ਮੈਂ ਬਰਦਾਸ਼ਤ ਕਰ ਲਿਆ ਸਾਰਾ ਕੁਛ। ਔਰ ਇੱਕ ਹੋਰ ਮੈਂ ਬੜੀ ਇੰਟਰਸਟਿੰਗ ਗੱਲ ਦੱਸਾਂ, ਇੱਕ ਸਟੇਜ ਆ ਗਈ ਸੀ ਜਦੋਂ ਸਰਕਾਰ ਸਾਡੇ ਨਾਲ ਗੱਲ ਨਹੀਂ ਸੀ ਕਰਦੀ, ਡੈਡਲੌਕ ਬਣ ਗਿਆ ਸੀ, ਡੈਡਲੌਕ ਬਣ ਗਿਆ ਸੀ। 11 ਮੀਟਿੰਗਾਂ ਹੋ ਚੁੱਕੀਆਂ, ਸਾਰੇ ਮੀਟਿੰਗਾਂ 'ਚ ਕਹਿਣ ਵੀ ਕਿਸੇ ਦਾ ਕੋਈ ਲਿੰਕ ਹੈਗਾ ਭਾਈ, ਗੱਲਬਾਤ ਕਰਾਓ। ਮੈਂ ਕਿਹਾ ਮੇਰਾ ਤਾਂ ਕੋਈ ਲਿੰਕ ਹੈ ਨਹੀਂ। ਹਾਂ, ਗੱਲਬਾਤ ਮੇਰੀ ਡਿਊਟੀ ਸੀ, ਮੈਂ ਕਰਦਾ ਸੀ। ਫਿਰ ਟਕੈਤ ਦਾ ਜਿਹੜਾ ਜਨਰਲ ਸੈਕਟਰੀ ਹੈ, ਯੁੱਧਵੀਰ ਟਕੈਤ, ਔਰ ਇਹਨਾਂ ਦੇ ਟਕੈਤ ਫੈਮਿਲੀ ਦੇ ਸਰਕਾਰ ਨਾਲ ਲਿੰਕ ਰਹੇ ਨੇ, ਹਮੇਸ਼ਾ ਹੀ ਰੱਖਦੇ ਨੇ। ਉਹਨੇ ਤੇ ਡਾਕਟਰ ਦਰਸ਼ਨਪਾਲ, ਇਹਨਾਂ ਨੇ IB ਦੇ ਨਾਲ ਗੱਲ ਸ਼ੁਰੂ ਕਰਾਈ, ਡਾਇਰੈਕਟਰ IB ਦੇ ਨਾਲ।
ਉਹ ਆ ਕੇ ਮੀਟਿੰਗਾਂ ਕਰਨ ਲੱਗਿਆ। ਫਿਰ ਉਹ ਮੀਟਿੰਗਾਂ ਸਾਰਿਆਂ ਦੇ ਨੌਲੇਜ ਸੀਗੀਆਂ। ਉਹਨਾਂ ਨੂੰ ਸੂਟ ਕਰਦਾ ਸੀ ਮੈਨੂੰ ਬਦਨਾਮ ਕਰਨਾ, ਕਿਉਂਕਿ ਇੱਕ ਮੁਸ਼ਕਿਲ ਇਹ ਆ ਉਹਨਾਂ ਦੀ ਵੀ ਜੇ ਰਾਜੇਵਾਲ ਦੇ ਇਕੱਲੇ ਦਾ ਨਾਂ ਚਮਕ ਗਿਆ ਤਾਂ ਅਸੀਂ ਤਾਂ ਜਿਨ੍ਹਾਂ ਨੂੰ ਕੋਈ ਪੁੱਛਦਾ ਹੀ ਨਹੀਂ ਸੀ ਹੁੰਦਾ, ਜਿਹੜੇ ਲਾਲ ਝੰਡਾ ਦੇਖ ਕੇ ਲੋਕ ਵੀ ਭੱਜ ਜਾਂਦੇ ਹੁੰਦੇ ਸੀ, ਉਹਨਾਂ ਦੀ ਕਦਰ ਘਟਦੀ ਸੀ। ਤੋ ਉਹਨਾਂ ਨੇ ਜਦੋਂ ਉਹਦੇ ਨਾਲ ਮੀਟਿੰਗਾਂ ਹੁੰਦੀਆਂ ਸੀ, ਇੱਕ ਮੀਟਿੰਗ ਐਸੀ ਹੋਈ ਜਿਹਦੇ ਵਿੱਚ ਉਹਨਾਂ ਨੇ ਸਾਨੂੰ 3-4 ਮੀਟਿੰਗਾਂ ਤੋਂ ਬਾਅਦ ਕਿਹਾ ਵੀ ਅਸੀਂ ਤੁਹਾਡੇ ਕੋਲ ਇੱਥੇ ਆਉਂਦੇ ਹਾਂ ਮੀਟਿੰਗਾਂ 'ਚ, ਅਤੇ ਤੁਸੀਂ ਸਾਡੇ ਉੱਥੇ ਆ ਜਾਓ। ਅਸੀਂ ਮੰਨ ਲਿਆ ਸਾਰਿਆਂ ਨੇ। ਇਹ ਸੀਗਾ ਯੁੱਧਵੀਰ ਸੀ, ਇੱਕ ਉਹ ਕੁੜੀ ਸੀਗੀ ਬੰਗਲੌਰ ਤੋਂ ਕਵਿਤਾ, ਇੱਕ ਇਹ ਸੀਗਾ ਡਾਕਟਰ ਦਰਸ਼ਨਪਾਲ ਯੁੱਧਵੀਰ ਟਕੈਤ ਸੀ, ਮੈਂ ਸੀ, ਅਤੇ ਅਸੀਂ 4-5 ਜਣੇ ਸੀ। ਮੈਨੂੰ ਅਤੇ ਕਵਿਤਾ ਨੂੰ ਲੈਣ ਵਾਸਤੇ ਇੱਥੋਂ ਇੱਕ ਟੀਮ ਆਈ। ਇਸੇ ਤਰ੍ਹਾਂ ਉਹਨਾਂ ਨੂੰ ਟੀਮਾਂ ਲੈਣ ਗਈਆਂ, ਸਾਡੇ ਅੱਗੇ ਫੋਰਸ ਲਾਤੀ। ਅਤੇ ਮੈਂ ਕਵਿਤਾ ਨੂੰ ਕਿਹਾ, ਮੇਰੀ ਗੱਡੀ 'ਚ ਬੈਠੀ ਸੀ, ਵੀ ਕਵਿਤਾ ਮੈਨੂੰ ਕੋਈ ਗੜਬੜ ਲੱਗਦੀ ਹੈ, ਇਹ ਸਾਨੂੰ ਬਦਨਾਮ ਕਰਨਗੇ। ਅਤੇ ਬਾਰਡਰ ਕ੍ਰਾਸ ਕਰਦੀ ਸਾਰ ਪੰਪ 'ਤੇ ਗੱਡੀ ਲਾ ਲਈ। ਮੈਂ ਆਪਣੇ ਡਰਾਈਵਰ ਨੂੰ ਕਿਹਾ ਇੱਥੇ ਤੇਲ ਪਵਾ, ਇੱਥੇ ਖੜ੍ਹ ਜਾ। ਮੈਂ ਜਿਹੜੇ ਅੱਗੇ ਖੜ੍ਹੇ ਸੀ ਉਹ ਇੱਕ ਅਫਸਰ ਸੀ, ਮੈਂ ਉਹਨੂੰ ਕਿਹਾ ਵੀ ਸਾਨੂੰ ਦੱਸ ਦਿਓ ਕਿੱਥੇ ਜਾਣਾ, ਅਸੀਂ ਆ ਜਾਵਾਂਗੇ, ਤੁਹਾਡੇ ਨਾਲ ਨਹੀਂ ਅਸੀਂ ਜਾਣਾ। ਉਹ ਖਾਸੀ ਦੇ ਰੜਿਆ ਰਿਹਾ। ਮੈਂ ਕਿਹਾ ਨਹੀਂ ਜਾਣਾ ਫਿਰ ਅਸੀਂ। ਫਿਰ ਜਦੋਂ ਮੈਂ ਇਹਨਾਂ ਨਾਲ ਤਾਲਮੇਲ ਕੀਤਾ, ਯੁੱਧਵੀਰ ਨਾਲ ਅਤੇ ਯੋਗਿੰਦਰ ਯਾਦਵ ਨਾਲ, ਇਹਨਾਂ ਨੇ ਕਿਹਾ ਵੀ ਸਾਡੇ ਨਾਲ ਵੀ ਇੱਦਾਂ ਹੀ ਕੀਤਾ। ਫਿਰ ਉਹਨਾਂ ਨੇ ਕਿਹਾ ਵੀ ਉੱਥੇ ਨਾ ਆਓ ਜਿੱਥੇ ਇਹ ਕਹਿੰਦੇ ਨੇ। ਯੋਗਿੰਦਰ ਯਾਦਵ ਦਾ ਕੋਈ ਟੀਚਰ ਸੀਗਾ, ਉਹਦੇ ਘਰ ਅਸੀਂ ਇਕੱਠੇ ਹੋਏ। ਉੱਥੇ ਫਿਰ ਡਾਇਰੈਕਟਰ IB ਨੂੰ ਸੱਦਿਆ ਵੀ ਤੂੰ ਇੱਥੇ ਆ ਜਾ, ਔਰ ਉਹਨੂੰ ਕਿਹਾ ਇਕੱਲਾ ਆਈ, ਜੇ ਤੇਰੇ ਨਾਲ ਕੋਈ ਆਇਆ ਅਸੀਂ ਬੁਰੀ ਕਰਾਂਗੇ। ਉਹ ਇਕੱਲਾ ਆਇਆ। ਉੱਥੇ ਉਹਨੇ ਸਾਨੂੰ ਕਿਹਾ ਵੀ ਦੇਖੋ ਜੀ, ਇੱਕ ਕਾਨੂੰਨ ਵਾਪਸ ਲੈ ਲੈਂਦੇ ਹਾਂ, ਇੱਕ ਜਿਹੜੀਆਂ ਹੈਗੀਆਂ ਅਮੈਂਡਮੈਂਟਸ ਕਰ ਦਿੰਦੇ ਹਾਂ, ਐਸੈਂਸ਼ੀਅਲ ਕਮੋਡਿਟੀਜ਼ ਐਕਟ, ਬਿਜਲੀ ਵਾਲਾ ਤਾਂ ਕਹਿੰਦੇ ਸੀ ਵਾਪਸ ਇੱਕ ਨੂੰ ਹੈਲਡ ਇਨ ਅਬੇਅੰਸ ਕਰ ਦਿੰਦੇ ਹਾਂ। ਅਤੇ ਅਸੀਂ ਰਿਜੈਕਟ ਕਰਤਾ ਵੀ ਨਹੀਂ, ਸਾਨੂੰ ਤਿੰਨੇ ਇਰਾਦੇ ਚਾਹੀਦੇ, ਸਾਨੂੰ ਨਹੀਂ ਇਹ ਮਨਜ਼ੂਰ ਤੁਹਾਡੀ ਇਹ ਪ੍ਰਪੋਜ਼ਲ। ਉਹ ਤੋਂ ਬਾਅਦ ਉਹਦੇ ਨਾਲ ਉਹ ਗੱਲਬਾਤ ਟੁੱਟ ਗਈ। ਫਿਰ ਦੁਬਾਰਾ ਗੱਲਬਾਤ, ਫਿਰ ਰੌਲਾ ਪੈ ਗਿਆ ਸ਼ੁਰੂ ਕਰੋ। ਦੁਬਾਰਾ ਗੱਲਬਾਤ ਕਰਾਈ ਜਗਮੋਹਨ ਨੇ, ਅੱਛਾ, ਜਿਹੜਾ ਇਹਦਾ ਭਰਾ ਹੈ ਡਾਕਟਰ ਦਰਸ਼ਨਪਾਲ ਦਾ। ਤੁਸੀਂ ਲੋਕਾਂ ਦੇ ਹਾਲ ਦੇਖੋ ਕੀ ਹੈ। ਉੱਦਾਂ ਪੱਗਵਟ ਭਰਾ ਨੇ, 2 ਜਥੇਬੰਦੀਆਂ ਕੰਟਰੋਲ ਕਰਦੇ ਨੇ, ਇੱਕੋ ਕਰਦੇ ਵੀ ਇੱਕ ਵੱਖਰਾ ਡਰਾਮਾ। ਜਗਮੋਹਨ ਦੇ ਕੋਈ ਜਿਹੜਾ ਉਸ ਵੇਲੇ ਰਾਜ ਚੀਫ ਸੀ, ਉਹਦੇ ਕੋਈ ਫੈਮਿਲੀ ਸੰਬੰਧ ਸੀਗੇ, ਉਹਦੇ ਥਰੂ ਰਾਹ ਵਾਲਿਆਂ ਨਾਲ ਗੱਲ ਕੀਤੀ। ਅਤੇ ਗੱਲਬਾਤ ਜਦੋਂ ਸ਼ੁਰੂ ਹੋਈ, ਮੈਨੂੰ ਯਾਦ ਆ ਜਿੱਥੇ ਮੇਰੇ ਮਨ 'ਚ ਮਲਾਲ ਹੈ ਵੀ ਬਾਕੀ ਦੇ ਕਿਉਂ ਨਾ ਬੋਲੇ। ਮੈਂ ਉਹਨਾਂ ਨੂੰ ਪਤਾ ਸੀ ਵੀ ਇਹੀ ਅੜਦਾ ਹੈ। ਮੈਨੂੰ ਜੋ ਮਰਜ਼ੀ ਕੋਈ ਕਹੀ ਜੇ, ਸਾਰੀ ਗੱਲਬਾਤ ਦੇ ਦੌਰਾਨ ਇੱਕ ਗੱਲ ਰਹੀ, ਮੈਂ ਆਪਣੀ ਗੱਲ ਦਾ ਪੱਕਾ ਰਿਹਾ। ਜੇ ਕੋਈ ਗੱਲ ਮੂੰਹ 'ਚ ਪਾਉਂਦੇ ਸੀ, ਮੈਂ ਚੁੱਪ ਕਰਕੇ ਸੁਣ ਲੈਂਦਾ ਸੀ। ਮੈਂ ਹਾਂ ਨਹੀਂ ਸੀ ਕਰਦਾ, ਬੋਲਦਾ ਹੀ ਨਹੀਂ ਸੀ, ਹਾਂ ਨਹੀਂ ਸੀ ਕਰਦਾ, ਜਾਂ ਫਿਰ ਮੈਂ ਕਹਿੰਦਾ ਸੀ ਨਹੀਂ, ਮੈਂ ਨਹੀਂ ਮਨਜ਼ੂਰ। ਮੈਂ ਬਹੁਤ ਸੋਚ ਕੇ ਸ਼ਬਦ, ਜਿੰਨੇ ਵੀ ਨੈਗੋਸ਼ੀਏਸ਼ਨ ਹੋਈਆਂ, ਬੜਾ ਗਿਣ ਮਿਥ ਕੇ ਸੋਚ ਕੇ ਸ਼ਬਦ, ਕੱਲਾ ਸ਼ਬਦ ਰਿਕਾਰਡ ਹੁੰਦਾ ਸੀ, ਉਹਨਾਂ ਦੇ ਰਿਕਾਰਡ ਹੁੰਦਾ ਸੀ, ਬਹੁਤ ਸੋਚ ਸਮਝ ਕੇ ਕੀਤੇ। ਉਹਨੇ ਕਿਹਾ ਵੀ ਇਹ ਪੁਲਿਸ ਵਾਲਿਆਂ ਦਾ ਤਰੀਕਾ ਹੁੰਦਾ, ਰਾਹ ਵਾਲਿਆਂ ਦਾ ਆਪਣਾ ਤਰੀਕਾ। ਉਹਨੇ ਮੇਰੀ ਉਹ ਬੇਇੱਜ਼ਤੀ ਕੀਤੀ ਰੱਜ ਕੇ। ਬਾਕੀ ਚੁੱਪ ਕਰਕੇ ਸੁਣੇ ਦੇਖਦੇ ਰਹੇ। ਮੈਂ ਸਮਝਿਆ ਵੀ ਇਹ ਹੁਣ ਮੈਨੂੰ ਟਾਰਗੇਟ ਕਰਦਾ, ਮੈਨੂੰ ਬੋਲਣਾ ਠੀਕ ਨਹੀਂ, ਚੁੱਪ ਕਰ ਜਾਣਾ ਚਾਹੀਦਾ। ਮੈਂ ਚੁੱਪ ਰਿਹਾ, ਚੁੱਪ ਕਰਕੇ ਸਾਰਾ ਕੁਝ ਸੁਣ ਕੇ ਆ ਗਏ। ਫਿਰ ਉਹ ਵੀ ਗੱਲਬਾਤ ਟੁੱਟ ਗਈ। ਇਹ ਜਿਹੜਾ ਲਿਖਣ ਪੜ੍ਹਨ ਦਾ ਕੰਮ ਸੀ, ਕਵਿਤਾ ਔਰ ਦਰਸ਼ਨਪਾਲ, ਇਹਨਾਂ ਦੇ ਸਾਰਾ ਕੁਝ ਲੈਪਟਾਪ 'ਚ ਪਿਆ, ਇਹੀ ਕਰਦੇ ਸੀ। ਹੁਣ ਇਹ ਸਾਰੀਆਂ ਗੱਲਾਂ ਮੈਂ ਲਿਖਾਂਗਾ ਆਪਣੀ ਕਿਤਾਬ ਦੇ ਵਿੱਚ, ਮੈਂ ਜ਼ਿਕਰ ਕਰਾਂਗਾ ਕਿਹਦਾ ਕੀ ਰੋਲ ਹੈ। ਅੱਜ ਵੀ ਕੁਛ ਨਹੀਂ ਹੈ, ਜੋ ਮੋਰਚਾ ਨਾ ਵਿਕਿਆ, ਨਾ ਇਹਦੇ 'ਚ ਕੋਈ ਗੜਬੜ ਹੋਈ। ਮੈਂ ਯਕੀਨ ਨਾਲ ਸਾਰੇ ਪੰਜਾਬੀਆਂ ਨੂੰ ਕਹਿ ਸਕਦਾ, ਤੁਸੀਂ ਜੇਤੂ ਹੋ ਕੇ ਨਿਕਲੇ ਹੋ। 3 ਕਾਨੂੰਨਾਂ ਦੀ ਲੜਾਈ ਸੀ, 3 ਕਾਨੂੰਨ ਵਾਪਸ ਕਰਾਏ। ਬਾਕੀ ਜਿਹੜੀ MSP ਦੀ ਲੜਾਈ ਹੈ, ਸਮਝਣਾ ਚਾਹੀਦਾ ਹੋਇਆ ਕੀ ਹੈ। ਅਸੀਂ 3 ਕਾਨੂੰਨਾਂ ਵਾਸਤੇ ਗਏ ਸੀ, ਉਹ ਰੱਦ ਹੋ ਗਏ। ਉੱਥੇ ਜਦੋਂ ਗਏ, ਸਾਡੇ ਤੇ ਖਾਲਿਸਤਾਨੀਆਂ ਦਾ ਟੈਗ ਲੱਗਿਆ। ਸਾਡੇ ਨਾਲ ਹਰਿਆਣੇ ਵਾਲਾ ਵੀ ਜੱਟ ਕਿਸਾਨ ਸੀ, ਸਿੱਖ ਕਿਸਾਨ ਸੀ ਹਰਿਆਣੇ ਦਾ, ਗੁਰਨਾਮ ਸਿੰਘ ਚੜੂਨੀ ਨਾਲ ਮੈਂ ਲਗਾਤਾਰ ਰਾਬਤਾ ਰੱਖਿਆ। ਇਹ ਗਏ ਸੀ, ਸਾਰੇ ਸਿੱਖ ਬੈਠੇ ਸੀ, ਇਸ ਕਰਕੇ ਸਾਡੇ ਤੇ ਖਾਲਿਸਤਾਨੀ ਟੈਗ ਲੱਗਿਆ। ਫਿਰ ਆ ਜਿਹੜਾ ਟਕੈਤ, ਇਹਦੇ ਬਾਪ ਨੂੰ ਮੈਂ ਤੋਰਿਆ ਸੀਗਾ 1978 ਵਿੱਚ, ਕੰਝਾਵਲੇ ਮੋਰਚੇ ਵੇਲੇ ਜੇਲ੍ਹ 'ਚ ਗਿਆ ਸੀ। ਉੱਥੋਂ ਸਾਡੀ ਡਿਊਟੀ ਸੀ ਵੀ ਤੁਸੀਂ ਲੱਭੋ UP ਔਰ ਹਰਿਆਣੇ 'ਚ ਬੰਦੇ ਲੱਭੋ ਜਿੱਥੇ ਯੂਨੀਅਨ ਬਣਾਈਏ। ਇਹਦੇ ਬਾਪ ਨੂੰ ਉੱਥੋਂ ਅਸੀਂ ਲੱਭਿਆ ਸੀ। ਇਹ ਤਾਂ ਹਾਲੇ ਕੱਲ੍ਹ ਦੇ ਬੱਚੇ ਨੇ, ਮੇਰੇ ਸਾਰਾ ਕੁਝ ਹੱਥਾਂ 'ਚ ਹੋਇਆ। ਅਤੇ ਇਹ
ਜਿਹੜਾ ਜਦੋਂ ਇਹ ਉੱਥੇ ਅਸੀਂ ਸ਼ੁਰੂ ਕੀਤਾ ਨਾ, ਇਹ ਟਕੈਤ ਐਂਡ ਪਾਰਟੀ, ਇਹ ਮੈਂ ਕੀ ਗੱਲ ਕਰ ਰਿਹਾ ਸੀ, ਇਹੀ ਗੱਲ ਕਰ ਰਹੇ ਸੀਗੇ ਕਿ ਗੱਲਬਾਤ ਜਿਹੜੀ ਚੱਲ ਰਹੀ ਸੀਗੀ, ਦੁਬਾਰਾ ਗੱਲਬਾਤ ਟੁੱਟ ਗਈ, ਫਿਰ ਦੁਬਾਰਾ ਜਦੋਂ ਦੁਬਾਰਾ ਗੱਲਬਾਤ ਕਰਨ ਲੱਗੇ ਤਾਂ ਫਿਰ ਕਿਸ ਤਰੀਕੇ ਨਾਲ ਦੁਬਾਰਾ ਗੱਲ ਸ਼ੁਰੂ ਹੋਈ? ਨਹੀਂ, ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਸੀਗੇ, ਡਾਕਟਰ ਦਰਸ਼ਨਪਾਲ ਹੋਰਾਂ ਨੇ ਤੇ ਇਧਰੋਂ ਜਗਮੋਹਨ ਹੋਰਾਂ ਨੇ ਦੁਬਾਰਾ ਕੋਸ਼ਿਸ਼ ਕੀਤੀ। ਇਹਨਾਂ ਦੀ ਸਮੱਸਿਆ ਕੀ ਹੈ, ਵੀ ਰਾਜੇਵਾਲ ਬਹੁਤ ਹੋ ਗਈ, ਵੀ ਹਾਏ ਰੱਬਾ, ਇਹ ਤਾਂ ਫਿਰ ਸਾਡੀ ਤਾਂ ਗੱਲ ਨਹੀਂ ਬਣਨੀ। ਮੈਨੂੰ ਇੱਕ ਗੱਲ ਯਾਦ ਆਉਂਦੀ ਹੈ, ਅਮਿਤ ਸ਼ਾਹ ਨੇ ਮੈਨੂੰ ਇੱਕ ਮੀਟਿੰਗ 'ਚ ਕਿਹਾ, ਭਈ राजेवाल जी, बाकी जथेबंदियों से तो फैसला हो जाएगा, लेकिन ये जो अल्ट्रा लेफ्ट वाले हैं ये फैसला नहीं होने देंगे। ये जो पुराने नक्सलाइट ने ना, इन्होंने अल्ट्रा लेफ्ट कहते हैं, और ये असलीयत ये है, ये चाहते नहीं सी फैसला होवे, ये चाहते सी भी अंदोलन जारी रहे, ये विचों भी इनकलाब लभदे सी, और सारा कुछ करन कराउण वाले यही सी, लिखण लिखाउण दा, लिखण पढ़न दा सारा काम ये करदे सी। ते राजेवाल तो एक मोहरा सी ਜਿਹੜਾ ਉੱਥੇ ਜਾ ਕੇ ਪੇਸ਼ ਕਰਦਾ ਹੁੰਦਾ ਸੀਗਾ ਜੋ ਇਹਨਾਂ ਨੇ ਲਿਖਤਾ। ਬਹਿਸ ਕਰਨਾ ਮੇਰਾ ਕੰਮ ਸੀ। ਮੈਂ ਆਪਣੀ ਬਹਿਸ 'ਚ ਕਿਤੇ ਸਾਰੀ ਰਿਕਾਰਡਡ ਹੈ, ਜੇ ਕਿਤੇ ਉੱਥੇ ਕਮਜ਼ੋਰੀ ਦਿਖਾਏ ਤਾਂ ਮੈਂ ਕਸੂਰਵਾਰ ਹਾਂ। ਔਰ ਪੰਜਾਬੀ ਜਿੱਤ ਕੇ ਆਏ ਨੇ ਉਤੋਂ ਮੋਰਚਾ। ਮੈਂ ਜਿਹੜੀ ਅਸਲੀ ਗੱਲ ਦੱਸਦਾ ਸੀ, ਉਹ ਜਦੋਂ ਸਾਨੂੰ ਖਾਲਿਸਤਾਨੀ ਕਰਨ ਲੱਗੇ, ਫਿਰ ਅਸੀਂ ਟਕੈਤ ਨੂੰ ਅਪਰੋਚ ਕੀਤਾ, ਇਹ ਲਿਆਂਦਾ। ਫਿਰ ਇਹ ਸਾਨੂੰ ਉਹ ਕੀ ਕਹਿਣ ਲੱਗ ਗਏ, ਇੱਕ ਨਵਾਂ ਸ਼ਬਦ ਲੱਭ ਲਿਆ ਇਹਨਾਂ ਨੇ, ਅੰਦੋਲਨ ਜੀਵੀ। ਫਿਰ ਅਸੀਂ ਸੋਚਿਆ ਵੀ ਪੰਜਾਬ ਔਰ ਹਰਿਆਣੇ ਦੀ ਸਮੱਸਿਆ ਨਹੀਂ, ਜੇ ਦੇਸ਼ ਦਾ ਅੰਦੋਲਨ ਬਣਾਉਣਾ, ਦੂਜੀਆਂ ਸਟੇਟਾਂ ਲੈਣ ਵਾਸਤੇ ਐਮਐਸਪੀ ਦੀ ਗੱਲ ਕਰੋ। ਐਮਐਸਪੀ ਦਾ ਮਸਲਾ ਉੱਥੇ ਜੁੜਿਆ। ਪਹਿਲੀਆਂ ਮੀਟਿੰਗਾਂ ਪੱਗ ਬੰਨ ਕੇ ਸਾਹਮਣੇ ਆ, ਬਹੁਤ ਸਾਰੀਆਂ ਚੀਜ਼ਾਂ। 26 ਜਨਵਰੀ ਤੱਕ ਜਿੰਨੀਆਂ ਮੀਟਿੰਗਾਂ ਹੋਈਆਂ, ਕਿਤੇ ਐਮਐਸਪੀ ਦੀ ਗੱਲ ਤੱਕ ਨਹੀਂ ਹੋਈ। ਇਹ ਉਹ ਤੋਂ ਬਾਅਦ ਜਦੋਂ ਹਾਲਾਤ ਇਦਾਂ ਲੱਗੇ ਵੀ ਸਾਨੂੰ ਦੂਜੀਆਂ ਸਟੇਟਾਂ ਦੀ ਲੋੜ ਹੈ, ਤਾਂ ਅਸੀਂ ਦੂਜੀਆਂ ਸਟੇਟਾਂ 'ਚ ਕਿਤੇ ਐਮਐਸਪੀ ਹੈ ਨਹੀਂ। ਪੰਜਾਬ ਔਰ ਹਰਿਆਣਾ ਦੋ ਸਟੇਟ ਹੈ ਜਿੱਥੇ ਐਮਐਸਪੀ ਤੇ ਥੋੜੀਆਂ ਮੇਨ ਕ੍ਰੌਪਸ, ਕਣਕ, ਝੋਨਾ, ਨਰਮਾ, ਗੰਨਾ, ਚਾਰੇ ਐਮਐਸਪੀ ਤੇ ਵਿਕਦੀਆਂ। ਆਇਲ ਸੀਡਸ ਨਹੀਂ ਵਿਕਦੇ, ਉਹਦੇ ਲਈ ਪ੍ਰੋਵੀਜ਼ਨ ਹੈ ਵੀ ਨੈਫੈਡ ਜਿਹੜਾ ਉਹਨੂੰ ਤੁਸੀਂ ਅਪਰੋਚ ਕਰੇ ਚੀਫ ਮਿਨਿਸਟਰ, ਨੈਫੈਡ ਤੁਹਾਨੂੰ ਫੰਡ ਦਿੰਦਾ, ਥੋੜੀ ਕੋਆਪਰੇਟਿਵ ਰਾਹੀਂ, ਜਿਵੇਂ ਪੰਜਾਬ ਦੀ ਮਾਰਕਫੈਡ ਹੈ, ਇਹਦੇ ਰਾਹੀਂ ਹਰਿਆਣੇ 'ਚ ਹਾਫੈਡ ਰਾਹੀਂ ਉੱਥੇ ਰੌਲਾ ਹੀ ਕਰਨਾ, ਉਹ ਪਰਚੇਜ਼ ਕਰਨਗੇ। ਤਾਂ ਸਾਡੀ ਇਹ ਸਮੱਸਿਆ ਨਹੀਂ ਸੀ ਐਮਐਸਪੀ ਦੀ, ਐਮਐਸਪੀ ਦੀ ਸਮੱਸਿਆ ਸੀ ਸਾਊਥ ਦੀਆਂ ਸਟੇਟਾਂ ਦੀ। ਉਹਨਾਂ ਨੂੰ ਨਾਲ ਜੋੜਨ ਵਾਸਤੇ ਅਸੀਂ ਐਮਐਸਪੀ ਦਾ ਮੁੱਦਾ ਉੱਥੇ ਜੋੜਿਆ। ਇਹ ਹੁਣ ਕਿਉਂਕਿ ਹੋਰ ਕੁਝ ਨਿਕਲਦਾ ਨਹੀਂ, ਇਹ ਇਦਾਂ ਦੀ ਗੱਲ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਮੈਂ ਇਹਦੇ ਖਿਲਾਫ ਨਹੀਂ, ਮੈਂ ਕਹਿੰਦਾ ਐਮਐਸਪੀ ਤੇ ਦੀ ਗਾਰੰਟੀ ਦਾ ਕਾਨੂੰਨ ਬਣਨਾ ਚਾਹੀਦਾ, ਓਫੈਂਸ ਹੋਣਾ ਚਾਹੀਦਾ ਜੇ ਕੋਈ ਇਹ ਤੋਂ ਘੱਟ ਖਰੀਦਦਾ। ਪਰ ਇਹ ਗਲਤਫਹਿਮੀ 'ਚ ਨਹੀਂ ਰਹਿਣਾ ਚਾਹੀਦਾ। ਅੰਦੋਲਨ ਸ਼ੁਰੂ ਹੋਣ ਵੇਲੇ ਐਮਐਸਪੀ ਦਾ ਮੁੱਦਾ ਕਤਈ ਨਹੀਂ ਸੀਗਾ, ਇਹ 26 ਜਨਵਰੀ ਤੋਂ ਬਾਅਦ ਜੁੜਿਆ। ਹਾਲਾਤਾਂ ਨੂੰ ਦੇਖਦੇ ਹੋਏ ਜੋੜਨਾ ਪਿਆ। ਅਖੀਰ ਤੇ ਜਦੋਂ ਅੰਦੋਲਨ ਜਿੱਤ ਲਿਆ, ਹੁਣ ਕਿਉਂਕਿ ਸਮਾਂ ਸਾਨੂੰ ਜਿੰਨੀ ਕਾ ਕੇ ਦਿੰਦਾ, ਉਹਦੇ ਵਿੱਚ ਮੈਂ ਸੰਕੋਚਦਾ ਹੋਇਆ ਚੱਲਾਂ। ਐਂਡ ਤੇ ਕਹਿੰਦੇ ਕਿ ਫਿਰ ਜਦੋਂ ਪੋਲੀਟੀਕਲ ਮਾਹੌਲ ਬਣਿਆ, ਤੁਹਾਡੇ ਤੱਕ ਪਹੁੰਚਾਂ ਹੋਈਆਂ, ਕਹਿੰਦੇ ਕਿ ਮੁੱਖ ਮੰਤਰੀ ਬਣਾ ਦਿੰਦੇ ਆ, ਕਹਿੰਦੇ ਰਾਜੇਵਾਲ ਸਮਝੌਤਾ ਕਰ ਗਿਆ, ਬਹੁਤ ਸਾਰੀਆਂ ਚੀਜ਼ਾਂ ਬਾਅਦ 'ਚ ਕਹਿੰਦੇ ਅਰਵਿੰਦ ਕੇਜਰੀਵਾਲ ਨੇ ਯੂਜ਼ ਕਰਕੇ ਯੂਜ਼ ਐਂਡ ਥਰੋ ਕਰਤਾ। ਮੈਂ ਇੱਕ ਹੋਰ ਗੱਲ ਤੁਹਾਡੇ ਸਾਹਮਣੇ ਰੱਖਦਾ, ਮੇਰੀ ਪੋਲੀਟੀਕਲ ਲੀਡਰਸ਼ਿਪ ਵਿੱਚ ਕਿਤੇ ਵੀ ਕੋਈ ਲਿੰਕ ਕਿਸੇ ਵੀ ਪਾਰਟੀ 'ਚ ਹੈ ਨਹੀਂ। ਇਹੀ ਦਰਸ਼ਨਪਾਲ ਤੇ ਯੋਗਿੰਦਰ ਯਾਦਵ, ਉਹ ਜਿਹੜਾ ਪ੍ਰਸ਼ਾਂਤ ਕਿਸ਼ੋਰ ਆ, ਉਹਨੂੰ ਮਿਲਾਉਂਦੇ ਰਹੇ। ਮੈਨੂੰ ਲੈ ਗਏ ਇਕੱਲੇ ਨੂੰ, ਇਕੱਲਾ ਆਪ ਮਿਲਿਆ, ਇਕੱਲਾ ਡੱਲੇਵਾਲ ਮਿਲਿਆ, ਇਕੱਲਾ ਆਪਣਾ ਟਕੈਤ ਮਿਲਿਆ, ਇਕੱਲੇ ਨੂੰ ਮਿਲਦੇ ਸੀ। ਉਹ ਮੈਨੂੰ ਕਹਿੰਦਾ ਸੀ ਬਈ ਤੇਰਾ ਨਾਂ ਹੈ, ਤੂੰ ਗੱਲ ਕਰ, ਮੈਂ ਕੋਈ ਪੈਸਾ ਨਹੀਂ ਲੈਂਦਾ, ਉਹਦਾ ਕੰਮ ਬਿਜ਼ਨਸ ਹੈ ਨਾ, ਇਹ ਇਲੈਕਸ਼ਨ ਲੜਾਉਣਾ, ਮੈਂ ਪੈਸਾ ਜਿੱਥੋਂ ਮਰਜ਼ੀ ਲਿਆਵਾਂ, ਤੇਰੀ ਸਰਕਾਰ ਬਣਾ ਦੂੰ, ਮੈਂ ਪਾਰਟੀ ਬਣਾ ਦੇਣਾ, ਤੇਰਾ ਨਾਂ ਹੈ, ਤੂੰ ਹਾਂ ਕਹਿ। ਇਹ ਕਿਹਨੇ ਕਿਹਾ ਤੁਹਾਨੂੰ? ਪ੍ਰਸ਼ਾਂਤ ਕਿਸ਼ੋਰ ਨੇ। ਮੈਂ ਉਹਨੂੰ ਕਿਹਾ ਵੀ ਮਿੱਤਰਾ, ਇਦਾਂ ਨਹੀਂ ਮੈਂ ਕਦੇ ਵੀ ਕਰਦਾ, ਮੈਂ ਆਪਣੇ ਸਾਥੀਆਂ ਨੂੰ ਪੁੱਛੂੰ, ਤੂੰ ਸਾਨੂੰ ਕੱਲਿਆਂ ਨੂੰ ਕਿਉਂ ਬੁਲਾਉਣਾ, ਇਕੱਠਿਆਂ ਨੂੰ ਬੁਲਾ ਲੈ, ਸਾਹਮਣੇ ਗੱਲ ਹੋਵੇ। ਮੈਂ ਇਹਨਾਂ ਦੇ ਕੋਲ ਇਕੱਲੇ ਕੋਲ ਗਿਆ, ਇਹਨਾਂ ਨੇ ਮੈਨੂੰ ਲੜ ਨਹੀਂ ਫੜਾਇਆ, ਮੈਂ ਉਹਨੂੰ ਕਹਿਤਾ ਮੈਨੂੰ ਬੁਲਾਈ, ਤੇ ਮੈਂ ਨਹੀਂ ਤੇਰੇ ਰਾਹ ਪੈਣਾ, ਮੈਂ ਨਹੀਂ ਕੋਈ ਪਾਰਟੀ। ਤੇ ਅਰਵਿੰਦ ਕੇਜਰੀਵਾਲ ਨਾਲ ਕਦੋਂ ਗੱਲ ਹੋਈ ਤੁਹਾਡੀ ਇਹ ਮੁੱਖ ਮੰਤਰੀ? ਮੈਂ ਦੱਸਦਾ, ਉਸੇ ਦੌਰਾਨ ਜਦੋਂ ਮੋਰਚਾ ਚੱਲ ਰਿਹਾ ਸੀ, ਫਿਰ ਅਰਵਿੰਦ ਕੇਜਰੀਵਾਲ ਨੇ ਮੈਨੂੰ ਸਿੱਧੀ ਕੋਈ ਗੱਲ ਨਹੀਂ ਕੀਤੀ। ਮੇਰੇ ਕੋਲ ਉਹਦਾ ਕੋਈ ਸੱਜਣ ਆਇਆ ਵੀ ਉਹ ਇੱਥੇ ਮਿਠਾਈ ਭੇਜਣਾ ਚਾਹੁੰਦਾ ਹੈ। ਜਦੋਂ ਮੋਰਚਾ ਫਤਿਹ ਹੋ ਗਿਆ, ਮੋਦੀ ਨੇ ਐਲਾਨ ਕਰਤਾ, ਅਸੀਂ ਇਸ ਗੱਲ ਤੇ ਅੜ ਗਏ ਵੀ ਪਹਿਲਾਂ ਪਾਰਲੀਮੈਂਟ ਸੈਸ਼ਨ ਬੁਲਾ ਕੇ ਰਿਪੀਲ ਕਰੋ, ਐਲਾਨ ਨਾਲ ਗੱਲ ਨਹੀਂ ਬਣਦੀ। ਉਸ ਦੌਰਾਨ ਉਹਨੇ ਮਿਠਾਈ ਦਾ ਆਫਰ ਕੀਤੀ, ਮੈਂ ਕਿਹਾ ਨਾ, ਮਿਠਾਈ ਨਹੀਂ ਲੈਣੀ। ਫਿਰ ਉਹਨੇ ਅਪਰੋਚ ਕੀਤਾ ਵੀ ਤੁਸੀਂ ਸਾਡੇ ਨਾਲ ਆ ਜਾਓ, ਆਪਾਂ ਲੜ ਕੇ ਇਲੈਕਸ਼ਨ ਲੜੀਏ, ਤੁਸੀਂ ਚੀਫ ਮਿਨਿਸਟਰ ਹੋਵੋਗੇ। ਮੈਂ ਕਿਹਾ ਨਹੀਂ, ਜਿੰਨੀ ਦੇਰ ਮੋਰਚਾ ਨਹੀਂ ਫਤਿਹ ਹੁੰਦਾ, ਉਦੋਂ ਸਾਡੀ ਪ੍ਰਾਇਰਟੀ ਇਹ ਹੈ, ਉਦੋਂ ਤੱਕ ਅਸੀਂ ਕੋਈ ਗੱਲ ਨਹੀਂ ਕਰਨੀ। ਸਾਰੇ ਚੁੱਪ ਕਰ ਗਏ।
ਜਦੋਂ ਮੋਰਚੇ ਦਾ ਐਲਾਨ ਹੋ ਗਿਆ ਫਿਰ ਦਰਸ਼ਨਪਾਲ ਨੇ ਤੇ ਇਹ ਆਪਣੇ ਕੀ ਨਾਂ ਹੈ ਡੱਲੇਵਾਲ ਸਾਹਿਬ ਨੇ ਰੌਲਾ ਪਾ ਲਿਆ ਬਈ ਜੀ MSP ਤੇ ਬੈਠੇ ਰਹੋ। ਅਸੀਂ ਇੱਕ ਹਫ਼ਤਾ ਪਹਿਲਾਂ ਸਰਵੇ ਕਰਾਇਆ ਸੀ, ਸਾਡੇ ਕੋਲ ਉੱਥੇ 632 ਕਿ 638 ਲੋਕ ਰਹਿ ਗਏ ਸੀ, ਸਾਰੇ ਜਿੰਦੇ ਲੱਗੇ ਹੋਏ ਸੀ, ਟਰਾਲੀਆਂ ਖੜੀਆਂ ਸੀਗੀਆਂ, ਲੋਕੀ ਉਹਨਾਂ ਨੂੰ ਲੈਣ ਆਏ ਸੀ ਵੀ ਮੋਰਚਾ ਫਤਿਹ ਹੋ ਗਿਆ। ਅਸੀਂ ਇਹਨਾਂ ਨੂੰ ਕਿਹਾ ਵੀ ਇਹਨੂੰ ਜਿੱਤ ਨੂੰ ਹਾਰ 'ਚ ਤਬਦੀਲ ਨਾ ਕਰੋ। ਲੋਕੀ ਅੱਕ ਗਏ, ਇਹਨਾਂ ਨੂੰ ਫੌਜ ਨੂੰ ਆਰਾਮ ਦਿਵਾਉਣਾ ਜ਼ਰੂਰੀ ਹੈ, ਫਿਰ ਮੋਰਚਾ ਲੜ ਲਾਂਗੇ, ਇਹਨੂੰ ਸਸਪੈਂਡ ਕਰ ਦਿਓ। ਫਿਰ ਸਾਰੇ ਸਹਿਮਤ ਹੋਏ ਵੀ ਸਸਪੈਂਡ ਕਰ ਦਿਓ। ਫਿਰ 17 ਦਸੰਬਰ ਨੂੰ ਅਸੀਂ ਉੱਥੋਂ ਤੇ ਇੱਧਰ ਨੂੰ ਚੱਲੇ, ਤੇ ਜਦੋਂ ਚੱਲੇ ਫਿਰ ਗੱਲ ਆਈ ਵੀ ਹੁਣ ਕਰੋ ਪੋਲੀਟੀਕਲ ਗੱਲ। ਫਿਰ 32 'ਚ 26 ਇਕੱਠੇ ਹੋਏ, 26 ਨੇ ਫੈਸਲਾ ਕੀਤਾ ਵੀ ਇਲੈਕਸ਼ਨ ਲੜੋ। ਤੇ ਮੈਂ ਉਹਨਾਂ ਨੂੰ ਕਿਹਾ ਵੀ ਆ ਇੱਕ ਆਫਰ ਆਈ ਹੈ। ਉਦੋਂ ਚੁੱਪ ਰਹੇ, ਦੂਜੀ ਵਾਰੀ ਕਹਿੰਦੇ ਨਹੀਂ ਜੀ ਉਹਦੇ ਨਾਲ ਨਹੀਂ ਫੈਸਲਾ ਕਰਨਾ। ਉਹ ਹੱਲਾ ਦੂਜੀ ਤੀਜੀ ਮੀਟਿੰਗ 'ਚ ਨਹੀਂ ਉਹਦੇ ਨਾਲ ਨਹੀਂ ਫੈਸਲਾ ਕਰਨਾ। ਕੇਜਰੀਵਾਲ ਇੰਨਾ ਡਰਿਆ ਹੋਇਆ ਸੀ, ਇਹ ਮੈਨੂੰ ਕਹੇ ਤੂੰ ਇਕੱਲਾ ਵੀ ਆ ਜਾ ਤਾਂ ਵੀ ਤੂੰ ਚੀਫ ਮਿਨਿਸਟਰ। ਮੈਂ ਕਿਹਾ ਵੀ ਮੈਂ ਆਪਣੇ ਸਾਥੀਆਂ ਤੋਂ ਬਿਨਾਂ ਕੁਝ ਨਹੀਂ ਕਰਨਾ, ਮੈਂ ਕਿਹੜਾ ਸਾਰੀ ਉਮਰ ਇਲੈਕਸ਼ਨਾਂ ਲੜਨੀ ਹੈ ਵੀ ਮੇਰੀ ਜਾਨ ਨਿਕਲਦੀ ਹੈ। ਇੱਥੇ ਆ ਕੇ ਮੀਟਿੰਗ ਹੋਈ ਚੰਡੀਗੜ੍ਹ, ਇੱਥੇ 36 ਸੈਕਟਰ 'ਚ, ਉੱਥੇ ਮੈਂ ਇਨਕਾਰ ਕਰਤਾ ਵੀ ਜੇ ਉਹਦੇ ਨਾਲ ਨਹੀਂ ਕਰਨਾ, ਮੈਂ ਨਹੀਂ ਕਦੀ ਵੀ ਇਲੈਕਸ਼ਨ। 26 ਜਥੇਬੰਦੀਆਂ ਨੇ ਸਾਫ਼ ਕਹਿਤਾ ਕਿ ਨਹੀਂ ਲੜਨੀ। ਨਹੀਂ, ਉਹਨਾਂ ਨੇ ਕਿਹਾ ਲੜਨੀ ਹੈ। ਉਸ ਤੋਂ ਪਹਿਲਾਂ ਇਹਦੇ ਨਾਲ ਨਹੀਂ ਸਮਝੌਤਾ ਕਰਨਾ। ਅੱਛਾ, ਇਹਦੇ ਨਾਲ ਨਹੀਂ ਲੜਨੀ, ਇਹਦੇ ਨਾਲ ਅਰਵਿੰਦ ਕੇਜਰੀਵਾਲ ਦੇ ਨਾਲ ਨਹੀਂ ਲੜਨੀ। ਇਹਨੇ ਇਹ ਵੀ ਆਫਰ ਕੀਤਾ, ਹਰਮੀਤ ਸਿੰਘ ਕਾਦੀਆਂ ਦੀ ਡਿਊਟੀ ਲਈ ਸੀਟ ਸ਼ੇਅਰਿੰਗ ਤੇ, ਉਹਨੇ ਕਿਹਾ ਵੀ 45 ਸੀਟਾਂ ਉਹ ਦਿੰਦਾ ਹੈ। ਫਿਰ ਇਹ ਤੋਂ ਵੀ ਅੱਗੇ ਉਹਨੇ ਕਿਹਾ ਵੀ ਜਿਹੜੇ ਇਹ ਕਾਮਰੇਡ ਨੇ ਇਹਨਾਂ ਨੂੰ 8-7 ਸੀਟਾਂ ਜਿਹੜੀਆਂ ਚਾਹੀਦੀਆਂ ਆਪਣੇ ਨਿਸ਼ਾਨ ਤੇ ਲੜ ਲੈਣ, ਮੈਂ ਇਹ ਵੀ ਛੱਡ ਦਿੰਦਾ। ਇਹ ਕਹਿੰਦੇ ਉਹਦੇ ਨਾਲ ਫੈਸਲਾ ਹੀ ਨਹੀਂ ਕਰਨਾ, ਅੜ ਗਏ। ਮੈਂ ਕਿਹਾ ਵੀ ਠੀਕ ਹੈ, ਫਿਰ ਆਪਾਂ ਆਪਣਾ ਜਥੇਬੰਦੀ ਦਾ ਕੰਮ ਕਰੀਏ, ਛੱਡੋ, ਕੋਈ ਇਲੈਕਸ਼ਨ ਲੜੂਗਾ ਹੀ ਨਹੀਂ। ਮੀਟਿੰਗ ਖਤਮ ਹੋ ਗਈ। ਇਹ ਮੀਟਿੰਗਾਂ ਕਰਦੇ ਰਹੇ, ਮੈਨੂੰ ਨਹੀਂ ਉਹਨਾਂ 'ਚ ਬੁਲਾਇਆ। ਫਿਰ ਇਹਨਾਂ ਨੇ ਮੈਨੂੰ ਇੱਕ ਦਿਨ ਜਲੰਧਰੋਂ ਬੁਲਾਇਆ, ਜਲੰਧਰੋਂ ਬੁਲਾ ਕੇ ਇਕੱਠੇ ਹੋਏ ਬੈਠੇ। ਮੈਂ ਕਿਹਾ ਵੀ ਮੀਟਿੰਗ ਹੈ ਇਹ? ਕਹਿੰਦੇ ਹਾਂ। ਮੈਂ ਮੈਨੂੰ ਕਿਉਂ ਨਹੀਂ ਦੱਸਿਆ? ਫਿਰ ਕਹਿੰਦੇ ਮੀਟਿੰਗਾਂ ਤੋਂ ਪਹਿਲਾਂ ਵੀ ਹੋ ਰਹੀ। ਮੈਂ ਮੈਨੂੰ ਕਾਹਤੇ ਨਹੀਂ ਦੱਸਿਆ? ਉਦੋਂ ਇਹਨਾਂ ਦੀ ਸਾਰੀ ਪਲੈਨਿੰਗ ਕੀਤੀ ਹੋਈ ਸੀ। ਮੈਨੂੰ ਪਹਿਲੀ ਗੱਲਬਾਤ ਕਰ ਬੈਠੇ ਸੀ, ਮੈਨੂੰ ਕੱਖ ਨਹੀਂ ਸੀ ਪਤਾ। ਮੈਨੂੰ ਕਹਿੰਦੇ ਜੀ ਇਲੈਕਸ਼ਨ ਲੜਨੀ ਹੈ। ਮੈਂ ਕਿਹਾ ਜੀ ਸਦਕੇ ਲੜੋ, ਮੈਂ ਸਪੋਰਟ ਕਰੂੰ। ਕਹਿੰਦੇ ਤੂੰ ਵੀ ਲੜਨੀ ਹੈ? ਮੈਂ ਕਿਹਾ ਮੈਂ ਨਹੀਂ ਲੜਨੀ। ਇਸ ਗੱਲ ਤੇ ਖੂਬ ਰੌਲਾ ਪਿਆ, ਸ਼ੋਰ ਮਚਿਆ। ਮੈਂ ਤਾਂ ਓਪਨ ਚੈਲੰਜ ਹੈ ਮੇਰਾ ਵੀ ਚਲੋ ਕਿਹੜਾ, ਕਹਿੰਦਾ ਨਹੀਂ ਚਲੋ ਗੁਰਦੁਆਰੇ। ਔਰ ਉਹ ਫਿਰ ਇਹਨਾਂ ਨੇ ਕਿਹਾ ਵੀ ਗੁਰੂ ਸਾਹਿਬ ਨੇ 5 ਬੰਦਿਆਂ ਨੂੰ ਨਹੀਂ ਸੀ ਜਵਾਬ ਦਿੱਤਾ ਸੀ, ਸਾਰੇ ਤੈਨੂੰ ਕਹਿੰਦੇ, ਤੂੰ ਕਿਵੇਂ ਜਵਾਬ ਦੇਂਗਾ? ਅੱਛਾ। ਔਰ ਜਦੋਂ ਬਾਹਰ ਨਿਕਲੇ ਇਹਨਾਂ ਨੇ ਉੱਥੇ ਸੰਯੁਕਤ ਸਮਾਜ ਮੋਰਚਾ ਬਣਾਇਆ। ਬਾਹਰ ਨਿਕਲੇ, ਮੈਨੂੰ ਨਹੀਂ ਸੀ ਪਤਾ ਹਰਮੀਤ ਸਿੰਘ ਕਾਦੀਆਂ ਦੇ ਬੰਦਿਆਂ ਨੇ ਮੇਰੇ ਪਿੱਛੇ ਸੰਯੁਕਤ ਸਮਾਜ ਮੋਰਚੇ ਦਾ ਬੋਰਡ ਖੜਾ ਕਰਤਾ। ਔਰ ਮੈਂ ਉਸ PC ਦੇ ਵਿੱਚ ਬਿਲਕੁਲ ਨਹੀਂ ਬੋਲਿਆ, ਅੱਜ ਵੀ ਔਨ ਰਿਕਾਰਡ ਹੈ। ਇਹੀ ਸਵਾਲਾਂ ਦੇ ਜਵਾਬ ਦਿੰਦੇ ਰਹੇ। ਉਹਦੇ ਬਾਅਦ ਇਹਨਾਂ ਨੇ ਐਪਲੀਕੇਸ਼ਨਾਂ ਮੰਗੀਆਂ, ਟਿਕਟਾਂ ਵੰਡੀਆਂ, ਲੜ ਟਿਕਟਾਂ ਵੰਡੀਆਂ। ਟਿਕਟਾਂ ਵੰਡ ਕੇ ਜਦੋਂ 102 ਟਿਕਟਾਂ ਵੰਡ ਲਈਆਂ, ਦਿਨ ਥੋੜ੍ਹੇ ਰਹਿ ਗਏ। ਮੈਂ ਕਿਹਾ ਹੁਣ ਇਹਨਾਂ ਨੂੰ, ਜਿਹਨਾਂ ਨੂੰ ਟਿਕਟਾਂ ਵੰਡੀ ਜਾਂਦੇ, ਇਹਨਾਂ ਨੂੰ ਲੜਨ ਨੂੰ ਵੀ ਕਹੋ। ਪੇਪਰ ਕਦੋਂ ਭਰਨਗੇ? ਫਿਰ ਟਿਕਟਾਂ ਬੰਦ ਕਰਕੇ 15 ਸੀਟਾਂ ਛੱਡਤੀਆਂ, ਸਭ ਦੇ ਪੇਪਰ ਫਾਈਲ ਕਰਾਤੇ। ਪੇਪਰ ਫਾਈਲ ਹੋ ਕੇ 10 ਕੁ ਦਿਨ ਬਾਅਦ ਮੈਨੂੰ ਆ ਕੇ ਕਹਿੰਦੇ ਨੇ ਵੀ ਤੁਸੀਂ ਵਾਪਸ ਲਓ ਪੇਪਰ। ਮੈਂ ਕਿਹਾ ਕਿਉਂ? ਕਹਿੰਦੇ ਇਲੈਕਸ਼ਨ ਨਹੀਂ ਲੜਨੀ। ਅੱਛਾ। ਮੈਂ ਕਿਹਾ ਹੁਣ ਤੇ ਜੋ ਤੁਸੀਂ ਕਹਿੰਦੇ ਰਹੇ ਮੈਂ ਕਰਦਾ ਰਿਹਾ। ਆ ਜਿਹੜੇ 102 ਬੰਦੇ ਖੜੇ ਕੀਤੇ ਮੇਰੇ ਨਾਂ ਤੇ ਕੀਤੇ ਆ, ਮੈਂ ਇਹਨਾਂ ਨੂੰ ਧੋਖਾ ਨਹੀਂ ਦੇਣਾ। ਕਹਿੰਦੇ ਅਸੀਂ ਵਿਰੋਧ ਕਰਾਂਗੇ। ਮੈਂ ਵੋਟਾਂ ਵਾਸਤੇ ਥੋੜ੍ਹਾ ਖੜਾ, ਨਾ ਵੋਟ ਪਵੇ। ਮੈਂ ਬੇਈਮਾਨ ਨਹੀਂ ਅਖਵਾਉਣਾ। ਬੇਈਮਾਨ ਤੁਸੀਂ ਹੋ, ਤੁਸੀਂ ਟਿਕਟਾਂ ਵੰਡੀਆਂ, ਤੁਸੀਂ ਪਾਰਟੀ ਬਣਾਈ, ਤੁਸੀਂ ਮੈਨੂੰ ਧੱਕੇ ਨਾਲ ਲੜਾਇਆ। ਤੁਹਾਨੂੰ ਕਹਿੰਦੇ ਕਿ ਆਣ ਕੇ ਵੀ ਹੁਣ ਚੋਣ ਨਹੀਂ ਲੜਨੀ? 4-5 ਸੀ। ਮਨਜੀਤ ਰਾਏ ਵੀ ਸੀ, ਜੰਗਵੀਰ ਵੀ ਸੀ, ਤੇ ਡੱਲੇਵਾਲ ਵੀ ਸੀ। ਡੱਲੇਵਾਲ ਨਹੀਂ ਸੀ, ਇਹ ਤਾਂ ਪਹਿਲੇ ਹੀ ਬਾਹਰ ਹੋ ਗਿਆ ਸੀ। ਇਹ ਤਾਂ 26 'ਚ ਨਹੀਂ, ਉਹ ਤਾਂ ਅਲੱਗ ਹੈ ਨਹੀਂ ਸੀ, 32 'ਚ ਹੈ ਨਹੀਂ ਸੀ। ਇਹ ਤਾਂ 26 ਤੋਂ 6 ਨਾਨ ਪੋਲੀਟੀਕਲ ਹੋ ਗਏ ਸੀ। ਇਹ ਤਾਂ 6 ਨਾਨ ਪੋਲੀਟੀਕਲ ਵੀ ਐਵੇਂ ਕਹਿਣ ਦੀ ਗੱਲ ਹੈ, ਡਰਾਮਾ ਕਰਨ ਕੀ ਫਾਇਦਾ। ਤੋ ਇਹ ਉਹਨਾਂ ਨੇ ਜਦੋਂ ਇਹ ਗੱਲ ਹੋਈ ਵੀ ਮੈਂ ਕਿਹਾ ਵੀ ਮੈਂ ਤਾਂ ਨਹੀਂ ਹੁਣ ਵਾਪਸ ਨਹੀਂ ਹੋ ਸਕਦਾ, ਮੈਂ ਨਹੀਂ ਵਾਪਸ ਹੋ ਸਕਦਾ। ਇਹ ਇੱਕ ਤਰ੍ਹਾਂ ਦਾ ਉਹਨਾਂ ਨੂੰ ਧੋਖਾ ਹੈ, ਜਿਹੜੇ ਬੰਦੇ ਮੇਰੇ ਨਾਂ ਤੇ ਖੜੇ ਹੋਏ। ਇਹ ਕਹਿੰਦੇ ਅਸੀਂ ਵਿਰੋਧ ਕਰਾਂਗੇ। ਮੈਂ ਕਰ ਲਓ, ਮੈਂ ਵੋਟਾਂ ਵਾਸਤੇ ਨਹੀਂ ਖੜਾ, ਮੈਂ ਤਾਂ ਅਸੂਲ ਤੇ ਖੜਾ, ਤੇ ਮੈਂ ਨਹੀਂ ਪਿੱਛੇ ਮੁੜਨਾ। ਇਲੈਕਸ਼ਨ ਹੋਇਆ, ਇਹਨਾਂ ਨੇ ਵਿਰੋਧ ਸ਼ੁਰੂ ਕਰਤਾ, ਫਿਰ ਵੋਟ ਕਿੱਥੋਂ ਪੈਣੀ ਸੀ ਜੀ? ਤੇ ਉਹ ਕਹਾਣੀ ਤਾਂ ਇਹ ਹੋਈ। ਅੱਜ ਮੈਂ ਜਦੋਂ ਇਹ ਕਹਿੰਦੇ ਨੇ ਪੋਲੀਟੀਕਲ ਨਾਨ ਪੋਲੀਟੀਕਲ, ਮੈਂ ਕਿਹਾ ਓਏ ਪਾਰਟੀ ਵੀ ਰਜਿਸਟਰ ਹੋ ਗਈ, ਰਾਜੇਵਾਲ ਨੇ ਇਲੈਕਸ਼ਨ ਨਹੀਂ ਲੜਨੀ। ਮੈਂ ਤਾਂ ਜਿੱਦ ਪਿੱਟਦਾ, ਮੈਂ ਸਾਰੀ ਉਮਰ ਇਲੈਕਸ਼ਨ ਨਹੀਂ ਲੜੀ। ਮੈਨੂੰ ਥੋੜਾ ਇਕੱਲੇ ਦਾ ਪਤਾ ਲੱਗ ਗਿਆ ਤੁਸੀਂ ਕੀ ਚੀਜ਼, ਕੌਣ ਕਿਹਦੇ ਨਾਲ ਹੈਗਾ, ਕੌਣ ਕਿਹਦੇ ਨਾਲ ਨਹੀਂ, ਤੁਸੀਂ ਕੀ ਚੀਜ਼ ਹੋ ਇਹ ਪਤਾ ਲੱਗ ਗਿਆ। ਤੁਸੀਂ ਇੰਨਾ ਝੂਠ ਬੋਲਦੇ। ਮੈਂ ਕਿਹਾ ਫਿਰ ਆਪੇ ਇੱਕ ਕਰਕੇ ਉਹਨਾਂ ਦੇ ਕੋਲ ਚਲੇ ਗਏ SKM 'ਚ।
ਮੈਂ ਇਹਨਾਂ ਨੂੰ ਵੀ ਕਿਹਾ ਵੀ SKM ਕੁਝ ਨਹੀਂ ਹੈ, ਤੁਸੀਂ ਨਾ ਜਾਓ, ਤੁਸੀਂ ਛੱਡ ਦਿਓ, ਕਮਿਊਨਿਸਟ ਵਰਸਸ ਨਾਨ ਕਮਿਊਨਿਸਟ ਹੋ ਜਾਓ, ਕਮਿਊਨਿਸਟ ਇਕੱਲੇ ਰਹਿ ਜਾਣਗੇ, ਕਿਸੇ ਨੇ ਨਹੀਂ ਤੁਰਨਾ ਉਹਨਾਂ ਦੇ ਨਾਲ, ਉਹ ਤੁਹਾਨੂੰ ਵਰਤ ਰਹੇ ਨੇ ਉਹ ਅੱਜ ਅੱਜ ਵੀ ਇਹੀ ਦੌਰ ਚੱਲ ਰਿਹਾ ਹੈਗਾ ਹੈ, ਉਹ ਉਹੀ ਵਰਤ ਰਹੇ ਨੇ। ਮੈਂ ਤਾਂ ਉਹਨਾਂ ਦੀ ਮੀਟਿੰਗਾਂ 'ਚ ਨਹੀਂ ਜਾਂਦਾ, ਮੇਰੇ ਕੋਲ ਆਉਂਦੇ ਨੇ, ਮੈਨੂੰ ਕਹਿੰਦੇ ਨੇ ਵੀ ਚੱਲੋ ਜੀ, ਆਖਰੀ ਸਵਾਲ ਦਾ ਮੈਨੂੰ ਕਹਿੰਦੇ ਨੇ ਜੀ ਤੁਸੀਂ ਛੱਡ ਦਿਓ, ਪਾਰਟੀ ਛੱਡ ਦਿਓ, ਮੈਂ ਤੁਹਾਡੇ ਕਹਤੇ ਨਹੀਂ ਛੱਡਣੀ। ਇਹ ਫਿਰ ਲੱਗਦਾ ਕਿ ਇਹ ਸੰਘਰਸ਼ ਦਾ ਦੌਰ ਹੁਣ ਇਸੇ ਤਰ੍ਹਾਂ ਜਾਰੀ ਰਹਿਣਾ ਹੈਗਾ? ਮੇਰਾ ਇੱਕ ਮੰਨਣਾ ਹੈ, ਸਾਰੀ ਉਮਰ ਦਾ ਤਜਰਬਾ ਹੈ, ਸੱਚਾਈ ਨਾਲ ਲੋਕ ਖੜਦੇ ਹੁੰਦੇ, ਜਦੋਂ ਤੁਸੀਂ ਸੱਚੀ ਗੱਲ ਕਰੋਗੇ ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗ ਜਾਂਦਾ। ਹੁਣ ਬਹੁਤ ਕੁਝ ਸਾਫ਼ ਹੋ ਗਿਆ ਇੰਨੀ ਦੇਰ 'ਚ, ਜਿਹੜਾ ਪਹਿਲਾਂ ਰੌਲਾ ਸੀ ਉਹ ਅੱਜ ਨਹੀਂ ਹੈ, ਲੋਕਾਂ ਨੂੰ ਪਤਾ ਲੱਗ ਗਿਆ। ਔਰ ਇਹਨਾਂ ਦਾ ਜਿਹੜਾ ਬਿਹੇਵੀਅਰ ਹੈ, ਕਿਤੇ ਕੋਈ ਫੈਕਟਰੀ ਨੂੰ ਲੱਗਣ ਨਹੀਂ ਦੇਣਾ, 25 ਲੱਖ ਦਿਓ, ਕਿਤੇ ਧਰਨੇ ਤੋਂ ਉੱਠਣਾ 3 ਕਰੋੜ ਦਿਓ, ਇੱਦਾਂ ਦੀਆਂ ਤਾਂ ਗੱਲਾਂ ਹੁੰਦੀਆਂ ਨੇ ਜੀ। ਇਹ ਸਾਰਾ ਕੁਝ ਆ ਗਿਆ ਬਾਹਰ, ਪਬਲਿਕ ਡੋਮੇਨ 'ਚ ਹੈ, ਤਾਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਕੌਣ ਕੀ ਹੈ। ਔਰ ਮੈਂ ਦਾਅਵੇ ਨਾਲ ਕਹਿਣਾ, ਉੱਥੇ ਮੈਂ ਇੱਕ ਪੋਸਟ ਪਾਈ ਸੀ, ਵਿਦੇਸ਼ਾਂ 'ਚ ਵੀ ਭੇਜੀ, ਵੀ ਭਰਾਵੋ ਪੈਸੇ ਨਾ ਭੇਜੋ, ਜਿਹੜੇ ਬਾਹਰਲੇ ਸੀ ਉਹਨਾਂ ਨੂੰ ਕਿਹਾ ਸੀ ਜੇ ਕੋਈ ਸਮਾਨ ਚਾਹੀਦਾ ਇੱਥੇ ਟੀਮ ਭੇਜੋ, ਸਮਾਨ ਦੇਖ ਕੇ ਕੀ ਚੀਜ਼ ਚਾਹੀਦੀ। ਇਹ ਵੀ ਬੜੇ ਇਲਜ਼ਾਮ ਲੱਗੇ, ਕਹਿੰਦੇ ਸਾਰਿਆਂ ਦੇ ਖਾਤੇ 'ਚ ਪੈਸੇ ਬੜੇ ਆਏ ਉਸ ਵੇਲੇ। ਮੈਂ ਉਹੀ ਗੱਲ ਕਰਦਾ, ਮੈਂ ਪੋਸਟਾਂ ਪਾਈਆਂ ਵੀ ਪੈਸੇ ਨਾ ਭੇਜੋ, ਤੁਸੀਂ ਟੀਮ ਭੇਜੋ ਜਿਹੜੀ ਇੱਥੇ ਦੇਖੇ ਕਿਹਨੂੰ ਕੀ ਚਾਹੀਦਾ, ਉਹ ਚੀਜ਼ ਖਰੀਦ ਕੇ ਦੇ ਦੇ। ਲੋਕੀ ਨਹੀਂ ਹਟੇ, ਔਰ ਇਹਨਾਂ ਨੇ ਪੈਸੇ ਦੁਨੀਆ ਭਰ ਦੇ ਇਕੱਠੇ ਕੀਤੇ। ਬਹੁਤ ਕੁਛ ਹੈ ਇੱਥੇ, ਕਣਕ ਫੜ ਲਈ ਜੀ, ਮੁਰਿੰਡੇ ਕਣਕ ਫੜ ਲਈ, ਪਰਚਾ ਦਰਜ ਨਾ ਹੋਵੇ। ਮੇਰੇ ਕੋਲ ਉੱਥੇ ਗਈ, ਮੈਂ ਸੈਕਟਰੀ ਮੰਡੀ ਬੋਰਡ ਨਾਲ ਉੱਥੋਂ ਫੋਨ ਤੇ ਗੱਲ ਕੀਤੀ ਵੀ ਕੀ ਕਰਦੇ ਹੋ ਤੁਸੀਂ, ਪਰਚਾ ਕਿਉਂ ਨਹੀਂ ਦਰਜ ਕਰਦੇ, 2 ਨੰਬਰ ਦੀ ਹੈ। ਪਰਚਾ ਦਰਜ ਹੋ ਗਿਆ। ਡੱਲੇਵਾਲ ਸਾਹਿਬ ਦੀ ਜਥੇਬੰਦੀ ਤੇ ਲਖਵਾਲ ਸਾਹਿਬ ਦੀ ਜਥੇਬੰਦੀ ਇਹ ਐਸ ਗਵਾਹ ਵਿੱਚ ਪੈ ਗਏ। ਕੁਛ ਦਿਨਾਂ ਬਾਅਦ ਪੈਸੇ ਲੈ ਲਏ, ਬਹਿ ਗਏ, ਲੋਕਾਂ ਨੇ ਇਕੱਠ ਕਰ ਲਿਆ, ਇਕੱਠ 'ਚ ਆ ਕੇ ਮੰਨ ਗਏ। ਇੱਕ ਕਹਿੰਦਾ ਮੈਂ 2 ਲੱਖ ਲੈ ਲਿਆ, ਇੱਕ ਕਹਿੰਦਾ ਮੈਂ ਲੱਖ ਲੈ ਲਿਆ। ਲੋਕਾਂ ਨੇ 10-10 ਹਜ਼ਾਰ ਜੁਰਮਾਨਾ ਕਰਤਾ, ਮੈਨੂੰ ਕਹਿੰਦੇ ਆਹ ਕਰ ਦਿਓ। ਮੈਂ ਕਹਿੰਦਾ ਜੁਰਮਾਨਾ ਆਵੇ ਨਾ ਲੱਖ ਆਵੇ, ਐਵੇਂ ਬੋਲੇ ਖਿੱਚੋ। ਇਹੋ ਜਿਹੀਆਂ ਗੱਲਾਂ ਹੋਈਆਂ। ਜੇ ਤੁਹਾਡਾ ਨਿਸ਼ਾਨਾ ਸੇਵਾ ਦੀ ਬਜਾਏ ਪੈਸੇ ਵੱਲ ਹੋ ਗਿਆ ਨਾ, ਤੁਸੀਂ ਕਿਤੇ ਵੀ ਫਿਰ ਖੜਦੇ ਨਹੀਂ, ਪਤਾ ਨਹੀਂ ਕਿੱਥੇ ਜਾ ਕੇ ਕਰੋਗੇ। ਦੁਨੀਆ ਭਰ ਦੇ ਪੈਸੇ ਆਏ। ਅੱਜ ਸ਼ੰਭੂ ਬਾਰਡਰ ਦਾ ਸਾਊਂਡ ਸਿਸਟਮ, ਉੱਥੇ ਦੀ ਸਟੇਜ ਦੇ ਪੈਸੇ ਕਿਹਦੇ ਕੋਲ ਨਹੀਂ? ਪੈਸੇ ਜਿਹੜੀ ਉੱਥੇ ਟਿੱਕਰੀ ਬਾਰਡਰ ਦਾ ਸਾਊਂਡ ਸਿਸਟਮ ਸੀ, ਉਹਦੇ ਮੁੱਲ ਪਾ ਕੇ ਲੈ ਕੇ ਗਿਆ, ਉਹਦੇ ਪੈਸੇ ਕਿੱਥੇ ਗਏ ਜੀ? ਕੋਈ ਕਿਸੇ ਦੀ ਹਿੰਮਤ ਨਹੀਂ, ਸਾਰਿਆਂ ਕੋਲ ਪੈਸੇ, ਹਮਾਮ 'ਚ ਸਾਰੇ ਨੰਗੇ ਨੇ। ਮੈਂ ਹਿੱਕ ਠੋਕ ਕੇ ਕਹਿਣਾ, ਮੈਂ ਤਾਂ ਹੀ ਕਿਹਾ ਸੀਗਾ ਚਲੋ ਦਰਬਾਰ ਸਾਹਿਬ, ਮੈਂ ਕਹਿਣਾ ਮੈਂ ਨਹੀਂ ਕਿਸੇ ਤੇ ਪੈਸੇ ਲਏ, ਦੱਸੋ ਕਿਹਨੇ ਕਿੰਨੇ ਪੈਸੇ ਲਏ ਆ, ਕਿਉਂ ਨਹੀਂ ਜਾਂਦੇ? ਖਾਣ ਸੌ ਮੇਰਾ ਤਾਂ ਅਟਲ ਕੱਟੜ ਵਿਸ਼ਵਾਸ ਹੈ ਉਸ ਗੁਰੂ ਘਰ ਦੇ ਉੱਤੇ। ਮੈਂ ਨਹੀਂ ਪੈਸੇ ਲਏ, ਮੈਂ 2 ਬੰਦਿਆਂ ਤੋਂ ਲਏ, ਮੇਰੇ ਕੁੜਮ ਨੇ ਦਿੱਤੇ ਧੱਕੇ ਨਾਲ। ਮੇਰਾ ਕੁੜਮ ਨਹੀਂ, ਪੈਸੇ ਸਿੱਟ ਕੇ ਚਲੇ ਗਿਆ ਵੀ ਅਸੀਂ ਦੇਣੇ ਹੀ ਦੇਣੇ ਨੇ। ਮੈਂ ਲੰਗਰ 'ਚ ਪਾ ਦਿੱਤੇ। ਇੱਕ ਸਾਡਾ ਦੋਸਤ ਸੀਗਾ, ਹੁਣ ਵੀ ਆਇਆ ਹੋਇਆ, ਕੈਨੇਡਾ 'ਚ ਹੈ, ਉਹ 50-50 ਹਜ਼ਾਰ ਸਭ ਨੂੰ ਦੇ ਕੇ ਗਿਆ, ਮੈਂ ਉਹਦੇ ਵੀ ਲੰਗਰ 'ਚ ਪਾਤੇ। ਮੇਰੇ ਆਪਣੇ ਕੋਲ ਤਾਂ ਰਾਜੇ ਵਾਲੇ ਦੇ ਕੋਲ ਇੱਕ ਧੇਲਾ ਨਹੀਂ, ਮੈਂ ਨਹੀਂ ਕਿਸੇ ਤੋਂ ਪੈਸਾ ਲਿਆ, ਮੈਂ ਜੇਬ 'ਚੋਂ ਖਰਚੇ ਨੇ। ਵਾਹਿਗੁਰੂ ਦੀ ਮਿਹਰ ਆ, ਉਹਨੇ ਦਿੱਤਾ ਜੀ। ਦਸਵੰਧ ਕੱਢਦਾ ਮੇਰਾ ਬੇਟਾ, ਉਹ ਦਸਵੰਧ ਨਾਲ ਚੱਲਦਾ ਕੰਮ ਮੇਰਾ। ਤਾਂ ਮੈਨੂੰ ਕੋਈ ਕਹੇ ਤਾਂ ਸਹੀ, ਮੈਂ ਕੀ ਤੋਂ ਲੈ ਪੈਸੇ ਆ ਕੇ, ਮੈਂ ਉਹਨੂੰ 10 ਗੁਣਾ ਦਊਂ ਜੀ। ਬੜੀ ਉਮੀਦ ਆ ਕਿ ਹੁਣ ਤੁਹਾਡੀ ਕਿਤਾਬ ਜਿਹੜੀ ਉਹ ਜਲਦੀ ਆਊਗੀ, ਉਹਦੇ ਵਿੱਚ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਸੀਗੀਆਂ, ਜਿਹੜੇ ਸ਼ੰਕੇ ਸੀਗੇ, ਮੈਨੂੰ ਲੱਗਦਾ ਉਸ ਕਿਤਾਬ ਦੇ ਜ਼ਰੀਏ ਸ਼ਾਇਦ ਦੂਰ ਹੋਣਗੇ। ਬਿਲਕੁਲ, ਬਹੁਤ ਛੇਤੀ ਕੋਸ਼ਿਸ਼ ਕਰਾਂਗੇ, ਵਕਤ ਲੱਗਿਆ ਛੇਤੀ ਲਿਖਣ ਦੀ ਕਿਤਾਬ, ਤਾਂ ਕਿ ਬਹੁਤ ਸ਼ੁਕਰੀਆ ਰਾਜੇਵਾਲ ਸਾਹਿਬ। ਸਾਹਿਬ, ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਜ ਬੜੇ ਲੰਬੇ ਵਕਫੇ ਬਾਅਦ, ਕਿਉਂਕਿ ਤੁਹਾਨੂੰ ਵੀ ਸਵਾਲ ਅਸੀਂ ਮੁੱਦਿਆਂ ਨੂੰ ਲੈ ਕੇ ਕਰਦੇ ਰਹੇ ਹਾਂ, ਪਰ ਜ਼ਿੰਦਗੀ ਨੂੰ ਘੋਖਣ ਦਾ ਪਹਿਲੀ ਵਾਰ ਸਬੱਬ ਬਣਿਆ, ਤਾਂ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਲੋਕਾਂ ਨੂੰ ਵੀ ਪਹਿਲੀ ਵਾਰ ਪਤਾ ਲੱਗੀਆਂ ਹੋਣਗੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ। ਤੇ ਸਨ ਬਲਬੀਰ ਸਿੰਘ ਰਾਜੇਵਾਲ। ਅੱਜ ਬੜੀ ਤਫਸੀਲ ਦੇ ਨਾਲ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ, ਇਹਨਾਂ ਦੀ ਜ਼ਿੰਦਗੀ ਬਾਰੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਹੜੇ ਪੜਾਵਾਂ 'ਚੋਂ ਜ਼ਿੰਦਗੀ ਲੰਘੀ ਤੇ ਕਿਹੜੇ ਸੰਘਰਸ਼ਾਂ ਦੇ ਦੌਰਾਨ ਇਹਨਾਂ ਦਾ ਜੀਵਨ ਜਿਹੜਾ ਹੈਗਾ ਉਹ ਵਿਚਰਦਾ ਰਿਹਾ। ਤੇ ਨਾਲ ਦੀ ਨਾਲ ਬੜੀ ਅਹਿਮ ਚੀਜ਼ ਕਿ ਜਿਹੜਾ ਕਿਸਾਨ ਅੰਦੋਲਨ ਸੀਗਾ, ਉਹਦੇ ਵਿੱਚ ਬਹੁਤ ਸਾਰੇ ਉਤਾਰ ਚੜ੍ਹਾਅ ਇਹਨਾਂ ਨੇ ਆਪ ਹੱਡੀ ਹੰਡਾਏ ਹੈਗੇ। ਅੱਜ ਉਹਨਾਂ ਦਾ ਬੜੇ ਬੇਬਾਕ ਢੰਗ ਦੇ ਨਾਲ ਇਹਨਾਂ ਨੇ ਜ਼ਿਕਰ ਕੀਤਾ ਹੈਗਾ। ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਲੋਕਾਂ ਨੂੰ, ਬਹੁਤ ਸਾਰੇ ਸ਼ੰਕੇ ਸੀਗੇ, ਬਹੁਤ ਸਾਰੇ ਸਵਾਲ ਸੀਗੇ, ਅਸੀਂ ਉਹ ਪੁੱਛਣ ਦੀ ਕੋਸ਼ਿਸ਼ ਕੀਤੀ ਤੇ ਰਾਜੇਵਾਲ ਸਾਹਿਬ ਨੇ ਬੜੇ ਬੇਬਾਕ ਢੰਗ ਨਾਲ ਜਵਾਬ ਦਿੱਤੇ ਨੇ। ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਵੀ ਨਵੀਆਂ ਪਤਾ ਲੱਗੀਆਂ ਹੋਣਗੀਆਂ। ਤੁਸੀਂ ਆਪਣੇ ਕਮੈਂਟ, ਆਪਣੀਆਂ ਟਿੱਪਣੀਆਂ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਤੁਹਾਡੇ ਤੋਂ ਅੱਗ ਲੈਣੀ ਹੈ। ਬਹੁਤ ਬਹੁਤ ਧੰਨਵਾਦ।